ਅਸੀਂ ਨੈਚੁਰੋਪੈਥੀ ਬਾਰੇ ਗੱਲਾਂ ਕਰਨਾ ਚਾਹੁੰਦੇ ਸੀਗੇ ਤੁਹਾਡੇ ਨਾਲ, ਤੇ ਤੁਹਾਡੀ ਨੌਲੇਜ ਸਾਨੂੰ ਪਤਾ ਹੈ ਬਹੁਤ ਡੀਪ ਹੈ ਇਸ ਸਬਜੈਕਟ ਨੂੰ ਲੈ ਕੇ। ਤਾਂ ਇਹ ਸਿਰਫ ਇਹ ਐਲੋਪੈਥੀ ਵਰਗਾ ਤਾਂ ਹੈ ਨਹੀਂ ਵੀ ਤੁਸੀਂ ਗਏ ਡਾਕਟਰ ਕੋਲੇ ਬੈਠੇ ਉਹਨੇ ਕੋਈ ਦਵਾਈਆਂ ਲਿਖਤੀਆਂ ਤੁਸੀਂ ਮੁੜਿਆ, ਇਸ ਟਾਈਪ ਦਾ ਰਿਲੇਸ਼ਨਸ਼ਿਪ ਨਹੀਂ ਹੁੰਦਾ ਹੈਗਾ। ਇਹ ਨੈਚੁਰੋਪੈਥੀ ਜਿਹੜੀ ਹੈ ਨਾ ਜੀ, ਇਹ ਮੈਡੀਸਨ ਬੇਸ ਤੇ ਹੈ ਹੀ ਨਹੀਂ। ਜਿਹੜੇ ਨਾ ਮੋਰ ਦੈਨ 90%, ਮੋਰ ਦੈਨ 99% ਲੋਕੀ ਮਨ ਤੋਂ ਬਿਮਾਰ ਹੈ। ਫਲਾਣੇ ਦੀ ਗੱਡੀ ਵੱਡੀ ਆ ਗਈ, ਮੇਰੇ ਤੋਂ ਗੱਡੀ ਛੋਟੀ ਹੈ, ਕੰਪਲੈਕਸ ਹੋ ਗਿਆ, ਉਹ ਬਿਮਾਰੀਆਂ। ਅਸੀਂ ਨੈਚੁਰੋਪੈਥੀ ਵਿੱਚ ਕਿਸੇ ਬਿਮਾਰੀ ਦਾ ਇਲਾਜ ਹੀ ਨਹੀਂ ਕਰਦੇ, ਅਸੀਂ ਬਿਮਾਰ ਦਾ ਇਲਾਜ ਕਰਨੇ ਆ। ਵੱਡੇ ਵੱਡੇ ਫਿਲਮ ਸਟਾਰ ਵੀ ਅਸੀਂ ਸੁਣਦੇ ਹਾਂ ਕਿ ਉਹ ਡਿਟੌਕਸੀਫਾਈ ਕਰਨ ਜੀ ਮੌਰੀਸ਼ੀਅਸ ਗਏ ਹੋਏ ਨੇ। ਅਗਰ ਮਿਕਸੀ ਨੂੰ ਪੂਰਾ ਭਰ ਦਿਓ ਉਹ ਚਲਦੀ ਹੋ ਨਹੀਂ। ਅਗਰ ਕੀਨ ਹੰਗਰ ਨਹੀਂ ਹੈ, ਯੂ ਹੈਵ ਨੋ ਰਾਈਟ ਟੂ ਇਟ। ਕਹਿੰਦਾ ਸੀਜ਼ਨਲ, ਰੀਜਨਲ ਐਂਡ ਓਰੀਜਨਲ। ਕੁਝ ਬੈਡ ਕੰਬੀਨੇਸ਼ਨ ਆਫ ਫੂਡ ਵੀ ਹੁੰਦੇ ਨੇ ਜਿਹੜੇ ਆਪਾਂ ਨੂੰ ਨਹੀਂ ਖਾਣੇ ਚਾਹੀਦੇ ਉਸ ਕੰਬੀਨੇਸ਼ਨ ਦੇ ਵਿੱਚ। ਤੇ ਜੇ ਤੁਸੀਂ ਧਿਆਨ ਨਾਲ ਖਾਣਾ ਖਾਧਾ ਤੇ ਤੁਹਾਡੀ ਮੈਡੀਟੇਸ਼ਨ ਹੋ ਗਈ। ਆਉਣ ਵਾਲਾ ਫਿਊਚਰ ਹੀ ਨੈਚੁਰੋਪੈਥੀ ਦਾ ਯੋਗਾ। ਭਾਵਾਂ ਦੀ ਪ੍ਰੈਕਟਿਸ ਨਾ ਵੀ ਕਰਨਾ ਹੋਵੇ ਬਾਹਰਲੀ ਦੁਨੀਆ ਵਾਸਤੇ, ਆਪਣੇ ਲਈ ਹੀ ਨੈਚੁਰੋਪੈਥੀ ਇੱਕ ਬਹੁਤ ਵਧੀਆ ਅੰਡਰਸਟੈਂਡਿੰਗ ਲੈ ਕੇ ਆਉਂਦੀ ਹੈ ਲਾਈਫ ਦੇ ਵਿੱਚ। ਆਈ ਥਿੰਕ ਸੋ। नमस्कार, सत श्री अकाल डोगरा जी। सत श्री अकाल जी बबली जी, सत श्री अकाल। ਵੈਲਕਮ ਟੂ ਜੀ ਮਿੱਠੀ ਜੇਲ ਪੋਡਕਾਸਟ। ਅਸੀਂ ਬਹੁਤ ਟਾਈਮ ਤੋਂ ਤੁਹਾਨੂੰ ਲੱਭ ਰਹੇ ਸੀਗੇ, ਖਾਸ ਕਰ ਮੇਰੇ ਬ੍ਰਦਰ ਮੋਹਨਜੀਤ ਜਿਹੜੇ ਹੈਗੇ ਨੇ ਨਾ, ਉਹ ਤੁਹਾਡੀ ਬਹੁਤ ਤੁਹਾਡੇ ਵੱਲ ਦੇਖਦੇ ਨੇ, ਤੁਹਾਡੀ ਬਹੁਤ ਪ੍ਰਸ਼ੰਸਾ ਕਰਦੇ ਨੇ ਉਹ, ਹੈ ਨਾ, ਕਿ ਤੁਸੀਂ ਉਹਨਾਂ ਨੂੰ ਪੜ੍ਹਾਇਆ ਹੈ ਐਜ਼ ਅ ਟੀਚਰ। ਅਤੇ ਇਸ ਕਰਕੇ ਅਸੀਂ ਤੁਹਾਨੂੰ ਲੈ ਕੇ ਆਉਣਾ ਚਾਹੁੰਦੇ ਸੀਗੇ। ਕੁਛ ਅਸੀਂ ਨੈਚੁਰੋਪੈਥੀ ਬਾਰੇ ਗੱਲਾਂ ਕਰਨਾ ਚਾਹੁੰਦੇ ਸੀਗੇ ਤੁਹਾਡੇ ਨਾਲ, ਤੇ ਤੁਹਾਡੀ ਨੌਲੇਜ ਸਾਨੂੰ ਪਤਾ ਹੈ ਬਹੁਤ ਡੀਪ ਹੈ ਇਸ ਸਬਜੈਕਟ ਨੂੰ ਲੈ ਕੇ। ਸ਼ੁਕਰੀਆ ਜੀ, ਸ਼ੁਕਰੀਆ। ਮੋਹਨਜੀਤ ਬਹੁਤ ਤਾਰੀਫ ਕਰਦਾ ਔਰ ਅੱਛਾ ਸਟੂਡੈਂਟ ਰਿਹਾ। ਇਹਨਾਂ ਦਾ ਗਰੁੱਪ ਸੀ ਬੜਾ ਅੱਛਾ, ਉਹ ਸਾਰੇ ਬੜੀ ਲਗਨ ਨਾਲ ਪੜ੍ਹ। ਲੇਕਿਨ ਉਸ ਤੋਂ ਬਾਅਦ ਕੀ ਹੁੰਦਾ, ਪੜ੍ਹਨ ਦੇ ਬਾਅਦ ਲੋਕ ਛੱਡ ਦਿੰਦੇ ਆ। ਇਹਨਾਂ ਪੜ੍ਹਨ ਕੇ ਬਾਅਦ ਉਹਨੂੰ ਅਪਣਾ ਹੀ ਲਿਆ, ਅਪਣਾਇਆ, ਬਿਲਕੁਲ ਮਿੱਟੀ ਨਾਲ ਜੁੜ ਗਏ। ਹਾਂ, ਅੱਛੀ ਗੱਲ ਹੁੰਦੀ ਹੈ। ਅਤੇ ਤੁਸੀਂ ਸਾਨੂੰ ਨਾ, ਆਪਾਂ ਹੁਣ ਇੱਥੋਂ ਸਟਾਰਟ ਕਰਦੇ ਹਾਂ ਕਿ ਅਸੀਂ ਨਾ ਆਲਰੇਡੀ 2 ਐਪੀਸੋਡ ਅਸੀਂ ਕਰ ਚੁੱਕੇ ਹਾਂ, ਪਾਰਟ 1 ਪਾਰਟ 2 ਬੇਸਿਕ ਆਫ ਨੈਚੁਰੋਪੈਥੀ ਦੇ, ਜਿਹਦੇ 'ਚ ਕਿ ਨਾ ਉਹਨਾਂ ਨੇ 10 ਪ੍ਰਿੰਸੀਪਲਸ ਆਫ ਜਿਹੜੇ ਨੈਚੁਰੋਪੈਥੀ ਹੁੰਦੇ ਨੇ ਬੇਸਿਕ, ਉਹ ਅਸੀਂ ਡਿਸਕਸ ਕੀਤੇ ਸੀਗੇ, ਹੈ ਨਾ। ਅਤੇ ਹੁਣ ਉਹਦੇ ਅੱਗੇ ਹੀ ਉਹਦੀ ਕੰਟੀਨਿਊਟੀ ਬਣਾਉਂਦੇ ਹੋਏ ਅਸੀਂ ਹੋਰ ਇਹਨੂੰ ਅੱਗੇ ਥੋੜ੍ਹਾ ਡੀਪ ਲੈ ਕੇ ਜਾਣਾ ਚਾਹੁੰਦੇ ਹਾਂ ਨੈਚੁਰੋਪੈਥੀ ਦੇ ਰਿਲੇਟਿਡ। ਅਤੇ ਉਹਦੇ 'ਚ ਮੈਂ ਤੁਹਾਨੂੰ ਕੁਐਸਚਨ ਇਹ ਪੁੱਛਾਂਗੀ ਪਹਿਲਾਂ ਤਾਂ, ਕਿ ਜਿਹੜੇ ਪੇਸ਼ੈਂਟ ਹੁੰਦੇ ਨੇ, ਹੈ ਨਾ, ਇਹਨਾਂ ਨੂੰ ਜਦੋਂ ਕੋਈ ਨੈਚੁਰੋਪੈਥੀ ਦੇ ਥਰੂ ਆਪਣਾ ਇਲਾਜ ਕਰਾਉਣਾ ਚਾਹੁੰਦਾ ਹੈ, ਤਾਂ ਇਹ ਸਿਰਫ ਇਹ ਐਲੋਪੈਥੀ ਵਰਗਾ ਤਾਂ ਹੈ ਨਹੀਂ ਵੀ ਤੁਸੀਂ ਗਏ ਡਾਕਟਰ ਕੋਲੇ ਬੈਠੇ ਉਹਨੇ ਕੋਈ ਦਵਾਈਆਂ ਲਿਖਤੀਆਂ ਤੁਸੀਂ ਮੁੜਿਆ, ਇਸ ਟਾਈਪ ਦਾ ਰਿਲੇਸ਼ਨਸ਼ਿਪ ਨਹੀਂ ਹੁੰਦਾ ਹੈਗਾ। ਇਹਦੇ 'ਚ ਨਾ ਪੇਸ਼ੈਂਟ ਨੂੰ ਵੀ, ਜਿੱਥੇ ਤੱਕ ਮੈਨੂੰ ਸਮਝ ਆਇਆ, ਕਿ ਪੇਸ਼ੈਂਟ ਨੂੰ ਵੀ ਬਹੁਤ ਅੱਛੀ ਵਧੀਆ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਨੈਚੁਰੋਪੈਥੀ ਦੀ, ਤਾਂ ਹੀ ਉਹਨੂੰ ਕੰਪਲੀਟਲੀ ਅਪਣਾ ਸਕਦਾ ਉਹ ਪੇਸ਼ੈਂਟ, ਹੈ ਨਾ। ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਨੈਚੁਰੋਪੈਥੀ ਦੇ ਵਿੱਚ ਤੁਸੀਂ ਪੇਸ਼ੈਂਟ ਨੂੰ ਕਿਵੇਂ ਪ੍ਰੀਪੇਅਰ ਕਰਦੇ ਹੋ ਪਹਿਲਾਂ ਇਸ ਟਾਈਪ ਦੇ ਇਲਾਜ ਦੇ ਲਈ? ਇਹ ਨੈਚੁਰੋਪੈਥੀ ਜਿਹੜੀ ਹੈ ਨਾ ਜੀ, ਇਹ ਮੈਡੀਸਨ ਬੇਸ ਤੇ ਹੈ ਹੀ ਨਹੀਂ। ਨੈਚੁਰੋਪੈਥੀ ਦੇ 4 ਜਿਹੜੇ ਫੰਡਾਮੈਂਟਲਸ ਹੈ, ਗੁੱਡ ਹੈਲਥ, ਕਿਉਂਕਿ ਸਾਨੂੰ ਹੈਲਥ ਹੀ ਚਾਹੀਦੀ ਹੈ ਭਾਵੇਂ ਕੋਈ ਵੀ। ਤਾਂ ਉਹਦਾ ਫਿਜ਼ੀਕਲ, ਮੈਂਟਲ, ਸੋਸ਼ਲ ਐਂਡ ਸਪਿਰਿਚੁਅਲ। ਅੱਛਾ ਜੀ। ਅਗਰ 4 ਪਿਲਰ ਸਟਰੋਂਗ ਹੈ ਤਾਂ ਵੀ ਕੈਨ ਸੇ ਕਿ ਹੀ ਇਜ਼ ਹੈਵਿੰਗ ਗੁੱਡ ਹੈਲਥ, ਉਹਨੂੰ ਅੱਛੀ ਸਿਹਤ ਹੈ, ਉਹਦੇ ਕੋਲ ਹੈਗੀ ਹੈ, ਮਜ਼ਬੂਤ ਹੈ। ਤਾਂ ਇਸ ਕਰਕੇ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ, ਕੋਈ ਦਵਾਈ ਲੈਣ ਵਾਸਤੇ ਆਉਂਦਾ ਜਾਂ ਸਾਡੇ ਕੋਲ ਇਲਾਜ ਕਰਨਾ ਆਉਂਦਾ, ਅਸੀਂ ਪਹਿਲਾਂ ਉਹਦੀ ਸਾਰੀ ਹਿਸਟਰੀ ਲਿਖ ਲੈਂਦੇ ਹਾਂ। ਬਿਮਾਰੀ ਤਾਂ ਦੱਸ ਹੀ ਰਿਹਾ ਕਿ ਮੈਨੂੰ ਇਹ ਬਿਮਾਰੀ ਹੈ, ਮੈਨੂੰ ਇਹ ਬਿਮਾਰੀ ਹੈ, ਅਤੇ ਉਹ ਲੱਛਣ ਹੈ, ਸਿੰਪਟਮ ਸਾਨੂੰ ਦੱਸਦਾ ਪਿਆ, ਲੇਕਿਨ ਕਾਰਨ ਨਹੀਂ ਉਹਨੂੰ ਪਤਾ। ਤਾਂ ਅਸੀਂ ਪਹਿਲਾਂ ਪੁੱਛਦੇ ਹਾਂ ਕਿ ਤੇਰੀ ਹੈਲਥ ਖਰਾਬ ਹੈਗੀ, ਉਹ ਲੱਭਦੀ ਪਈ। ਮਨ ਤੇਰਾ ਕਿਸ ਤਰ੍ਹਾਂ ਦਾ, ਜੇ ਉਹਦਾ ਮਨ ਉਦਾਸ ਰਹਿੰਦਾ, ਇਹ ਵੀ ਕਾਰਨ ਹੈ। ਸੋਸ਼ਲ ਨਹੀਂ ਉਹ ਬੰਦਾ, ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ, ਉਹ ਵੀ ਕਾਰਨ ਹੈ। ਸਪਿਰਿਚੁਅਲ ਨਹੀਂ ਹੈ, ਹਰ ਵੇਲੇ ਟੈਨਸ਼ਨ 'ਚ ਰਹਿੰਦਾ। ਦੈਨ ਅਸੀਂ ਫਿਕਸ ਕਰਨੇ ਆ ਕਿ ਇਹਦਾ ਕਿਹੜਾ ਏਰੀਆ ਵੀਕ ਹੈ। ਅੱਛਾ, ਕਿਉਂਕਿ ਕਾਰਨ ਤਾਂ ਉਹ ਹੈ, ਅਸੀਂ ਕਾਰਨ 'ਤੇ ਗੱਲ ਕਰਨੇ ਆ। ਇੱਕ ਬੰਦਾ ਬੜਾ ਮਤਲਬ ਆਈਸੋਲੇਟ ਰਹਿੰਦਾ, ਉਹ ਇਕੱਲਾ ਰਹਿੰਦਾ, ਅਸੀਂ ਕਹਿੰਦੇ ਇਹਨੂੰ ਦੁਨੀਆ 'ਚ ਆਉਣਾ ਚਾਹੀਦਾ, ਲੋਕਾਂ ਨੇ ਭਾਈਚਾਰਾ ਬਣਾਉਣਾ ਚਾਹੀਦਾ, ਤਾਂ ਕਿ ਉਹਦਾ ਮਨ, ਕਿਉਂਕਿ ਅਗਰ ਅਸੀਂ ਮਨ ਤੋਂ ਉਦਾਸ ਹਾਂ ਨਾ, ਤਾਂ ਸਾਡਾ ਸਰੀਰ ਬਹੁਤ ਜ਼ਿਆਦਾ ਇਫੈਕਟ ਹੋ ਜਾਂਦਾ। ਜੇ ਸਾਡੇ ਸਰੀਰ 'ਤੇ ਕੋਈ ਚੋਟ ਲੱਗਦੀ ਹੈ ਜਾਂ ਕੁਛ ਹੁੰਦਾ, ਤਾਂ ਸਾਡਾ ਮਨ ਸਟਰੋਂਗ ਹੈ ਨਾ, ਸਾਨੂੰ ਕੁਛ ਨਹੀਂ ਹੁੰਦਾ।
ਅੱਛਾ ਐਡਵਰਸਲੀ ਹੈ। ਤੇ ਲੋਕਾਂ ਜਿਹੜੇ ਟੈਨਸ਼ਨ 'ਚ ਰਹਿੰਦੇ, ਸਟ੍ਰੈਸ 'ਚ ਰਹਿੰਦੇ, ਉਹਨੂੰ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ, ਬਿਮਾਰੀਆਂ ਬਹੁਤ ਲੱਗਦੀਆਂ, ਪਰ ਉਹਨੂੰ ਕਾਰਨ ਨਹੀਂ ਪਤਾ। ਬਾਕੀ ਡਾਕਟਰ ਕਹਿੰਦੇ ਆ ਬਿਮਾਰੀ, ਉਹ ਦਵਾਈ ਲਿਖ ਦੇਗਾ। ਅਸੀਂ ਕਾਜ਼ 'ਤੇ ਕੰਮ ਕਰਨੇ ਆ, ਓਕੇ ਕਾਰਨ ਕੀ ਹੈ। ਹੁਣ ਕਈ ਬੰਦਿਆਂ ਨੂੰ ਮੈਂ ਇੱਕ ਸਟੋਰੀ ਦੱਸਣਾ ਤੁਹਾਨੂੰ। ਮੇਰੇ ਕੋਲ ਇੱਕ ਲੇਡੀ ਆਈ, ਸ਼ੀ ਵਾਜ਼ ਡਿਪਰੈਸਡ, ਮੈਂ ਵੇਟ ਵੱਧ ਗਿਆ, ਬਹੁਤ ਕੁਛ ਹੋ ਗਿਆ। ਉਹਦੀ ਸਾਰੀ ਹਿਸਟਰੀ ਪਤਾ ਕੀਤੀ। ਪੈਸੇ ਦੀ ਕੋਈ ਕਮੀ ਨਹੀਂ ਹੈ, ਸ਼ੀ ਇਜ਼ ਸੈਲਫ ਐਂਟਰਪ੍ਰੇਨਿਓਰ ਹੈ, ਸਭ ਕੁਛ ਹੈ, 2 ਬੇਟੀਆਂ ਹੈ, ਹਸਬੈਂਡ ਹੈ, ਉਹਦਾ ਬੜਾ ਕੰਮ ਹੈ, ਬਟ ਸ਼ੀ ਇਜ਼ ਡਿਪਰੈਸਡ। ਮੈਂ ਉਸਨੂੰ ਕਿਹਾ, ਉਹਦਾ ਸਾਰੀ ਉਹਨੂੰ ਗੱਲਬਾਤ ਕਰਕੇ ਉਹਨੂੰ ਖਿਲਾਇਆ ਕਿ ਤੂੰ ਇਹ ਵੀ ਏਰੀਆ ਛੱਡ ਦੇ, ਇਹ ਵੀ ਏਰੀਆ ਛੱਡ ਦੇ, ਯੂ ਆਰ ਫੁੱਲੀ ਹੈਲਦੀ, ਤੂੰ ਆਪਣੇ ਮੰਨ ਕੇ ਚੱਲ ਕਿ ਮੈਂ ਹੈਲਦੀ ਲੇਡੀ ਹੈ, ਮੈਨੂੰ ਕੁਛ ਨਹੀਂ ਆਏਗਾ। ਇੱਕ ਦਿਨ ਹੋਇਆ, 2 ਦਿਨ ਹੋਇਆ, 4th day she brought a cake। ਅੱਛਾ ਆਈ ਵਾਸ ਆਸਕ ਕਿ ਤੂੰ ਹਰ ਵੇਲੇ ਆਪਣੇ ਮੱਥੇ ਤੇ ਸ਼ਿਕਨ ਨਹੀਂ ਲੈਣੀ, ਖੁਸ਼ੀ ਰੱਖਣੀ, ਜੋ ਵੀ ਉਹਨੂੰ ਸਵੀਕਾਰ ਕਰ ਲੈਣਾ ਕਿ ਮੈਂ ਹੈਪੀ ਲੇਡੀ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਔਰ ਉਹ ਇੰਨੀ ਖੁਸ਼ ਸੀ, ਉਹਦੀਆਂ ਬੇਟੀਆਂ ਕਹਿੰਦੀ ਮੰਮੀ ਤੁਸੀਂ ਹੱਸਦੇ ਰਹਿੰਦੇ ਹਰ ਵੇਲੇ। ਦੈਟ ਵਾਈ ਉਹਦਾ ਉਹ ਏਰੀਆ ਜਿਹੜਾ ਵੀਕ ਸੀ, ਅਸੀਂ ਦੇਖਣਾ ਵੀਕਨੈਸ ਕਿੱਥੇ ਹੈ, ਅਸੀਂ ਉਸ ਏਰੀਆ ਨੂੰ ਸਟਰੈਂਥਨ ਕਰਾਂਗੇ। ਦੈਟ ਇਜ਼ ਦੀ ਕਾਜ਼ ਨੂੰ ਕਰਾਂਗੇ ਤਾਂ ਹੈਲਥ ਆਪਣੇ ਆਪ ਠੀਕ ਹੋ ਜਾਏਗੀ। ਲੇਕਿਨ ਬਾਕੀ ਪੈਤੀਆਂ ਉਹ ਹੈਲਥ 'ਤੇ ਨਹੀਂ, ਕਾਜ਼ 'ਤੇ ਨਹੀਂ ਕਰਦੀਆਂ, ਉਹ ਸਿੰਪਟਮ ਦੇਖ ਲੈਂਦੀਆਂ। ਸਿੰਪਟਮ ਦੇ ਅਸੀਂ ਕੰਮ ਨਹੀਂ ਕਰਨਾ। ਸਰ 4 ਪਿਲਰ ਤੁਸੀਂ 4 ਪਿਲਰ ਕਿਹੜੇ ਦੱਸੇ? ਇੱਕ ਸੋਸ਼ਲ ਦੱਸਿਆ ਤੁਸੀਂ, ਇੱਕ ਸਪਿਰਿਚੁਅਲ ਇੱਕ ਦੱਸਿਆ ਮੈਂ, ਫਿਜ਼ੀਕਲ ਹਾਂਜੀ, ਮੈਂਟਲ, ਸੋਸ਼ਲ ਤੇ ਸਪਿਰਿਚੁਅਲ। ਓਕੇ। ਤੇ ਫਿਜ਼ੀਕਲ ਦੇ ਵਿੱਚ ਕਿਵੇਂ ਦੇਖ, ਮਤਲਬ ਕਿ ਬੰਦੇ ਨੂੰ ਦਿਖਣ 'ਚ ਕਿਵੇਂ ਲੱਗ ਰਿਹਾ ਵੀ ਉਹ ਨਹੀਂ ਦਿਖਣ? ਉਹ ਕਹਿੰਦਾ ਜੀ ਮੈਨੂੰ ਇਹ ਬਿਮਾਰੀ ਹੈ। ਕੋਈ ਬੰਦਾ ਕਹਿੰਦਾ ਜੀ ਮੈਨੂੰ ਤੇ ਸ਼ੂਗਰ ਰਹਿੰਦੀ ਹੈ ਜੀ, ਕੋਈ ਕਹਿੰਦਾ ਮੈਨੂੰ BP ਰਹਿੰਦਾ ਜੀ, ਕੋਈ ਕਹਿੰਦਾ ਮੈਨੂੰ ਕੌਂਸਟੀਪੇਸ਼ਨ ਰਹਿੰਦੀ ਹੈ, ਕੋਈ ਕਹਿੰਦਾ ਅਸੀਂ ਕਹਿੰਦਾ ਕੌਂਸਟੀਪੇਸ਼ਨ ਦੇ ਕਾਜ਼ ਹੈ ਹੀ ਹੈ, ਉਹਦਾ ਉਹਨੂੰ ਗੜਬੜ ਹੈ, ਅਸੀਂ ਉਹਨੂੰ ਰਿਪੇਅਰ ਕਰ ਦਿਆਂਗੇ। ਕੋਈ ਕਹਿੰਦਾ ਮੈਨੂੰ ਹੁਣ ਡਾਕਟਰ ਕਹਿੰਦਾ ਕਿ BP ਦਵਾਈ, ਸ਼ੂਗਰ ਦਵਾਈ ਛੱਡਣੀ ਨਹੀਂ, ਥਾਇਰਾਇਡ ਦਵਾਈ ਛੱਡਣੀ ਨਹੀਂ, ਕਿਉਂ? ਉਹ ਸਿੰਪਟਮ ਹੈ। ਅਸੀਂ ਉਹਦਾ ਮਨ ਸਟਰੈਂਥਨ ਕਰ ਦਿੰਦੇ ਕਿ ਤੂੰ ਇਹ ਦੇਖ ਬਈ ਤੈਨੂੰ ਕੋਈ ਚੱਕਰ ਹੀ ਨਹੀਂ ਆ, ਤਾਂ ਉਸ ਕਰਕੇ ਬੰਦਾ ਠੀਕ ਹੋ ਜਾਂਦਾ। ਮਤਲਬ ਫਿਜ਼ੀਕਲ ਤੋਂ ਸਟਾਰਟ ਹੋ ਕੇ ਫਿਰ ਤੁਸੀਂ ਉਹਦਾ ਪਿੱਛੋਂ ਬੈਕਗ੍ਰਾਉਂਡ ਫਿਰ ਕਰਨਾ ਫਿਜ਼ੀਕਲ ਤੇ ਸ਼ੁਰੂ ਕਰਦੇ ਹੋ, ਹੈ ਨਾ, ਪੂਰਾ ਸਪਿਰਿਚੁਅਲ ਚੈੱਕ ਕਰਦੇ ਹੋ। ਫਿਜ਼ੀਕਲ ਤੇ ਉਹ ਦੱਸਦਾ ਹੀ ਹੈ, ਉਹ ਮਹਿਸੂਸ ਕਰਦਾ ਕਿ ਮੈਨੂੰ ਇਹ ਬਿਮਾਰੀ ਹੈ, ਉਹ ਦੱਸੇਗਾ। ਫਿਰ ਜਦੋਂ ਹਿਸਟਰੀ ਲਿਖਦੇ ਹਾਂ ਕਿ ਉਹਦਾ ਕਿਹੜਾ ਏਰੀਆ ਵੀਕ ਹੈ, ਹਾਂਜੀ ਹਾਂਜੀ, ਉਹ ਤਾਂ ਅਸੀਂ ਕਰਾਂਗੇ ਹੀ, ਉਹਦਾ ਤਾਂ ਅਸੀਂ ਕਰਨਾ ਹੈਗਾ, ਲੇਕਿਨ ਕਹਿੰਦਾ ਇਸ 'ਤੇ ਵੀ ਕੰਮ ਕਰਾਂਗੇ। ਤਾਂ ਉਸ 'ਤੇ ਅਸੀਂ ਕਰਨੇ ਹਾਂ। ਜਿਸਲੇ ਉਹਨੂੰ ਕਹਿੰਦੇ ਜੇ ਉਹ ਬੰਦਾ ਸੋਸ਼ਲੀ ਨਹੀਂ ਹੈ, ਉਹਨੂੰ ਕਹਿੰਦਾ ਬਸ 4 ਬੰਦਿਆਂ ਨੂੰ ਮਿਲਿਆ ਕਰ, ਮਹੱਲੇ 'ਚ ਜਾ ਕੇ 4 ਬੰਦੇ ਬੈਠਣਾ, ਉਹਦਾ ਜਿਹੜਾ ਥੋੜ੍ਹਾ ਜਿਹਾ ਬਰੋਡਰ ਹੁੰਦਾ, ਮਨ ਖੁੱਲ੍ਹਦਾ, ਥੋੜ੍ਹਾ ਅਸੈਪਟੇਬਲ ਹੁੰਦਾ। ਉਹਨੂੰ ਕਹਿੰਦੇ ਕਿ ਤੂੰ ਥੋੜ੍ਹੀ ਸੇਵਾ ਕਰਨੀ ਸ਼ੁਰੂ, ਕਿਸੇ ਬਿਮਾਰ ਦਾ ਹਾਲ ਹੀ ਪੁੱਛ ਲਿਆ ਕਰ, ਜਾ ਕੇ ਮਹੱਲੇ 'ਚ ਜਾ ਕੇ, ਪਤਾ ਫਲਾਣਾ ਬਿਮਾਰ, ਜਾ ਕੇ ਉਹਦਾ ਹਾਲ ਹੀ ਪੁੱਛ ਲਿਆ, ਉਹਨੂੰ ਖੁਸ਼ੀ ਹੋਏਗੀ, ਤੇਰਾ ਮਨ ਖੁਸ਼ ਹੋ ਜਾਏਗਾ। ਜੇਕਰ ਤੂੰ 4 ਦੀਵਾਰੀ ਬੈਠਾ ਰਹੇਗਾ ਤਾਂ ਤੈਨੂੰ ਖੁਸ਼ੀ ਨਹੀਂ ਮਿਲਣੀ। ਅਸੀਂ ਉਹਨੂੰ ਸੋਸ਼ਲੀ ਕਰ ਦਿੰਦੇ। ਜਿਹੜਾ ਸਪਿਰਿਚੁਅਲ 'ਚ ਨਹੀਂ, ਅਸੀਂ ਧਰਮ ਦੀ ਗੱਲ ਨਹੀਂ ਕਰਦੇ ਕਿ ਤੂੰ ਇੱਕ ਆਤਮਾ ਹੈ, ਆਪਣੀ ਆਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰ, ਬੈਠਿਆ ਕਰਕੇ। ਕਈ ਬੰਦੇ ਬੜੇ ਡਿਪਰੈਸਡ ਹੁੰਦੇ ਆ, ਤਾਂ ਉਹਨਾਂ ਵਾਸਤੇ ਮੈਡੀਟੇਸ਼ਨ ਕਰਾਉਂਦੇ ਹਾਂ। ਮੈਡੀਟੇਸ਼ਨ ਕਰਾਉਂਦੇ ਹਾਂ ਡਾਇਨਾਮਿਕ ਮੈਡੀਟੇਸ਼ਨ ਹੈ ਕਿ ਇੱਕ ਮਿਊਜ਼ਿਕ ਲਗਾਉਣਾ, ਹੌਲੀ ਹੌਲੀ ਅੱਖਾਂ ਬੰਦ ਕਰਦੇ ਨੇ, ਉਹਨੂੰ ਕਹਿੰਦਾ ਇਹਦੇ ਨਾਲ ਝੂਮੀ ਜਾ, ਝੂਮੀ ਜਾ, ਝੂਮੀ ਜਾ, ਝੂਮੀ ਜਾ, ਹੌਲੀ ਹੌਲੀ ਉਹਦੀ ਜਿਹੜੀ ਸੀ ਰੇਸ ਤੇਜ਼ ਕਰ ਦਿੰਦੇ, ਉਹਨਾਂ ਫਿਰ ਨੱਚਣਾ ਸ਼ੁਰੂ ਕਰਨਾ। ਔਰ ਕਈ ਬੰਦੇ ਤਾਂ ਰੋਣਾ ਸ਼ੁਰੂ ਕਰ ਦਿੰਦੇ ਆ, ਕਿ ਉਹ ਜਿਹੜਾ ਗਰਦੋ ਗੁਬਾਰ ਹੁੰਦਾ। ਇਹ ਯੋਗਾ 'ਚ ਵੀ ਦੇਖਿਆ ਮੈਂ, ਇੱਕ ਯੋਗਾ ਦਾ ਸੈਸ਼ਨ ਅਟੈਂਡ ਕੀਤਾ ਸੀਗਾ ਮੈਂ, ਉਹਦੇ 'ਚ ਵੀ ਇੱਦਾਂ ਦਾ ਕੁਝ ਸੀਗਾ ਨਾਲ, ਕਿ ਜਿਹਦੇ ਤੁਸੀਂ ਮਿਊਜ਼ਿਕ ਦੇ ਥਰੂ ਤੁਹਾਨੂੰ ਥੈਰੇਪੀ ਕਰਦੇ ਨੇ ਪ੍ਰੋਪਰ। ਹਾਂਜੀ, ਉਹ ਜ਼ਰੂਰੀ ਹੈ ਨਾ। ਅਸੀਂ ਤਾਂ ਅੱਜ ਲੋਕ ਜਿਹੜੇ ਨਾ ਮੋਰ ਦੈਨ 90%, ਮੋਰ ਦੈਨ 99% ਲੋਕੀ ਮਨ ਤੋਂ ਬਿਮਾਰ ਹੈ। ਫਿਜ਼ੀਕਲ ਏਲਮੈਂਟ ਤਾਂ ਹੈਗੀਆਂ, ਲੇਕਿਨ ਮਨ ਬਿਮਾਰ ਹੈ। ਇੰਨਾ ਕੁਛ ਹੋ ਗਿਆ, ਜਦੋਂ ਲੋਕ ਕੋਲ ਕੁਛ ਨਹੀਂ ਸੀ, ਭੋਲੇ ਭਾਲੇ ਸੀ, ਬਿਮਾਰੀ ਨਹੀਂ ਸੀ ਹੁੰਦੀ, ਸਿੱਧੇ ਲੋਕ ਸੀ, ਖੁੱਲ੍ਹਾ ਖਾਣਾ, ਖੁੱਲ੍ਹਾ ਪੀਣਾ, ਸਾਦੇ ਕੱਪੜੇ ਪਹਿਨੇ, ਬਿਮਾਰੀ ਹੈ ਹੀ ਨਹੀਂ ਸੀ। ਹੁਣ ਬਿਮਾਰੀਆਂ ਕਿਉਂ ਹੋਈਆਂ ਕਿ ਐਫਲੂਐਂਟ ਹੋ ਗਏ, ਇੱਕ ਦੂਜੇ ਨਾਲ ਅਨਹੈਲਦੀ ਕੰਪੀਟੀਸ਼ਨ ਹੋ ਗਿਆ, ਫਲਾਣੇ ਦੀ ਗੱਡੀ ਵੱਡੀ ਆ ਗਈ, ਮੇਰੇ ਤੋਂ ਗੱਡੀ ਛੋਟੀ ਹੈ, ਕੰਪਲੈਕਸ ਹੋ ਗਏ, ਉਹ ਬਿਮਾਰੀਆਂ। ਇਸ ਕਰਕੇ ਅਸੀਂ ਉਹ ਕਰਨਾ ਹੈ, ਉੱਥੋਂ ਕੰਮ ਸਟਾਰਟ ਹੋ ਜਾਂਦਾ। ਜਿਵੇਂ ਉਹ ਇੱਕ ਕਹਾਵਤ ਵੀ ਮੈਂ ਇੱਥੇ ਕਿਸੇ ਦਿਨ ਨਾ ਕਿਸ ਨੇ ਪੋਸਟ ਕੀਤਾ ਸੀ, ਕੋਟ ਵਿੱਚ ਲਿਖਿਆ ਹੋਇਆ ਸੀਗਾ ਕਿ ਇਟਸ ਇੰਪੋਰਟੈਂਟ ਟੂ ਨੋ ਵਟ ਸੌਰਟ ਆਫ ਪਰਸਨ ਹੈਜ਼ ਡਿਜ਼ੀਜ਼ ਦੈਨ ਵਟ ਸੌਰਟ ਆਫ ਡਿਜ਼ੀਜ਼ ਦ ਪਰਸਨ ਹੈਜ਼। ਮਤਲਬ ਬੇਸਿਕਲੀ ਆਪਾਂ ਇਹ ਕਹਿੰਦੇ ਕਿ ਆਪਾਂ ਨੂੰ ਬੰਦੇ ਨੂੰ ਦੇਖਣ ਦੀ ਲੋੜ ਹੈਗੀ ਹੈ ਕਿ ਉਹ ਬੰਦਾ ਕਿਹੋ ਜਿਹਾ ਜਿਹਨੂੰ ਪ੍ਰੋਬਲਮ ਹੈ, ਰਾਦਰ ਦੈਨ ਕਿ ਤੁਸੀਂ ਪ੍ਰੋਬਲਮ ਤੋਂ ਸਟਾਰਟ ਕਰੋ, ਰਾਈਟ। ਤੁਹਾਨੂੰ ਬੰਦਾ ਦੇਖਣ ਦੀ ਲੋੜ ਹੈ ਕਿ ਉਹਦਾ ਲਾਈਫ ਸਟਾਈਲ ਕਿੱਦਾਂ ਦਾ ਹੈਗਾ ਜਾਂ ਉਹ ਕਿਵੇਂ ਸੋਚਦਾ ਹੈ। ਇਹ ਚੀਜ਼ਾਂ ਅਸੀਂ ਨੈਚੁਰੋਪੈਥੀ ਵਿੱਚ ਕਿਸੇ ਬਿਮਾਰੀ ਦਾ ਇਲਾਜ ਹੀ ਨਹੀਂ ਕਰਦੇ, ਅਸੀਂ ਬਿਮਾਰ ਦਾ ਇਲਾਜ ਕਰਨੇ ਆ ਕਿ ਬੰਦੇ ਨੂੰ ਕਿੱਥੇ ਵੀਕਨੈਸ ਹੈਗੀ ਹੈ। 4 ਪਿਲਰ ਜਿਹੜੇ ਨਾ, 4 ਜਿਹੜੇ ਫੰਡਾਮੈਂਟਲਸ ਹਨ, ਉਹ 'ਤੇ ਸਟਰੋਂਗ ਕਰਨੇ ਆ। ਉਹਦੇ ਵਿੱਚ ਹੁੰਦਾ ਕਿ ਬੰਦੇ ਨੂੰ ਨਾ ਉਸ 'ਚੋਂ ਕੱਢਣਾ ਅਸੀਂ ਬਾਹਰ, ਅਤੇ ਜੇ ਉਸ 'ਚੋਂ ਨਿਕਲ ਗਿਆ ਤੇ ਹੀ ਇਜ਼ ਹੈਪੀ, ਉਹ ਆਪਣੇ ਆਪ ਠੀਕ ਹੋ ਜਾਂਦਾ, ਕੋਈ ਚੱਕਰ ਨਹੀਂ ਹੁੰਦਾ। ਕਿਉਂਕਿ ਬਾਡੀ ਦੇਖੋ ਨਾ, ਹਾਂਜੀ ਬੋਲੋ ਸਰ। ਹਾਂਜੀ, ਕਿਉਂ ਦੇਖੋ ਜਿੰਨੇ ਜੀਵ ਜੰਤੂ ਆ ਉਹ ਕਿਉਂ ਠੀਕ ਰਹਿੰਦੇ ਆ?
ਹਾਂ ਕਿਉਂ ਨੇਚਰ ਨਾਲ ਜੁੜੇ ਹੋਏ ਆ। ਹਾਂਜੀ ਉਹ ਸ਼ਾਮ ਨੂੰ ਸੌਂ ਜਾਂਦੇ, ਸਵੇਰੇ ਉੱਠਦੇ ਆ। ਅਸੀਂ ਕੰਪਲੈਕਸ ਹਾਂ। ਰਾਤ ਵਾਰ ਰਾਤੀ ਕ੍ਰਿਕਟ ਮੈਚ ਹੁੰਦੇ ਆ। ਇਹ ਕੋਈ ਗੱਲ ਥੋੜ੍ਹੀ ਹੈ ਕਿ ਦਿਨੇ ਸੂਰਜ 'ਚ ਖੇਲੋ। ਹੁਣ ਰਾਤੀ ਲਾਈਟਾਂ ਹੀ ਇੰਨੀਆਂ ਕਰਤੀਆਂ ਕਿ ਰਾਤ ਨੂੰ ਮੈਚ ਹੋ ਰਿਹਾ। ਹੁਣ ਮੈਂ ਲਾਸ ਵੇਗਾਸ ਗਿਆ ਸੀ, ਉੱਥੇ ਰਾਤੀ ਇੰਨੀ ਲਾਈਟ ਹੈ, ਪੰਛੀ ਵਿਚਾਰੇ ਚੀਖਦੇ ਪਏ ਆ, ਉਹਨਾਂ ਨੂੰ ਪਤਾ ਨਹੀਂ ਲੱਗਾ ਰਾਤ ਆ ਕਿ ਦਿਨ ਹੈ। ਉਹਨਾਂ ਦੇ ਕੰਨ ਹੀ ਖਰਾਬ ਹੋ ਗਿਆ, ਉਹਦੀ ਹੈਬਿਟ, ਕਿਉਂਕਿ ਉਹ ਰਾਤੀ ਸੌਣਾ ਚਾਹੁੰਦਾ, ਲਾਈਟ ਹੀ ਇੰਨੀ ਹੁੰਦੀ ਹੈ। ਉਹਨਾਂ ਨੈਚੁਰਲ ਪ੍ਰੋਸੈਸ ਆਪਾਂ ਆਪਣਾ ਖਰਾਬ ਕਰ ਲੈਂਦੇ ਆ, ਉਹਦੇ ਕਰਕੇ ਹੀ ਬਹੁਤ ਸਾਰੀਆਂ ਜਿਹੜੀਆਂ ਆਪਣੀ ਬਿਮਾਰੀਆਂ ਨੇ ਉਹ ਪ੍ਰੋਡਿਊਸ ਹੁੰਦੀਆਂ ਨੇ ਉਸ ਰੀਜ਼ਨ ਕਰਕੇ। ਯੈਸ, ਕਿਉਂਕਿ ਜਿਹੜੇ ਪੰਛੀ ਰਹਿੰਦੇ ਉਹਨਾਂ ਨੂੰ ਰਾਤ ਚਾਹੀਦੀ, ਹਨੇਰਾ ਚਾਹੀਦਾ। ਉੱਥੇ ਲਾਈਟ ਹੀ ਇੰਨੀ ਆ। ਉਹ ਜਿਹੜੇ ਉੱਥੇ ਘੁਰਨੇ ਬਣਾਏ, ਉੱਥੇ ਪੰਛੀ ਬੈਠੇ ਆ, ਰਾਤ ਲਾਈਟ ਉਹ ਵਿਚਾਰੇ ਚੀਖੀ ਜਾਂਦੇ। ਦਿਨੇ ਨਹੀਂ ਸੌਂ ਸਕਦੇ, ਰਾਤੀ ਨਹੀਂ ਸੌਂ ਸਕਦੇ, ਦੇ ਬਿਕਮ ਮੈਡ। ਤਾਂ ਅਸੀਂ ਨੇਚਰ ਨੂੰ ਇੰਨਾ ਡਿਸਟਰੋਏ ਕਰਤਾ ਹੈ, ਨੇਚਰ 'ਚ ਰਹੀ ਨਹੀਂ। ਅਸੀਂ ਨੇਚਰ ਦੇ ਨਾਲ ਜਾਣਾ, ਨਾਲ ਆਪਾਂ ਉਹਦੇ ਨਾਲ ਪੈਰਲਲ ਚੱਲਾਂਗੇ ਤਾਂ ਆਪਾਂ ਸਵਸਥ ਰਵਾਂਗੇ। ਅਦਰਵਾਈਜ਼ ਉਹਦੇ ਅਗੇਂਸਟ ਚੱਲਾਂਗੇ ਤਾਂ ਕੁਛ ਨਾ ਕੁਛ ਕਿਤੇ ਨਾ ਕਿਤੇ ਉਹਦਾ ਇੰਪੈਕਟ ਆਏਗਾ ਤੇ ਬਿਮਾਰੀਆਂ ਕਿਤੇ ਨਾ ਕਿਤੇ ਪ੍ਰੋਡਿਊਸ ਹੋਣਗੀਆਂ। ਹਾਂ, ਇਹ ਲਿਖਿਆ ਨਾ, ਪ੍ਰਕਿਰਤੀ ਸੇ ਦੂਰ ਵਿਕ੍ਰਿਤੀ ਹੈ। ਜਦੋਂ ਨੇਚਰ ਨਾਲ ਨਹੀਂ ਜੁੜਾਂਗੇ ਤਾਂ ਅਸੀਂ ਟੁੱਟ ਜਾਵਾਂਗੇ। ਵਿਕ੍ਰਿਤੀ ਹੁੰਦੀ ਹੈ ਜਿਸ 'ਚ ਕਈ ਰੋਗ ਆਉਂਦੇ ਆ। ਤਾਂ ਅਸੀਂ ਪ੍ਰਕਿਰਤੀ, ਹੁਣ ਦੇਖੋ, ਹੁਣ ਮੈਨੂੰ ਕੈਨੇਡਾ ਦਾ ਤਾਂ ਪਤਾ ਨਹੀਂ, ਸਾਡੇ ਸੀਜ਼ਨ ਆਉਂਦੇ ਆ, ਰਿਤੂ ਚਰਿਆ ਪੜ੍ਹਾਉਂਦੇ ਆ। ਗਰਮੀ ਆਈ ਤਾਂ ਗਰਮੀਆਂ ਵਾਲੇ ਫਲ ਸਬਜ਼ੀਆਂ ਖਾਓ, ਸਰਦੀ ਆਈ ਤਾਂ ਸਰਦੀਆਂ ਵਾਲੇ ਖਾਓ, ਮੋਟੇ ਕੱਪੜੇ ਪਾਓ, ਸਰਦੀ 'ਚ ਜਾਓ, ਗਰਮੀ ਆਈ ਤਾਂ ਹਲਕੇ ਕੱਪੜੇ, ਕਾਟਨ ਦੇ ਕੱਪੜੇ ਪਾਓ, ਤਾਂ ਕਿ ਤੁਹਾਡੇ ਅੰਦਰ ਹਵਾ ਜਾਂਦੀ ਰਹੇ, ਤੁਹਾਡਾ ਜਿਹੜਾ ਬਦਨ ਠੰਡਾ ਰਹੇ, ਤਾਂ ਠੀਕ ਕਰੋਗੇ। ਅਤੇ ਨੇਚਰ ਦੇ ਡਿਸਿਪਲਿਨ ਨੂੰ ਅਸੀਂ ਮੰਨਣਾ। ਦੇਖੋ, ਨੇਚਰ ਦਾ ਇੱਕ ਡਿਸਿਪਲਿਨ ਹੈ, ਉਹ ਆਪਣਾ ਇੱਕ ਸਰਕਲ ਚੱਲਦਾ ਉਹਦਾ। ਸੂਰਜ ਕਿੰਨੇ ਵਜੇ ਚੜ੍ਹਨਾ, ਉਹਨੂੰ ਛਿਪਣਾ। ਲੇਕਿਨ ਜਿਸਲੇ ਪਲਟਾ ਪੈਂਦਾ, ਹੁਣ ਦਕਸ਼ਿਆਂਸ਼ 'ਚ ਚੱਲਿਆ, ਸੂਰਜ ਦੂਰ ਚਲੇ ਜਾਣਾ, ਅਤੇ ਇੱਧਰ ਰਾਤਾਂ ਲੰਬੀਆਂ ਹੋਈਆਂ। ਹੁਣ ਇੱਥੇ ਰਾਤਾਂ ਛੋਟੀਆਂ, ਦਿਨ ਲੰਬੇ ਆ। ਤਾਂ ਉਹ ਆਪਣੀ ਗਤੀ, ਉਹਦੀ ਰਿਦਮ ਹੈ, ਸਰਕਾਡੀਅਨ ਰਿਦਮ ਜਿਹੜੀ, ਉਹ ਆਪਣੀ ਰਿਦਮ 'ਚ ਹੈ। ਜਿਸਲੇ ਉਹਦੀ ਰਿਦਮ ਮਾੜੀ ਜਿਹੀ ਹਲਕੀ ਫਰਕ ਪਏ ਨਾ, ਤਾਂ ਇੱਕਦਮ ਤਹਿਸ ਨਹਿਸ ਹੋ ਜਾਂਦਾ। ਅਤੇ ਉਹਦੀ ਰਿਦਮ ਤਾਂ ਠੀਕ ਹੈ, ਲੇਕਿਨ ਸਾਡੀ ਜਿਹੜੀ ਰਿਦਮ ਹੈ ਨਾ, ਵੀ ਹੈਵ ਡਿਸਟਰੋਇਡ ਦੈਟ। ਅਸੀਂ ਉਸਦਾ ਡਿਸਿਪਲਿਨ ਨਹੀਂ ਮੰਨਦੇ ਪਏ। ਦੈਟ ਇਜ਼ ਦੀ ਪ੍ਰੋਬਲਮ। ਉਹ ਸਾਡੀ ਜੜ ਹੈ। ਮਤਲਬ ਜਿਹੜੀ ਇਹ ਸਾਰੀ ਪ੍ਰੋਬਲਮ, ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਇਹ ਡਿਜ਼ੀਜ਼ ਮੋਸਟਲੀ ਉੱਥੋਂ ਹੀ ਸ਼ੁਰੂ ਹੁੰਦੇ ਨੇ, ਉੱਥੋਂ ਹੀ। ਸਰ, ਇੱਕ ਨਾ ਬੜੀ, ਮੈਂ ਜਦ ਵੀ ਨੈਚੁਰੋਪੈਥੀ ਬਾਰੇ ਸੋਚਦੀ ਹਾਂ ਨਾ, ਇੱਕ ਟਰਮ ਬਾਰ-ਬਾਰ ਆਉਂਦੀ ਹੈ ਜਿਹਨੂੰ ਡੀਟੌਕਸੀਫਿਕੇਸ਼ਨ ਕਹਿੰਦੇ ਆਪਾਂ, ਹੈ ਨਾ। ਅਤੇ ਹਰੇਕ ਚੀਜ਼ ਦੇ ਵਿੱਚ ਮੈਂ ਸੁਣਿਆ ਕਿ ਇਹ ਪ੍ਰੋਸੈਸ ਬਹੁਤ ਯੂਜ਼ ਕੀਤਾ ਜਾਂਦਾ ਨੈਚੁਰੋਪੈਥੀ 'ਚ, ਡੀਟੌਕਸੀਫਿਕੇਸ਼ਨ ਦਾ, ਰਾਈਟ। ਅਤੇ ਇਹ ਵੱਡੇ ਫਿਲਮ ਸਟਾਰ ਵੀ ਅਸੀਂ ਸੁਣਦੇ ਹਾਂ ਕਿ ਉਹ ਡੀਟੌਕਸੀਫਾਈ ਕਰਨ ਜੀ ਮੌਰੀਸ਼ੀਅਸ ਗਏ ਹੋਏ ਨੇ, ਜਾਂ ਬਾਹਰਲੀ ਕੰਟਰੀਆਂ 'ਚ ਜਾ ਕੇ ਆਪਣੀ ਡੀਟੌਕਸੀਫਿਕੇਸ਼ਨ ਕਰਵਾ ਕੇ ਆਏ ਨੇ ਉਹ। ਅਤੇ ਇਹ ਕੀ ਪ੍ਰੋਸੈਸ ਕੀ ਹੁੰਦਾ ਸਰ, ਡੀਟੌਕਸੀਫਿਕੇਸ਼ਨ ਪ੍ਰੋਸੈਸ ਹੈ ਨਾ? ਸਾਡਾ ਮੰਨਣਾ ਅਕਿਊਮੂਲੇਸ਼ਨ ਆਫ ਟੌਕਸਿਕ ਫਿਲਥ ਇਨ ਦੀ ਬੋਡੀ ਇਜ਼ ਰੂਟ ਕਾਜ਼ ਆਫ ਦੀ ਪ੍ਰੋਬਲਮ। ਜਿੰਨੀਆਂ ਪ੍ਰੋਬਲਮ ਦਾ ਜੜ ਆ ਨਾ, ਉਹ ਟੌਕਸਿਨ ਹੈ। ਓਕੇ, ਅਸੀਂ ਜੋ ਖਾਈਏ ਸਾਨੂੰ ਹਜ਼ਮ ਹੋ ਜਾਏ, ਉਹਦਾ ਜੋ ਜੂਸਿਸ ਹੈ, ਨਿਊਟ੍ਰੈਂਟ ਹੈ, ਸਾਡੀ ਬੋਡੀ 'ਚ ਸਿਮੂਲੇਟ ਹੋ ਜਾਣ, ਔਰ ਜਿਹੜਾ ਵੇਸਟ ਮਟੀਰੀਅਲ ਉਹ ਬਾਹਰ ਚਲੇ ਜਾਏ, ਤਾਂ ਕੋਈ ਦਿੱਕਤ ਹੀ ਨਹੀਂ। ਲੇਕਿਨ ਹੁੰਦਾ ਕਿ ਜਿਹੜਾ ਵੇਸਟ ਮਟੀਰੀਅਲ ਬਾਹਰ ਜਾਣਾ ਹੁੰਦਾ, 20 ਤੋਂ 22 ਘੰਟੇ ਬਾਹਰ ਨਿਕਲ ਜਾਣਾ ਚਾਹੀਦਾ, ਲੇਕਿਨ ਉਹ ਅੰਦਰ ਅਕਿਊਮੂਲੇਟ ਹੁੰਦਾ ਕਿਉਂਕਿ ਅਸੀਂ ਬਾਰ-ਬਾਰ ਖਾਈ ਜਾਂਦੇ ਹਾਂ। ਜਦੋਂ ਖਾਓਗੇ ਤੁਹਾਡਾ ਪ੍ਰੋਸੈਸ ਡਾਈਜੈਸ਼ਨ ਸ਼ੁਰੂ ਹੋ ਜਾਏਗਾ, ਐਕਸਕ੍ਰੀਸ਼ਨ ਨਾਲ ਬਲੌਕ ਹੋ ਜਾਏਗਾ। ਔਰ ਜਿਹੜਾ ਮਲ ਹੈ, ਜਿਹੜਾ ਅਨਵਾਂਟਡ ਮਟੀਰੀਅਲ ਹੈ, ਜਿਹਨੂੰ ਫੋਰਨ ਮੈਟਰ ਕਹਿੰਦਾ, ਉਹ ਜ਼ਿਆਦਾ ਦੇਰ ਤੱਕ ਅੰਦਰ ਸਟਾਕ ਕਰਦਾ, ਉਹਦੇ 'ਚ ਫਿਰ ਕੀ ਹੁੰਦਾ, ਉਹ 'ਚ ਟੌਕਸਿਨ ਪੈਦਾ ਸ਼ੁਰੂ ਹੋ ਜਾਂਦੇ ਆ। ਓਕੇ, ਤੁਸੀਂ ਇੱਕ ਡਸਟਬਿਨ ਹੈ, ਅਗਰ ਤੁਸੀਂ ਰੋਜ਼ ਬਾਹਰ ਕੱਢਦੇ ਕੋਈ ਗੱਲ, ਹਫ਼ਤਾ ਭਰ ਅੰਦਰ ਰੱਖੋ, ਬਦਬੂ ਫੈਲ ਜਾਏਗੀ, ਕੀੜੇ ਪੈ ਜਾਣਗੇ ਉਹਦੇ 'ਚ, ਜਰਮਸ ਆ ਜਾਣਗੇ। ਸਿਮਿਲਰ ਇੰਟੈਸਟਾਈਨ ਦਾ ਕੰਮ ਹੈ। ਇੰਟੈਸਟਾਈਨ ਅਗਰ ਸਾਡੀ ਪ੍ਰੋਪਰਲੀ ਸਾਫ਼ ਹੋ ਜਾਏ, ਕੋਈ ਦਿੱਕਤ ਨਹੀਂ ਆਉਂਦੀ। ਉਹ ਡੀਟੌਕਸ ਕਰਾਉਣ ਜਾਂਦੇ ਆ, ਇਸ ਕਰਕੇ ਸਾਡਾ ਡੀਟੌਕਸ ਦਾ ਕੀ ਮਤਲਬ ਹੈ ਕਿ ਥੋੜ੍ਹਾ ਉਪਵਾਸ ਕਰੋ, ਮੂੰਹ ਨੂੰ ਬੰਦ ਰੱਖੋ, ਬਾਡੀ ਨੂੰ ਕੰਮ ਕਰਨ ਦਿਓ। ਜਿਸਲੇ ਉਹ ਸਾਡੇ ਅੰਦਰ ਜਿਹੜੀ ਇੱਕ ਵਾਈਟਲ ਫੋਰਸ ਹੈ, ਜੀਵਨੀ ਸ਼ਕਤੀ ਹੈ, ਜਦੋਂ ਉਹਨੂੰ ਖਾਣ ਨੂੰ ਕੁਛ ਨਹੀਂ ਦਿਓਗੇ, ਉਹ ਦੇਖੇਗਾ ਅੰਦਰ ਗੰਦਗੀ ਕਿੱਥੇ ਕਿੱਥੇ ਹੈ, ਉਹ ਆਪਣੇ ਆਪ ਹੀ ਬਾਹਰ ਕੱਢੇਗੀ। ਹੋ ਸਕਦਾ ਉਸਲੇ ਤੁਹਾਨੂੰ ਵੋਮਿਟਿੰਗ ਸ਼ੁਰੂ ਹੋ ਜਾਏ, ਲੂਜ਼ ਮੋਸ਼ਨ ਸ਼ੁਰੂ ਹੋ ਜਾਏ, ਕੁਛ ਵੀ ਹੋ ਜਾਏ, ਤੁਸੀਂ ਸਿਰਫ ਪਾਣੀ ਪੀਣਾ ਤਾਂ ਡੀਟੌਕਸ ਹੋਣਾ ਸ਼ੁਰੂ ਹੋ ਜਾਂਦਾ। ਥੋੜ੍ਹਾ ਸਾਡਾ ਹੁੰਦਾ ਕਿ ਅਸੀਂ ਡੀਟੌਕਸ ਵਾਸਤੇ ਅਨੀਮਾ ਦੇ ਦਿੰਦੇ, ਅਸੀਂ ਦਵਾਈ ਕੋਈ ਨਹੀਂ ਦਿੰਦੇ। ਉਸ ਰਸਤੇ ਜਿਹੜਾ ਬਲੌਕ ਕੀਤਾ ਆ, ਉਸ ਨੂੰ ਅਸੀਂ ਥੋੜ੍ਹਾ ਜਿਹਾ ਪੈਸੇ ਦੇ ਕੇ ਬਾਹਰ ਕੱਢ ਦਿੰਦੇ ਗੰਦਗੀ। ਉਹਨੂੰ ਕਹਿੰਦੇ ਪਾਣੀ ਲੈ ਲੈ, ਨਿੰਬੂ। ਫਾਸਟਿੰਗ ਨੂੰ ਹੀ ਡੀਟੌਕਸੀਫਿਕੇਸ਼ਨ ਕਹਿੰਦੇ ਆ ਕਿ ਉਹ ਕ੍ਰਾਈਟੇਰੀਆ ਹੈਗਾ। ਆਕਾਸ਼ ਤੱਤ ਜਿਹੜਾ ਸਾਡੇ ਅੰਦਰ ਕੀ ਅਸੀਂ ਕਹਿੰਦੇ ਗਲ ਤੱਕ ਭਰੇ ਪਏ ਆ ਜੀ, ਖਾਧਾ ਹੀ ਬੜਾ ਗਿਆ। ਅਸੀਂ ਕਹਿੰਦੇ ਜਦੋਂ ਖਾਣਾ ਤਾਂ ਸਟਮਕ ਨੂੰ ਅੱਧਾ ਖਾਣੇ ਨਾਲ ਭਰ ਲਓ, ਬਾਕੀ ਅੱਧਾ ਛੱਡ ਦਿਓ। ਉਹਦੇ 'ਚ ਅੱਧੇ ਵਾਸਤੇ ਪਾਣੀ ਆਏਗਾ ਔਰ ਅੱਧਾ ਫਿਰ ਵੀ ਖੁੱਲ੍ਹਾ, ਕਿਉਂਕਿ ਉਹ ਫਿਰ ਸਾਡੀ ਪੈਰਾਸਿਟਿਕ ਮੂਵਮੈਂਟ ਐਸਾ ਚੱਲਦਾ ਸਾਡਾ। ਐਸਾ ਨਹੀਂ ਹੈ ਜਦੋਂ ਭਾਰੀ ਦੇਂਗੇ ਤਾਂ ਉਹ ਚੱਲਦਾ ਹੀ ਨਹੀਂ, ਐਸਾ ਰਹੇਗਾ ਸਟਮਕ ਸਾਡਾ, ਤਾਂ ਡਾਈਜੈਸ਼ਨ ਹੋਏਗੀ। ਉੱਤੋਂ ਹੋਰ ਆ ਗਿਆ ਤਾਂ ਪ੍ਰੋਸੈਸ ਸਾਰਾ ਸਟਕ ਹੋ ਜਾਂਦਾ। ਸਿੰਪਲ ਜੀ ਤੁਹਾਡੀ ਮਤਲਬ ਐਗਜ਼ਾਮਪਲ ਹੈ, ਅਗਰ ਮਿਕਸੀ ਨੂੰ ਪੂਰਾ ਭਰ ਦਿਓ, ਉਹ ਚੱਲਦੀ ਹੋ ਨਹੀਂ,
चलती नहीं हैगी, गूं गूं करी मिक्स नहीं करेगी। अगर थोड़ा भरोगा तो एक ਚੱਕਰ ਵੀ ਸਾਰਾ ਕੋਈ ਮਲੀਆ ਮੇਟ ਕਰ ਦੇਗੀ, ਬਾਹਰ ਨਿਕਲ ਜਾਏਗਾ। ਸਿਮਿਲਰ ਸਾਡਾ ਅਸੀਂ ਖਾਣਾ ਅਗਰ ਉੱਥੇ ਖਾਈਏ, ਸਾਨੂੰ ਖਾਣਾ ਉਦੋਂ ਖਾਣਾ ਚਾਹੀਦਾ ਹੈ ਜਦੋਂ ਕੀਨ ਹੰਗਰ ਹੋਏ। ਅਗਰ ਕੀਨ ਹੰਗਰ ਨਹੀਂ ਹੈ, ਯੂ ਹੈਵ ਨੋ ਰਾਈਟ ਟੂ ਈਟ। ਮੈਂ ਰਾਈਟ ਦੀ ਗੱਲ ਕਰਾਂ, ਤੁਹਾਨੂੰ ਖਾਣਾ ਖਾਣ ਦਾ ਅਧਿਕਾਰ ਹੀ ਨਹੀਂ ਹੈ, ਲੇਕਿਨ ਅਸੀਂ ਤਾਂ ਟਾਈਮ ਦੀ ਖਾ ਲੈਂਦੇ ਹਾਂ। ਹੁਣ ਤੇ ਬ੍ਰੇਕਫਾਸਟ ਦਾ ਟਾਈਮ ਹੋ ਗਿਆ, ਬੱਜਾ ਬਜਾਏ ਬ੍ਰੇਕਫਾਸਟ ਹੈ ਕੀ ਖਾਣਾ, ਉਸ ਤੋਂ ਬਾਅਦ ਤੁਹਾਡਾ ਫਿਰ ਲੰਚ ਦਾ ਟਾਈਮ ਹੈ, ਤੁਸੀਂ ਉਹ ਇੱਕ ਰੋਟੀ ਖਾਣੀ, ਦੋ ਖਾਣੀ ਤਾਂ ਵੀ ਖਾ ਲੈਣੀ ਹੈ, ਫਿਰ ਉਹਦੇ ਬਾਅਦ ਸ਼ਾਮ ਨੂੰ ਡਿਨਰ ਦਾ ਟਾਈਮ ਉਹ ਵੀ ਖਾ ਲੈਣਾ। ਤਾਂ ਪੰਜਾਬ 'ਚੋਂ ਰਾਤੀ ਦੁੱਧ ਵੀ ਪੀਣਾ, ਉਹੀ ਪੀ ਲੈਣ, ਲੇਕਿਨ ਹਾਊ ਮਚ ਫੂਡ ਵੀ ਨੀਡ। ਨਹੀਂ ਸਰ, ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਮੋਸਟਲੀ ਮੈਂ ਇਹ ਕਹਿੰਦੇ ਸੁਣਿਆ ਕਿ ਆਪਣੇ ਬੋਡੀ ਦੀ ਨਾ ਬਾਇਓਲੋਜੀਕਲ ਕਲੌਕ ਵੀ ਹੁੰਦੀ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਜੇ ਤੁਸੀਂ 3 ਵਾਰ ਰੋਟੀ ਖਾਂਦੇ ਹੋ, ਤੁਹਾਨੂੰ ਉਸੇ ਟਾਈਮ ਤੇ ਖਾਣੀ ਚਾਹੀਦੀ ਹੈ ਬਾਰ-ਬਾਰ, ਤਾਂ ਕਿ ਤੁਹਾਡੇ ਬੋਡੀ ਜਿਹੜੀ ਹੈਗੀ ਉਹਨੂੰ ਡਾਈਜੈਸਟ ਕਰਨ ਵਾਸਤੇ ਐਂਜ਼ਾਈਮਸ ਰਿਲੀਜ਼ ਕਰਦੀ ਹੈ। ਉਹਦਾ ਵੀ ਇੱਕ ਪੀਰੀਅਡ ਪਹਿਲਾਂ ਤੋਂ ਹੀ ਡਿਫਾਈਨਡ ਹੁੰਦਾ ਵੀ ਜੇ ਤੁਸੀਂ ਇੱਕ ਪਰਟੀਕੂਲਰ ਟਾਈਮ ਤੇ ਖਾਂਦੇ ਹੋ, ਤੇ ਭਾਵੇਂ ਦੀ ਕਹਿੰਦੇ ਭੁੱਖ ਹੋਏ ਨਾ ਹੋਏ ਤੁਹਾਨੂੰ ਖਾਣਾ ਜ਼ਰੂਰ ਚਾਹੀਦਾ ਥੋੜਾ ਉਸ ਟਾਈਮ ਤੇ। ਕੀ ਇਹ ਮਿਥ ਹੈ? ਇਹ ਗੱਲ ਸਹੀ ਹੈ ਕਿ ਇਹ ਗੱਲ ਇਹ ਮਿਥ ਹੈ? ਓਕੇ, ਇਹ ਗਲਤ ਹੈ, ਕਿਉਂਕਿ ਬੋਡੀ ਦੇਖੋ ਫੂਡ ਦਾ ਰੋਲ ਕੀ ਹੈ। ਫੂਡ ਦਾ ਰੋਲ ਹੈ, ਇੱਕ ਹੈਗਾ ਗਰੋਥ, ਮੇਨਟੇਨੈਂਸ ਐਂਡ ਰਿਪੇਅਰ ਦੇ ਵੀਅਰ ਐਂਡ ਟੀਅਰ ਅਕਰਿੰਗ ਔਨ ਡੇ ਟੂ ਡੇ ਬੇਸਿਸ। ਗਰੋਥ ਪੀਰੀਅਡ ਸਾਡਾ ਸਭ ਦਾ ਓਵਰ ਹੋ ਚੁੱਕਾ। ਬੱਚੇ ਨੂੰ ਗਰੋ ਕਰਨਾ ਹੁੰਦਾ, ਅਸੀਂ ਰਿਚ ਫੂਡ ਦਿੰਦੇ ਹਾਂ, ਇਹਨੂੰ ਹੋਰ ਖਾਣਾ ਦਿਓ ਤਾਂ ਕਿ ਉਹਨੇ ਵਧਣਾ ਜੇ, ਉਹਦੇ ਅੰਗ ਬਣਨੇ ਆ। ਕਿੰਨੇ ਏਜ ਤੱਕ ਸਰ? ਮੈਂ ਇੱਕ ਵੇ ਤੇ ਨਾਲ ਪੁੱਛਦੀ, ਦੇਖੋ ਸਾਡਾ ਛੋਟੇ ਬੱਚੇ ਨੂੰ ਛੋਟੇ ਬੱਚੇ ਨੂੰ ਖਿਲਾਉਂਦੇ ਹਾਂ 11 ਸਾਲ 12 ਸਾਲ, ਜਿਸ ਉਹ ਸਾਡਾ ਗਰੋ ਕਰਦਾ, ਯੂਥ 'ਚ ਆਉਂਦਾ, ਅਡੋਲਸੈਂਟ ਏਜ, ਫਿਰ ਉਹਦੀ ਯੂਥ ਆ ਜਾਂਦਾ, ਉਹਲੇ 20-21 ਸਾਲ 'ਚ ਗਰੋ ਕਰ ਜਾਂਦਾ ਜਿੰਨਾ ਕਦ ਲੈਣਾ। ਐਟ ਦੈਟ ਟਾਈਮ ਵੀ ਸ਼ੁੱਡ ਸਟਾਪ ਦਿਸ, ਕਿਉਂ ਉਹਨੇ ਜ਼ਿਆਦਾ ਹੈਵੀ ਖਾਣਾ, ਹੁਣ ਉਹਨੂੰ ਖਾਣਾ ਉਹ ਦਈਏ ਜਿਹੜੀ ਇਹਦੀ ਬੋਡੀ ਮੇਨਟੇਨ ਕਰਦਾ ਰਹੇ ਜਿੰਨੀ ਰਿਕੁਆਇਰਮੈਂਟ ਹੈ। ਜਦੋਂ ਓਵਰ ਦੇਵਾਂਗੇ ਤਾਂ ਓਵਰ ਕਿੱਥੇ ਜਾਏਗਾ? ਗਰੋਥ ਹੋ ਗਿਆ ਹੁਣ। ਨੋ, ਮੇਨਟੇਨ ਦੈਟ ਬੋਡੀ ਐਂਡ ਰਿਪੇਅਰ ਦੀ ਵੀਅਰ ਐਂਡ ਟੀਅਰ ਅਕਰਿੰਗ ਔਨ ਡੇ ਟੂ ਡੇ ਬੇਸਿਸ। ਸਾਡੀ ਬਾਡੀ ਵਿੱਚ ਕੁਛ ਨਾ ਕੁਛ ਟੁੱਟ ਫੁੱਟ ਰੋਜ਼ ਹੁੰਦੀ ਹੈ, ਅਸੀਂ ਉਹਨੂੰ ਰਿਪੇਅਰ ਕਰਨ ਵਾਸਤੇ ਔਰ ਬਾਡੀ ਨੂੰ ਮੇਨਟੇਨ ਕਰਨ ਵਾਸਤੇ ਖਾਣਾ ਗਰੋਥ ਵਾਸਤੇ ਨਹੀਂ ਖਾਣਾ। तो उस करके जे असीं पहला मिथ लाई है कि इन्ने बजे नाश्ता करना और एच मैं ब्रैड टोस्ट लेना, आमलेट लेना, ये लेना, तो अब बॉडी तो मंगती नहीं पई। पहला फंडामेंटल है तुहानूं कीन हंगर होनी चाहिए है, कीन हंगर नहीं, कीन हंगर होनी। बॉडी मंगदे मैनूं खाना दिओ, तो बॉडी तो मंगती नहीं। तुसीं नोटिस करके देखो ब्रैकफास्ट का टाइम हो गया लेकिन बॉडी नहीं मंगती पई। अगर तुसीं इस तरह रहोगे तो की होएगा? वो खाना फिर अंदर, क्योंकि पहले ही तुहाडा अंदर भरिया पिया, वो फिर स्पॉइल ਹੁੰਦਾ ਰਹੇਗਾ, ਪੋਲੂਟ ਹੁੰਦਾ ਰਹੇਗਾ, ਦੈਟ ਕ੍ਰੀਏਟਸ ਅ ਪ੍ਰੋਬਲਮ। ਤੇ ਓਵਰ ਦਾ ਟਾਈਮ ਜਦੋਂ ਆਪਾਂ ਮਿਡਲ ਏਜ ਤੋਂ ਬਾਹਰ ਵੀ ਨਿਕਲ ਜਾਂਦੇ ਹਾਂ, ਜਦੋਂ ਆਪਾਂ ਲੈਟਸ ਸੇ ਕਿ 35-40 ਸਾਲਾਂ ਤੱਕ ਪਹੁੰਚ ਗਏ, ਆਪਾਂ ਇਦਾਂ ਹੀ ਮੇਨਟੇਨੈਂਸ ਦੇ ਨਾਲ ਚੱਲਦੇ ਰਹੇ, ਹੌਲੀ ਥੋੜਾ ਖਾ ਕੇ ਫੂਡ, ਤੇ ਬਿਯੋਂਡ ਉਤੋਂ ਇਦਾਂ ਵੀ ਹੁੰਦਾ ਕਿ 40 ਈਅਰ ਪਲੱਸ ਆਪਾਂ ਨੂੰ ਹੋਰ ਘਟਾਉਣਾ ਚਾਹੀਦਾ, ਫਿਰ 60 ਈਅਰਸ ਤੇ ਆ ਕੇ ਹੋਰ ਘਟਾਉਣਾ ਚਾਹੀਦਾ ਹੈ ਖਾਣਾ। ਓਵਰ ਦਾ ਪੀਰੀਅਡ ਮਤਲਬ ਆਪਾਂ ਨੂੰ ਘੱਟ ਕਰਦੇ ਰਹਿਣਾ ਚਾਹੀਦਾ ਹੈ, ਆਪਣਾ ਫੂਡ ਇਨਟੇਕ ਘੱਟ ਦੇਣਾ ਚਾਹੀਦਾ ਹੈ। ਹਾਂ, ਉਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਆਪਣਾ ਦੇਖਣਾ ਸਾਡਾ ਨੇਚਰ ਵਰਕ ਕੀ ਹੈ। अगर हैवी वर्क करता, मजदूर करता, तो उन्हें तो खाना ही पैना, वो वेट ईयर बहुत होंगी है। असी घर च बैठे रहना, साडा तां ना मूवमेंट है ना कुछ, सानू वेट ईयर होनी कोई, दैन वी हैव टू टेक थोड़ा खाना अच्छा लाइव फूड खाना चाहिए। हुण मैं तो उत्थे सीजनल बस असीं कहना सीजनल, रीजनल एंड ओरिजिनल, जिस शेप च उस शेप च खाना चाहिए। जिहड़ी चीज़ मैं नहीं कहता कनक के दाने तो खा लो, वो तो सॉफ्ट करना पेगा, लेकिन फल सब्जी जिहड़ी कच्ची खा सकते हैं उन्होंने ओरिजिनल च खाना चाहिए, क्योंकि जिली डाइजैसट होएगी, उसका जिन्ना भी न्यूट्रिशन है वो तो मिल जाएगा। बट अगर असी उन्होंने ओवर कुक कर देंगे, सब कुछ स्पॉइल कर देंगे, दैन की होंगे असी वो वेस्ट मटीरियल खा रहे हैं, न्यूट्रिशन से मारती उन्होंने। जे तुसीं देखो मैं कहना कि प्रेफर ये करना चाहिए कि आप बिना कुक कीते खाइए जिथे तक हो सके, जेड़ा खा सकते हो, जेड़ा खा सकते हो, जेड़ा नहीं उन्हें थोड़ा सॉटे कर लो ताकि वो जूसिस ना मर जाए। उन्होंने असीं घीया भी खाने, घीया बिल्कुल पतला कर दें, नो, घीए थोड़ा कट लो, सॉफ्ट करो तो खा लो। ਹੁਣ ਅਸੀਂ ਕੱਚਾ ਘੀਆ ਕਿਸੇ ਨੇ ਖਾਧਾ ਨਹੀਂ, ਕੱਚਾ ਘੀਆ ਖਾ ਕੇ ਦੇਖੋ ਬੜਾ ਮਜ਼ਾ ਆਉਂਦਾ, ਖੀਰੇ ਵਕਨ ਖਾਧਾ ਜਾਂਦਾ ਔਰ ਕੱਚਾ ਖਾਇਆ ਜਾ ਸਕਦਾ, ਉਹਦਾ ਛਿਲਕਾ ਵੀ ਨਹੀਂ ਉਤਾਰਨਾ ਚਾਹੀਦਾ। ਮੇਨ ਚੀਜ਼ ਹੈ ਫਾਈਬਰ। ਤੁਹਾਡੀ ਜਿਹੜੀ ਕੌਨਸਟੀਪੇਸ਼ਨ ਹੋ ਰਹੀ ਹੈ ਅੱਜ ਕੱਲ੍ਹ, ਫਾਈਬਰ, ਅਸੀਂ ਰਿਫਾਈਨਡ ਫੂਡ 'ਤੇ ਆ ਗਏ, ਪਿੱਜ਼ਾ ਬਰਗਰ ਇਹ वो ਹੈਨ ਤੈਨ, ਉਹ 'ਚ ਫਾਈਬਰ ਨਹੀਂ ਹੈ। ਅਤੇ ਫਾਈਬਰ ਅਸੀਂ ਖਾਂਦੇ ਨਹੀਂ, ਜੂਸ ਪੀ ਰਹੇ ਹਾਂ। ਜੂਸ ਤੋਂ ਬੈਟਰ ਹੈ ਕਿ ਤੁਸੀਂ ਓਰੀਜਨਲ ਫਲ ਖਾਓ, ਸੇਬ ਨੂੰ ਅੱਛੀ ਤਰ੍ਹਾਂ ਧੋ ਲਓ, ਕਹਿੰਦੇ ਉਹ 'ਤੇ ਵੈਕਸ ਲੱਗੀ ਹੁੰਦੀ, ਧੋ ਲਓ ਅੱਛੀ ਤਰ੍ਹਾਂ, ਗਰਮ ਪਾਣੀ ਧੋ ਲਓ, ਉਹਨੂੰ ਛਿਲਕੇ ਸਮੇਤ ਖਾਓ। ਜਿਹੜਾ ਫਾਈਬਰ ਹੈ ਨਾ ਉਹ ਡਾਈਜੈਸਟ ਨਹੀਂ ਹੁੰਦਾ, ਉਹ ਮਾਊਥ ਤੋਂ ਲੈ ਕੇ ਇੰਟੈਸਟਾਈਨ ਤੱਕ, ਰੀਅਲ ਤੱਕ ਉਹ ਸਾਰਾ ਜਾਂਦਾ ਐਜ਼ ਇਟ ਇਜ਼, ਔਰ ਉਹ ਫਲਸ਼ ਕਰ ਦੇਗਾ ਤੁਹਾਡੀ ਇੰਟੈਸਟਾਈਨ ਨੂੰ। ਜਿਹੜਾ ਫਾਈਬਰ ਹੈ ਨਾ ਉਹ ਡਾਈਜੈਸਟ ਨਹੀਂ ਹੁੰਦਾ, ਇੰਟੈਕਟ ਜਾਂਦਾ ਅੰਦਰ ਤੱਕ, ਅਤੇ ਉਹ ਤੁਹਾਡੀ ਮਤਲਬ ਇੰਟੈਸਟਾਈਨ ਨੂੰ ਸਾਫ਼ ਰੱਖਿਆ। ਅਗਰ ਮੇਰੀ ਇੰਟੈਸਟਾਈਨ ਸਾਫ਼ ਹੈ, ਕਲੀਅਰ ਹੈ,
ਮਲ ਮੇਰਾ ਇਕੱਠਾ ਨਹੀਂ ਹੋ ਰਿਹਾ, ਆਈ ਐਮ ਹੈਲਦੀ ਪਰਸਨ। ਤੇ ਜਿਹੜੇ ਆਪਾਂ ਘਿਓ ਵਗੈਰਾ ਕਹਿੰਦੇ ਆ ਕਿ ਜਿਹਨੂੰ ਬੜਾ ਅੱਜ ਕੱਲ੍ਹ ਡਰਾਇਆ ਹੋਇਆ ਕਿ ਕੋਲੇਸਟਰੋਲ ਨਹੀਂ ਖਾਣੇ ਚਾਹੀਦੇ, ਘਿਓ ਨਹੀਂ ਖਾਣਾ ਚਾਹੀਦਾ ਹੈਗਾ, ਤੇ ਇਹ ਵੀ ਇੱਕ ਮਿਥ ਹੈਗਾ ਹੈ ਕਿ ਆਪਾਂ ਨੂੰ ਆਪਣੀ ਬੋਡੀ ਨੂੰ ਥੋੜਾ ਬਹੁਤ ਘਿਓ ਚਾਹੀਦਾ ਹੈ ਤੇ ਉਹ ਹੈਲਦੀ ਹੁੰਦਾ ਹੈ ਖਾਣਾ, ਉਹਦੇ ਬਾਰੇ ਵੀ ਥੋੜਾ ਤੁਹਾਨੂੰ ਦੱਸੋ। ਦੇਸੀ ਘਿਓ, ਗਾਂ ਦਾ ਘਿਓ A2 ਦਾ ਬਹੁਤ ਅੱਛਾ ਘਿਓ ਹੈ, ਉਹਦੇ ਵਾਸਤੇ ਕੋਈ ਚੱਕਰ ਨਹੀਂ ਹੈ। 30 ਤੋਂ 35 ਗ੍ਰਾਮ ਤੁਹਾਨੂੰ ਘਿਓ ਡੇਲੀ ਖਾਣਾ ਚਾਹੀਦਾ, ਕਿਉਂਕਿ ਤੁਹਾਨੂੰ ਫੈਟਸ ਵੀ ਚਾਹੀਦੇ ਆ। ਅਗਰ ਤੁਸੀਂ ਫੈਟਸ ਨਹੀਂ ਖਾਂਦੇ ਨਾ ਤਾਂ ਬੋਡੀ ਨੋਜ਼ ਕਿ ਮੈਨੂੰ ਫੈਟ ਚਾਹੀਦੇ ਆ, ਦੈਟ ਸਟਾਰਟ ਪ੍ਰੋਡਿਊਸਿੰਗ ਫੈਟ ਫਰਮ ਇਨਸਾਈਡ। ਓਕੇ, ਜਦੋਂ ਅੰਦਰੋਂ ਪੈਦਾ ਕਰਨੀ ਸ਼ੁਰੂ ਕਰ ਦੈਨ ਇਟ ਇਜ਼ ਨਾਟ ਪੋਸੀਬਲ ਟੂ ਕੰਟਰੋਲ। ਸੋ ਇਸ ਕਰਕੇ ਤੁਸੀਂ ਘਿਓ ਖਾਣਾ ਚਾਹੀਦਾ। ਹੁਣ ਸਾਡੇ ਇੱਕ ਸਵਾਮੀ ਜੀ ਹੁਣ ਕਰਾਉਂਦੇ ਸੀ, ਮੈਂ ਯੋਗਾ ਕਰ ਰਿਹਾ ਉਹਦੇ ਕੋਲ ਸਿੱਖਣਾ ਪਿਆ, ਇਸ ਸਮੇਂ ਵੀ ਕੁੰਭਕ ਕੀ ਹੁੰਦਾ, ਉਹ ਕਹਿੰਦਾ ਰੋਜ਼ ਤੁਹਾਨੂੰ ਵੱਡਾ ਚਮਚ ਟੇਬਲ ਸਪੂਨ ਦੇਸੀ ਘਿਓ ਦਾ ਕੋਸਾ ਕਰਕੇ ਰੋਜ਼ ਖਾਣਾ ਚਾਹੀਦਾ। ਓਕੇ, ਅਲਟੀ ਮਤਲਬ ਸਵੇਰੇ ਪੀ ਲਓ ਔਰ ਜਿਹੜਾ ਵੱਡਾ ਚਮਚ ਥੋੜਾ ਕੋਸਾ ਕਰਕੇ ਪੀ ਲਓ। ਕਹਿੰਦਾ ਮੈਂ ਤਾਂ ਕੌਲੀ ਪੀ ਜਾਣਾ ਘਿਓ, ਕਿਉਂਕਿ ਫੈਟਸ ਵੀ ਚਾਹੀਦਾ। ਦੇਖੋ ਕਾਰਬੋਹਾਈਡਰੇਟਸ, ਪ੍ਰੋਟੀਨ ਤੇ ਫੈਟਸ, ਇਹ ਸਾਡੇ 3 ਬੇਸਿਕ ਹੈ। ਅਸੀਂ ਫੈਟ ਤੇ ਬਿਲਕੁਲ ਰਹਿ ਨਹੀਂ ਰਹੇ, ਤੇ ਬੋਡੀ ਨੂੰ ਫੈਟ, ਜੇ ਬੋਡੀ ਫੈਟ ਕਿੱਥੋਂ ਲਏਗੀ? ਦੈਨ ਸਟਾਰਟ ਪ੍ਰੋਡਿਊਸਿੰਗ ਫਰਮ ਇਨਸਾਈਡ। ਜਦੋਂ ਅੰਦਰੋਂ ਬਣਾਉਣੀ ਸ਼ੁਰੂ ਕਰੇਗੀ ਫਿਰ ਇਟਸ ਵੈਰੀ ਡਿਫਿਕਲਟ ਟੂ ਕੰਟਰੋਲ। ਫਿਰ ਪ੍ਰੋਬਲਮ ਹੈ, ਫਿਰ ਕੰਟਰੋਲ ਹੋਣ ਤਾਂ ਚਾਹੀਦੀ ਜੋ ਚੀਜ਼। ਤੋ ਇਸ ਕਰਕੇ ਸਾਨੂੰ ਕਾਰਬੋਹਾਈਡਰੇਟਸ ਵੀ ਲੈਣੇ ਚਾਹੀਦੇ ਆ, ਪ੍ਰੋਟੀਨ ਵੀ ਲੈਣੇ ਚਾਹੀਦੇ, ਫੈਟਸ ਵੀ ਲੈਣੇ ਚਾਹੀਦੇ। ਉਹ ਮਿੱਥ ਹੈ। ਹੁਣ ਵੈਸੇ ਗਲਤ ਕਰਦਾ ਹੋਣਾ ਕਿ ਸੈਕਿੰਡ ਗੱਲ ਹੈ ਕਿ ਕਿਆ ਹਰ ਬੰਦੇ ਦਾ BP, ਹਰ ਬੰਦੇ ਦੀ ਸ਼ੂਗਰ ਇੱਕੋ ਜਿਹੀ ਹੋ ਸਕਦੀ ਹੈ? ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਹਰ ਬੰਦਾ ਡਿਫਰੈਂਟ ਹੈ। ਵੀ ਆਰ ਹਿਊਮਨ ਬੀਇੰਗਸ ਬਟ ਯੂਨੀਕ। ਸਿੰਗਲ ਪੀਸ ਹਾਂ ਅਸੀਂ। ਅਗਰ ਮੈਨੂੰ ਰੋਜ਼ ਹੀ ਮੇਰੀ ਲਾਈਫ ਬਿਲਕੁਲ ਠੀਕ ਚੱਲਦੀ ਪਈ ਹੈ, ਮੇਰਾ ਕੰਮ ਠੀਕ ਹੋ ਰਿਹਾ, ਮੈਂ ਥੱਕਦਾ ਨਹੀਂ ਪਿਆ, ਮੈਂ ਆਪਣੀ ਨੀਂਦ ਵੀ ਪੂਰੀ ਲੈਣਾ ਪਿਆ, ਮੈਨੂੰ ਚੈੱਕ ਨਹੀਂ ਕਰਵਾਉਣੇ ਚਾਹੀਦੇ। ਇੱਥੇ ਚੈੱਕ ਕਰਕੇ ਮਾਰ ਦਿੰਦੇ, ਉਹ ਤੁਹਾਡਾ BP ਵੱਧ ਗਿਆ ਜੀ, ਬੰਦਾ ਗਿਆ। ਲੋਕਾਂ ਨੇ ਉਹ ਮਸ਼ੀਨਾਂ ਘਰ ਰੱਖ ਲਈਆਂ ਸ਼ੂਗਰ ਟੈਸਟ ਕਰਨ ਵਾਲੀ, ਉਹ ਇਹ ਸ਼ੂਗਰ ਵੱਧ ਗਈ 100 ਦਾ, ਹੁਣ ਫਿਰ ਆ ਗਿਆ 140 ਤੱਕ ਸ਼ੂਗਰ ਹੈ ਤਾਂ ਨੋਰਮਲ ਹੈ। ਤੇ ਪਹਿਲਾਂ ਸੀ 100 ਤੱਕ, 110 ਤੱਕ, ਹੁਣ 140 ਤੱਕ ਆ ਗਈ। ਅਗਰ ਤੁਹਾਡੀ ਸ਼ੂਗਰ ਤੁਹਾਨੂੰ ਦੇਖੋ ਪੈਰ, ਉਹ ਆਪੇ ਫਾਰਮਾਸਿਊਟੀਕਲ ਕਰਦਾ ਨਾ, ਗਵਰਨਮੈਂਟ ਤਾਂ ਕੋਈ ਨਹੀਂ ਕਰਦੀ। ਹੁਣ ਪਹਿਲਾਂ 140-90 ਹੁੰਦਾ ਸੀ BP, ਫਿਰ ਇਹਨਾਂ ਕਹਿੰਦਾ 120-80, 120-80 ਕਰਨ ਦੇ ਨਾਲ ਜਿੰਨੇ ਲੋਕ ਸੀ ਸਭ ਦਾ 120-80 ਦਵਾਈਆਂ ਸ਼ੁਰੂ ਹੋ ਗਈਆਂ। ਹੁਣ ਹਰ ਬੰਦਾ ਦਵਾਈ ਖਾਈ ਜਾਂਦਾ, 120-80 ਕਰਦਾ ਆਉਂਦਾ ਹੀ ਨਹੀਂ। ਮੇਰਾ ਇੱਕ ਦਿਨ ਗਿਆ ਚੈੱਕ ਕਰਾਉਣਾ ਤੇ 165-100 ਸੀ, ਤੇ PGI ਡਾਕਟਰ, ਮੈਂ ਕਿਹਾ ਦਵਾਈ ਦੇ ਦਿਓ, ਕਹਿੰਦਾ ਤੁਹਾਡਾ ਹੁਣ ਇਸ ਵੇਲੇ ਥੋੜ੍ਹਾ ਉਹਨਾਂ ਨੇ 120, ਤੁਹਾਡਾ ਠੀਕ ਹੈ, ਤੁਹਾਨੂੰ ਕੋਈ ਦਿੱਕਤ ਆ ਰਹੀ ਹੈ? ਮੈਂ ਕਿਹਾ ਨਹੀਂ ਆ ਰਹੀ। ਦੈਨ ਗੋ ਹੈਡ, ਤੁਸੀਂ ਠੀਕ ਚੱਲਦੇ ਪਏ ਹੋ, ਤੁਹਾਡਾ ਸਾਹ ਨਹੀਂ ਫੁੱਲਦਾ, ਤੁਹਾਨੂੰ ਕੁਝ ਨਹੀਂ ਹੋ ਰਿਹਾ। ਇਟ ਇਜ਼ ਰਿਕੁਆਇਰਮੈਂਟ ਆਫ ਦੀ ਬੋਡੀ। ਬੋਡੀ ਆਪਣੇ ਆਪ ਨੂੰ ਠੀਕ ਕਰਦੀ, ਉਹਨੇ ਇੰਨਾ ਚਾਹੀਦਾ। ਇਫ ਯੂ ਫਾਈਂਡ ਐਨੀ ਪ੍ਰੋਬਲਮ ਦੈਨ ਗੋ ਫॉर दैट। ਔਰ ਸਾਡੀ ਬੋਡੀ ਜਿਹੜੀ ਹੈ ਦੈਟ ਇਜ਼ ਅ ਫਲੋਟਿੰਗ ਰਿਵਰ। 98% ਜਿਹੜੇ ਸਾਡੇ ਐਟਮਸ ਬੋਡੀ ਦੇ ਨਾ ਇੱਕ ਸਾਲ 'ਚ ਬਦਲ ਜਾਂਦੇ ਆ, 98%। ਇਟ ਮੀਨਸ ਯੂ ਅਕਵਾਇਰ ਅ ਨਿਊ ਬੋਡੀ ਇਨ ਅ ਈਅਰ। ਲੇਕਿਨ ਬਦਲਦਾ ਕੀ ਨਹੀਂ, ਸਾਡਾ ਮਾਈਂਡ ਨਹੀਂ ਬਦਲਦਾ। 1 ਮਹੀਨੇ ਸਾਡੀ ਸਾਰੀ ਜੋ ਉੱਪਰਲੀ ਸਕਿਨ ਹੈ ਨਾ ਉਹ ਨਿਕਲ ਜਾਂਦੀ ਹੈ। ਸਾਡੇ ਸਟਮਕ 'ਚ ਜਿਹੜਾ ਖਾਣਾ ਖਾਂਦੇ ਆ, ਹਰ 4 ਦਿਨ ਦੇ ਬਾਅਦ ਜਿਹੜੀ ਅੰਦਰ ਲੇਅਰ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਨਵੀਂ ਲੇਅਰ ਆ ਜਾਂਦੀ ਹੈ। ਕਿ ਰੋਜ਼ ਵੀਆਰਟੀ ਹੋ ਰਿਹਾ, ਹਾਈਡਰੋਕਲੋਰਿਕ ਐਸਿਡ ਵੀ ਆ ਰਿਹਾ ਵਿੱਚ, ਠੀਕ ਹੈ, ਕਰਦਾ ਪਿਆ ਤੁਹਾਡੀ ਪ੍ਰੋਟੀਨ ਨੂੰ ਡਾਈਜੈਸਟ ਕਰਨਾ, ਉਹ ਲੇਅਰ ਵੀਕ ਹੋ ਜਾਂਦੀ ਹੈ। ਉਹ ਲੇਅਰ ਆਪਣੇ ਆਪ ਬਾਹਰ ਨਿਕਲ, ਨਵੀਂ ਅੰਦਰੋਂ ਲੇਅਰ। ਬੋਡੀ ਦਾ ਇੱਕ ਸਿਸਟਮ ਇਹੋ ਜਿਹਾ ਬਣਾਇਆ ਰੱਬ ਨੇ ਕਿ ਇਹ ਸੈਲਫ ਰਿਪੇਅਰਿੰਗ ਮਸ਼ੀਨ ਹੈ, ਬਸ ਇਹਨੂੰ ਟਾਈਮ ਦੇਣਾ ਤੁਸੀਂ। ਆਪਾਂ ਵਿੱਚ ਇੰਟਰਫੇਅਰ ਨਾ ਕਰੀਏ ਫालतू ਚ ਬੋਡੀ ਦੇ ਫੰਕਸ਼ਨ ਦੇ ਵਿੱਚ, ਤੇ ਉਹਨੂੰ ਟਾਈਮ ਦਈਏ ਕੁਝ ਰਿਪੇਅਰ ਕਰਨ ਵਾਸਤੇ ਚੀਜ਼ਾਂ ਨੂੰ, ਹੈ ਨਾ। ਯੈਸ, ਬੋਡੀ ਤੁਹਾਨੂੰ ਦੱਸੇਗੀ। ਅਗਰ ਤੁਸੀਂ ਬਿਮਾਰ ਹੋ, ਬੋਡੀ ਦੱਸੇਗੀ ਮੈਂ ਰੈਸਟ ਚਾਹੀਦਾ। ਹੁਣ ਬੁਖਾਰ ਆਉਂਦਾ, ਉਹ ਤਾਂ ਸੇਵੀਅਰ ਹੈ। ਅਸੀਂ ਕਹਿੰਦੇ ਬੁਖਾਰ ਆਉਂਦਾ ਤਾਂ ਰੈਸਟ ਕਰ ਲਓ, ਪਾਣੀ ਪੀ ਲਓ, ਕੁਛ ਲਓ, ਲੇਕਿਨ ਕਹਿੰਗੇ ਦਾਲ ਦਾ ਪਾਣੀ ਪੀ ਲੈ ਨਹੀਂ ਤਾਂ ਕਮਜ਼ੋਰ ਹੋ ਜਾਏ। ਇਹ ਵੀ ਇੱਕ ਹੁੰਦਾ ਨਾ ਮਿੱਥ। ਬੰਦਾ ਬਿਮਾਰ ਹੋ ਗਿਆ, ਉਹਨੂੰ ਭੁੱਖ ਨਹੀਂ ਲੱਗਦੀ। ਨੋਟ ਕਰਨਾ, ਜਿਹੜਾ ਬਿਮਾਰ ਹੋ ਗਿਆ ਉਹਨੂੰ ਭੁੱਖ ਨਹੀਂ ਲੱਗਦੀ, ਭੁੱਖ ਪਹਿਲਾਂ ਬੰਦ ਹੋ ਜਾਂਦੀ ਹੈ। ਬਟ ਵੀ ਗਿਵ ਸਮਥਿੰਗ ਕਿ ਕਮਜ਼ੋਰੀ ਆ ਜਾਏਗੀ, ਇਹ ਨਾ ਹੋਏ, ਉਹ ਨਾ, ਇਸ ਕਰਕੇ ਪ੍ਰੋਬਲਮ ਹੁੰਦੀ ਹੈ। ਤਾਂ ਇਸ ਕਰਕੇ ਜਦੋਂ ਬਿਮਾਰ ਹੁੰਦਾ ਉਹਨੂੰ ਕਹਿੰਦਾ ਰੈਸਟ ਕਰੋ। ਰੈਸਟ ਇਜ਼ ਦੀ ਬੈਸਟ ਥਿੰਗ। ਰੈਸਟ ਕਰੇਗਾ, ਹੌਲੀ ਹੌਲੀ ਬੋਡੀ ਉਹਦੀ ਰਿਪੇਅਰ ਕਰਨੀ ਸ਼ੁਰੂ ਕਰ ਦੇਗੀ। ਤੇ ਇੱਕ ਚੀਜ਼ ਫੂਡ ਦੀ ਗੱਲ ਆਪਾਂ ਚਲਾਈ ਹੈ ਸਰ, ਤੇ ਮੈਨੂੰ ਦੱਸੋ ਕਿ ਕੁਝ ਬੈਡ ਕੰਬੀਨੇਸ਼ਨ ਆਫ ਫੂਡ ਵੀ ਹੁੰਦੇ ਨੇ ਜਿਹੜੇ ਆਪਾਂ ਨੂੰ ਨਹੀਂ ਖਾਣੇ ਚਾਹੀਦੇ ਉਸ ਕੰਬੀਨੇਸ਼ਨ ਦੇ ਵਿੱਚ? ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਕਿ ਸਾਡੇ ਕਈ ਚੀਜ਼ਾਂ ਅਸੀਂ ਕਹਿੰਦੇ ਪ੍ਰੋਟੀਨ ਕਾਰਬੋਹਾਈਡਰੇਟਸ ਹੀ ਖਾਂਦੇ ਹਾਂ, ਦਾਲ ਹੋ ਗਈ, ਸਬਜ਼ੀ ਹੋ ਗਈ, ਤੇ ਕਹਿੰਦੇ ਕਾਰਬੋਹਾਈਡਰੇਟਸ ਜਿਹਨੂੰ ਇਕੱਲੇ ਖਾਣੇ ਚਾਹੀਦੇ। ਕਿਉਂਕਿ ਕਾਰਬੋਹਾਈਡਰੇਟਸ ਨਾਲ ਰੋਟੀ ਖਾਂਦੇ ਅਸੀਂ, ਰੋਟੀ ਸੁੱਕੀ ਥੋੜੀ ਮੋਟੀ ਹੋਵੇ, ਉਹਨਾਂ ਦਾਲ ਸਬਜ਼ੀ ਨਾ ਲਗਾਓ, ਉਹ ਤੁਸੀਂ ਗਰਾਈ ਮੂੰਹ 'ਚ ਪਾਓ, ਉਹਨੂੰ ਚਬਾਓ, ਚਬਾਉਣਾ ਸ਼ੁਰੂ ਕਰੋ ਤਾਂ ਮੂੰਹ 'ਚੋਂ ਸਲਾਈਵਾ ਆਉਂਦਾ, ਦੈਟ ਇਜ਼ ਉਹਨੂੰ ਮਤਲਬ ਰੋਟੀ ਨੂੰ ਹਜ਼ਮ ਕਰਨਾ ਸ਼ੁਰੂ ਕਰਦਾ। ਉਹ ਪਹਿਲਾਂ ਕਹਿੰਦੇ 30-32 ਵਾਰ ਚਬਾ ਕੇ ਖਾਈ, ਘਰਾਂ ਸਾਡੇ ਕਹਿੰਦੇ ਸੀ ਨਾਨੀਆਂ ਦਾਦੀਆਂ ਕਿ 30-32 ਵਾਰ ਚਬਾਉਣਾ। ਉਹਦਾ ਮਤਲਬ ਕੀ ਸੀ? ਇੰਨਾ ਚਬਾਓਗੇ ਤਾਂ ਤੁਹਾਡਾ ਕਾਰਬੋਹਾਈਡਰੇਟ ਮੂੰਹ 'ਚ ਹਜ਼ਮ ਹੋ ਜਾਏਗਾ,
ਮੋਰ ਦੈਨ 30% ਹਜਮ ਹੋ ਜਾਂਦਾ, ਫਿਰ ਮੂੰਹ 'ਚ ਟਿਕਦਾ ਨਹੀਂ ਤੇ ਰੋਟੀ ਦਾ ਸਵਾਦ ਮਿੱਠਾ ਹੋ ਜਾਂਦਾ। ਉੱਥੋਂ ਸ਼ੂਗਰ ਆਉਂਦੀ, ਜਦੋਂ ਉਹ ਸ਼ੂਗਰ ਅੰਦਰ ਜਾਏਗੀ ਡਾਈਜੈਸਟ ਹੋ ਕੇ, ਹੋ ਸਕਦਾ ਤੁਸੀਂ 2 ਰੋਟੀ ਦੀ ਜਗ੍ਹਾ 1 ਰੋਟੀ ਖਾਓ, ਤੁਹਾਨੂੰ ਲੱਗਦਾ ਕਿ ਬੋਡੀ ਨੂੰ ਸਿਗਨਲ ਆ ਜਾਂਦਾ ਕਿ ਨੋ ਮੋਰ ਐਨਰਜੀ ਇਜ਼ ਰਿਕੁਆਇਰਡ ਨਾਓ, ਤੁਸੀਂ ਉੱਥੇ ਖਤਮ ਕਰ ਦੈਨ ਆਪਣੀ ਜਿਹੜੀ ਸਬਜ਼ੀ ਉਹ ਖਾ ਲਓ। ਲੇਕਿਨ ਜੇ ਸਬਜ਼ੀ ਲਗਾਉਂਦੇ ਆ ਉਹਦਾ ਸਵਾਦ ਹੁੰਦਾ, ਸਵਾਦ ਨਾਲ ਕੀ ਹੁੰਦਾ ਕਿ ਅਸੀਂ ਫਿਰ ਖਾਣਾ ਫਟਾਫਟ ਗਲਪ ਕਰ ਜਾਂਦੇ, ਚਬਾਉਂਦੇ ਨਹੀਂ, ਔਰ ਉਹ ਜਿਹੜਾ ਸਾਨੂੰ ਸਲਾਈਵਰੀ ਗਲੈਂਡ 'ਚੋਂ ਸਲਾਈਵਾ ਚਾਹੀਦਾ ਹੁੰਦਾ ਉਹ ਸਾਨੂੰ ਮਿਲਦਾ ਨਹੀਂ। ਉੱਥੋਂ ਫਿਰ ਇੰਡਾਈਜੈਸ਼ਨ ਸ਼ੁਰੂ ਹੁੰਦੀ ਹੈ, ਓਵਰ ਈਟਿੰਗ ਹੋ ਜਾਂਦੀ ਹੈ। ਜੇ ਖਾਣਾ ਜ਼ਿਆਦਾ ਸਵਾਦੀ ਹੋਏ ਅਸੀਂ ਜ਼ਿਆਦਾ ਖਾ ਜਾਂਦੇ ਹਾਂ, ਉਹ ਵੀ ਗਲਤ ਹੈ। ਅਤੇ ਇਸ ਕਰਕੇ ਉਹਨੂੰ ਵੱਖਰਾ ਵੱਖਰਾ ਖਾਓ, ਪ੍ਰੋਟੀਨ ਨੂੰ ਅਤੇ ਕਾਰਬੋਹਾਈਡਰੇਟ ਨੂੰ ਇਕੱਠੇ ਨਾ ਖਾਓ। ਲੇਕਿਨ ਸਾਡੀ ਆਦਤ ਅਸੀਂ ਇਕੱਠੇ ਖਾਂਦੇ ਹਾਂ, ਥੋੜ੍ਹਾ ਜਿਹਾ ਗੈਪ ਦੇ ਕੇ ਖਾਓ। ਆਪਣੇ ਕਲਚਰ 'ਚ ਬਣਿਆ ਹੋਇਆ ਨਾ ਕਿ ਰੋਟੀ ਦੀ ਬੁਰਕੀ ਲੈ ਕੇ ਵਿੱਚ ਉਹਦੇ ਸਬਜ਼ੀ ਪਾ ਕੇ ਡਬੋ ਕੇ ਨਾਲ ਤੁਸੀਂ ਨਾਲ ਹੀ ਖਾਓ, ਉਹ ਸਵਾਦ ਹੋ ਜਾਂਦਾ। ਦੇਖੋ ਜਦੋਂ ਖਾਣਾ ਨਾ ਤਾਂ ਫਿਰ ਖਾਣਾ ਹੀ ਖਾਣਾ, ਉਹਦਾ ਤਰੀਕਾ ਕੀ ਹੈ, ਤੁਸੀਂ ਖਾਣਾ ਖਾਓ ਆਰਾਮ ਦੇ ਨਾਲ, ਤੁਹਾਨੂੰ ਮਜ਼ਾ ਆਏ ਕਿ ਇਹ 'ਚ ਕੀ ਕੁਛ ਪਾਇਆ, ਇਹ 'ਚ ਹਲਦੀ ਦਾ ਸਵਾਦ ਆਉਣਾ ਪਿਆ ਜਾਂ ਜੀਰਾ ਪਿਆ, ਜੀਰੇ ਦਾ ਸਵਾਦ ਵੀ ਮੈਨੂੰ ਆ ਰਿਹਾ, ਕਾਲੀ ਮਿਰਚ ਦਾ ਸਵਾਦ ਵੀ ਆ ਰਿਹਾ। ਉਹ ਤਾਂ ਆਏਗਾ ਜੇ ਤੁਸੀਂ ਧਿਆਨ ਨਾਲ ਖਾਓਗੇ, ਅਤੇ ਜੇ ਤੁਸੀਂ ਧਿਆਨ ਨਾਲ ਖਾਣਾ ਖਾਧਾ ਤਾਂ ਤੁਹਾਡੀ ਮੈਡੀਟੇਸ਼ਨ ਹੋ ਗਈ। ਅੱਛਾ, ਮੈਡੀਟੇਸ਼ਨ ਹੈ ਕੀ ਹੈ, ਆਈ ਨੋ ਵਟ ਇਜ਼ ਹੈਪਨਿੰਗ ਇਨਸਾਈਡ ਔਰ ਆਊਟਸਾਈਡ, ਉਹ ਵੀ ਮੈਡੀਟੇਸ਼ਨ ਹੈ। ਮਤਲਬ ਤੁਸੀਂ ਇੱਕ ਮੈਂਟਲ ਸਿਗਨਲ ਭੇਜਦੇ ਹੋ ਆਪਣੀ ਬੋਡੀ ਨੂੰ ਕਿ ਮੈਂ ਜੀ ਇੰਨਾ ਸਵਾਦਿਸ਼ਟ ਖਾਧਾ ਹੈ, ਮੈਂ ਆਹ ਖਾਧਾ ਹੈ, ਤਾਂ ਉਹ ਸਿਗਨਲ ਦੇ ਨਾਲ ਹੀ ਤੁਹਾਡੀ ਬੋਡੀ ਹੋ ਜਾਂਦੀ ਹੈ, ਮਤਲਬ ਰੱਜ ਜਾਂਦੀ ਹੈ। ਮੈਂ ਇੰਜੋਏ ਕਰਨਾ, ਮੈਂ ਖਾਣੇ ਇੰਜੋਏ ਕਰਨਾ ਕਿ ਜੇ ਮਜ਼ਾ ਆ ਗਿਆ ਜੀ, ਅੱਜ ਤਾਂ ਕਾਲੀ ਮਿਰਚ ਦਾ ਸਵਾਦ ਆ ਰਿਹਾ, ਜੀਰੇ ਦਾ ਵੀ ਸਵਾਦ ਆ ਰਿਹਾ, ਹਲਦੀ ਦਾ ਵੀ ਸਵਾਦ ਆ ਰਿਹਾ ਸਾਰਾ। ਲੇਕਿਨ ਜਦੋਂ ਗਲਪ ਖਾਣ ਸਵਾਦ ਨਹੀਂ ਹੁੰਦਾ, ਅਸੀਂ ਲੂਣ ਦਾ ਸਵਾਦ ਲੈਂਦੇ ਕਿ ਨਮਕ ਹੈ, ਬਾਕੀ ਜਿਹਾ ਪਤਾ ਨਹੀਂ ਹੁੰਦਾ। ਜਦੋਂ ਅਸੀਂ ਇਹ ਐਨਾਲਿਸਿਸ ਸਾਡਾ ਮੂੰਹ ਕਰੇਗਾ, ਸਾਡਾ ਮਨ ਖੁਸ਼ ਹੋਏਗਾ, ਤਾਂ ਤੁਹਾਡੀ ਮੈਡੀਟੇਸ਼ਨ ਹੋ ਗਈ। ਐਕਸਟਰਾ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਰਾਈਟ, ਵੈਰੀ ਨਾਈਸ। ਅਤੇ ਇੱਕ ਹੋਰ ਮੋਂਜੀ ਤੇ ਮੈਨੂੰ ਦੱਸਿਆ ਸੀ ਕਿ ਇਹਦੇ 'ਚ ਨੈਚੁਰੋਪੈਥੀ 'ਚ ਨਾ ਕੋਈ ਕ੍ਰੋਮੋਥੈਰੇਪੀ ਨਾਮ ਦੀ ਚੀਜ਼ ਹੁੰਦੀ ਹੈ, ਮਤਲਬ ਕਲਰਸ ਨੂੰ ਲੈ ਕੇ ਕੁਛ ਟ੍ਰੀਟਮੈਂਟ ਹੁੰਦੀ ਹੈ ਕਲਰਸ ਦੇ ਬੇਸਿਸ ਦੇ ਉੱਤੇ, ਉਹ ਕੀ ਚੀਜ਼ ਹੁੰਦੀ ਹੈ? ਉਹ ਇਸ ਤਰ੍ਹਾਂ ਕਿ ਅਸੀਂ ਜਿਵੇਂ ਸਾਡਾ ਸੂਰਜ ਲੱਗਦਾ ਵਾਈਟ ਹੈ ਨਾ, ਜਦੋਂ ਪ੍ਰਿਜ਼ਮ 'ਚੋਂ ਨਿਕਾਲ ਤਾਂ 7 ਕਲਰ ਨਿਕਲਦੇ ਆ। ਹਾਂਜੀ, 7 ਕਲਰ ਨਿਕਲਦੇ ਆ ਸਾਡੇ ਵਿਬਗੋ। ਹਾਂਜੀ, ਵਿਬਗੋਰ ਕਹਿੰਦਾ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਅਤੇ ਰੈੱਡ, ਇਹ 7 ਕਲਰ ਹੈ। ਉੱਪਰਲੇ 3 ਕਲਰ ਜਿਹੜੇ ਉਹ ਹਲਕੇ ਆ, ਮਤਲਬ ਠੰਡੇ ਆ। ਯੈਲੋ, ਔਰੇਂਜ ਅਤੇ ਰੈੱਡ ਉਹ ਗਰਮ ਹੈ। ਗ੍ਰੀਨ ਵਾਲਾ ਜਿਹੜਾ ਉਹ ਸਾਡਾ ਕਾਮਨ ਕਲਰ ਹੈ। ਅਤੇ ਇਹਨਾਂ ਵਿੱਚ ਅਸੀਂ ਅਕੋਰਡਿੰਗ ਟੂ ਮਤਲਬ ਹੈ ਕਿ ਬਿਮਾਰੀਆਂ ਦੇ ਅਸੀਂ ਉਹਦਾ ਪਾਣੀ ਚਾਰਜ ਕਰ ਲੈਂਦੇ ਹਾਂ। ਉਸ ਕਲਰ ਦੀ ਬੋਤਲ ਲੈ ਕੇ ਸੂਰਜ 'ਚ ਰੱਖਣਾ, 8 ਘੰਟੇ ਜੋ ਚਾਰਜ ਹੋ ਜਾਂਦੀ ਹੈ। ਬੋਤਲ ਦਾ 1/4 ਉੱਪਰਲਾ ਸਾਈਡ ਆ ਖਾਲੀ ਰੱਖਣਾ, ਅਤੇ ਉਹਦੇ ਥੱਲੇ ਕੋਈ ਵੁਡਨ ਪਲੈਂਕ ਵਗੈਰਾ ਰੱਖ ਦੇਣਾ, ਅਤੇ ਜਦੋਂ ਪਾਣੀ ਚਾਰਜ ਹੋਏਗਾ ਅਤੇ ਉਹਦੇ ਉੱਤੇ ਵੈਪਰਸ ਆ ਜਾਣਗੇ, ਇਟ ਇੰਡੀਕੇਟਸ ਕਿ ਪਾਣੀ ਹੁਣ ਚਾਰਜ ਹੋ ਗਿਆ। ਅਤੇ ਉਹ ਚਾਰਜ ਵਾਟਰ ਜਿਹੜਾ 72 ਆਵਰ ਹੀ ਯੂਜ਼ ਕਰ ਸਕਦੇ ਹਾਂ। ਜਦੋਂ ਪਾਣੀ ਨੂੰ ਚਾਰਜ ਕਰ ਲੈ, ਅਕੋਰਡਿੰਗ ਟੂ ਏਜ ਉਹਦੀ ਡੋਜ਼ ਬਣਾਉਣੀ ਪੈਂਦੀ ਹੈ, ਕਿਉਂਕਿ ਨਾਓ ਇਟਸ ਬਿਕਮ ਏ ਮੈਡੀਸਨ। ਅੱਛਾ, ਜਿਹੜੇ ਥੱਲੇ ਵਾਲੇ ਕਲਰ ਹੈ ਉਹ 'ਚ ਮਿਸ਼ਰੀ, ਖੰਡ ਜਾਂ ਜਿਹੜੇ ਹੁੰਦੇ ਆ ਗੋਲੀਆਂ ਹੁੰਦੀਆਂ ਜਿਹੜੀਆਂ ਹੋਮਿਓਪੈਥੀ ਵਾਲੀਆਂ, ਉਹ ਚਾਰਜ ਕਰ ਲੈਣੇ। ਉਹ 15 ਤੋਂ 20 ਅਕੋਰਡਿੰਗ ਟੂ ਜੋ ਚੀਜ਼ ਚਾਰਜ ਕਰਨੀ ਹੈ। ਜਿਹੜਾ ਰੈੱਡ ਹੁੰਦਾ ਉਹ 'ਚ ਮੋਸਟਲੀ ਅਸੀਂ ਆਇਲ ਚੇਂਜ ਕਰਨਾ, ਚਾਰਜ ਕਰਨੇ ਆ, ਜੋ 40-45 ਦਿਨ ਰਹਿੰਦਾ ਆਇਲ, ਉਹ ਚਾਰਜ ਕਰਕੇ ਫਿਰ ਮਾਲਿਸ਼ 'ਤੇ ਐਕਸਟਰਨਲ ਯੂਜ਼ ਵਾਸਤੇ ਹੁੰਦਾ, ਇੰਟਰਨਲ ਯੂਜ਼ ਨਹੀਂ ਕਰਦੇ ਉਹਦਾ, ਐਕਸਟਰਨਲ ਯੂਜ਼। ਉਹ ਆਇਲ ਚਾਰਜ ਕਰਕੇ ਉਹ 'ਚ ਕੋਈ ਚੀਜ਼ ਪਾਣਾ ਤੇ ਪਾ ਲਈ ਦੀ ਆ, ਉਹ 'ਚ ਕਰਕੇ ਫਿਰ ਸਾਨੂੰ ਹੁੰਦਾ ਕਿ ਐਕਸਟਰਨਲ ਯੂਜ਼ ਮਾਲਿਸ਼ ਵਾਸਤੇ ਉਹ ਕੰਮ ਆਉਂਦਾ। ਅਤੇ ਜਦੋਂ ਸਾਨੂੰ ਜ਼ਰੂਰਤ ਹੋਵੇ ਅਸੀਂ ਉਹ ਚਾਰਜ ਕਰ ਲੈਂਦੇ। ਓਕੇ। ਅਤੇ ਹੁਣ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਾਫੀ ਮੁੰਜੀ ਦੱਸਦਾ ਸੀ ਪੈਸ਼ਨੇਟਲੀ ਪੜ੍ਹਾਉਂਦੇ ਹੋ ਤੁਸੀਂ ਕਾਫੀ ਸਾਲਾਂ ਤੋਂ, ਹੈ ਨਾ, ਵੀ ਤੁਹਾਨੂੰ ਇੱਕ ਪੈਸ਼ਨ ਹੀ ਹੈਗਾ ਨੈਚੁਰੋਪੈਥੀ ਨੂੰ ਲੈ ਕੇ। ਹਾਂਜੀ, ਮੇਰਾ ਪੈਸ਼ਨ ਹੈ, ਮੇਰਾ ਪ੍ਰੋਫੈਸ਼ਨ ਹੀ ਹੈ। ਅੱਛਾ, ਤੁਹਾਡਾ ਪੈਸ਼ਨ ਹੀ ਹੈ ਇਹ, ਹੈ ਨਾ ਜੀ? ਅਤੇ ਮੇਰਾ ਪੈਸ਼ਨ ਹੈ ਪੜ੍ਹਾਉਣਾ, ਨੈਚੁਰੋਪੈਥੀ ਦੀ ਗੱਲ ਕਰਨਾ। ਅਤੇ ਇਹਦੇ 'ਚ ਆਪਾਂ ਜਿਹੜੇ ਯੰਗ ਸਟੂਡੈਂਟਸ ਹੁੰਦੇ ਨੇ ਜਿਵੇਂ ਨਾ, ਉਹਨਾਂ ਲਈ ਕੋਈ ਓਪਰਚੁਨਿਟੀ ਹੁੰਦੀ ਹੈ ਨੈਚੁਰੋਪੈਥੀ ਨੂੰ ਲੈ ਕੇ? ਕੀ ਤੁਸੀਂ ਫਿਊਚਰ ਕੀ ਦੇਖਦੇ ਹੋ, ਇਨਵੋਲਵਮੈਂਟ ਕੀ ਦੇਖਦੇ ਹੋ ਯੰਗ ਜਨਰੇਸ਼ਨ? ਫਿਊਚਰ ਆਉਣ ਵਾਲਾ ਫਿਊਚਰ ਹੀ ਨੈਚੁਰੋਪੈਥੀ ਦਾ, ਯੋਗਾ ਦਾ। ਅੱਛਾ, ਕਿਉਂਕਿ 21 ਜੂਨ ਨੂੰ ਨੈਸ਼ਨਲ ਇੰਟਰਨੈਸ਼ਨਲ ਯੋਗਾ ਡੇ ਸੀ। ਹਾਂਜੀ, ਸਾਰਾ ਵਰਲਡ ਯੋਗ ਕਰਦਾ ਪਿਆ। ਯੋਗ ਕਰਨ ਦੇ ਨਾਲ ਤੁਹਾਡਾ ਫੂਡ ਵੀ ਤਾਂ ਠੀਕ ਹੋਣਾ ਚਾਹੀਦਾ, ਅੰਦਰ ਕਲੀਨਲੀਨੈਸ ਵੀ ਹੋਣੀ, ਉਹ ਕੌਣ ਦੱਸੇਗਾ? ਉਹਦੇ ਵਾਸਤੇ ਨੈਚੁਰੋਪੈਥੀ ਜਿਹੜਾ 18 ਨਵੰਬਰ ਨੈਚੁਰੋਪੈਥੀ ਡੇ ਆ ਗਿਆ। ਅੱਛਾ ਜੀ, ਉਹ ਵੀ ਰਿਕੋਗਨੀਸ਼ਨ ਹੋ ਗਈ। ਨਾਓ ਮਤਲਬ ਬਾਹਰ ਪਹਿਲਾਂ ਵੀ ਹੈ। ਡਾਕਟਰ ਲਿੰਡਰਲ ਹੋਏ, ਹੈਨੀ ਲਿੰਡਰਲ, ਉਹਨਾਂ ਦੀ ਵਾਈਫ ਬਿਮਾਰ ਸੀ, ਹੀ ਓਪਨ 2 ਹਸਪੀਟਲ ਐਟ ਨਿਊਯਾਰਕ। ਉਹਨੇ ਕਿਹਾ ਮਿੱਟੀ ਪਾਣੀ ਹੀ ਇਲਾਜ ਹੈ। ਔਰ 16th century ਸਵਿਸ ਐਂਡ ਜਰਮਨ ਫਿਜ਼ੀਸ਼ੀਅਨ ਸੈਡ no physician other than nature can cure you.
ਉਹ ਕਹਿੰਦਾ ਗੋ ਇਨ ਦੀ ਲੈਪ ਆਫ ਨੇਚਰ, ਉਹ ਹੀ ਕਿਉਰ ਕਰੇਗੀ ਤੁਹਾਨੂੰ। ਤੇ ਯੋਗਾ ਤੇ ਨੈਚੁਰੋਪੈਥੀ ਸਰ ਕਾਫੀ ਕਲੋਜ਼ਲੀ ਐਸੋਸੀਏਟਿਡ ਹੁੰਦੇ ਨੇ। ਬਿਲਕੁਲ ਕਲੋਜ਼ ਹੈ, ਬਿਲਕੁਲ ਦੇਖੋ ਬਿਲਕੁਲ ਕਲੋਜ਼ ਹੈ। ਯੋਗਾ ਅਸੀਂ ਕਰਨੇ ਆ ਫॉर ਦੀ ਬੈਟਰਮੈਂਟ ਆਫ ਬਾਡੀ, ਔਰ ਯੋਗ ਦੇ ਨਾਲ ਕੀ ਹੈ, ਯੋਗ ਕੋਈ ਐਕਸਰਸਾਈਜ਼ ਨਹੀਂ ਹੈ, ਇਹਦੇ ਵੀ 8 ਪਾਰਟ ਹੈ। ਅਸੀਂ ਯੋਗ ਕਰਨੇ ਆ ਤੇ ਯੋਗ ਇਸ ਕਰਕੇ ਨਹੀਂ ਕਰਨੇ ਸਾਨੂੰ ਐਕਸਰਸਾਈਜ਼, ਨੋ, ਯੋਗਾ ਜਸਟ ਟੂ ਰੀਚ ਟੂ ਦੀ ਸੁਪਰੀਮ। ਉਹ 'ਚ ਲਿੰਬ ਹੈ ਯਮ, ਨਿਯਮ, ਆਸਨ, ਪ੍ਰਾਣਾयाम, प्रत्याहार, धारणा, ध्यान, समाधि। अल्टीमेटली वी आर टू लीव दिस वर्ल्ड। ਅਸੀਂ ਪੀਸਫੁਲੀ ਜਾ ਕੇ ਉਸ ਬ੍ਰਹਮਾਂਡ ਦੇ ਵਿੱਚ ਜਾਂ ਉਸ ਸੁਪਰੀਮ ਵਿੱਚ ਮਿਲ ਜਾਈਏ। ਦਿਸ ਇਜ਼ ਦ ਵੇ। ਯੋਗ ਮੀਨ ਯੂਨੀਅਨ, ਜੁੜਨਾ। ਭਗਵਾਨ ਕ੍ਰਿਸ਼ਨ ਨੇ ਕਿਹਾ ਅਹਮ ਬ੍ਰਹਮਸਯਾਮੀ, ਉਹਨੂੰ 6ਵੇਂ ਅਧਿਆਇ ਵਿੱਚ ਉਹਨੂੰ ਗਿਆਨ ਦੇ ਰਿਹਾ ਅਰਜੁਨ ਨੂੰ, ਅਰਜੁਨ ਤੂੰ ਬ੍ਰਹਮ ਹੈ, ਮੈਂ ਵੀ ਬ੍ਰਹਮ ਹਾਂ, ਕਿਉਂਕਿ ਬ੍ਰਹਮ ਤੋਂ ਇਲਾਵਾ ਕੁਛ ਹੈ ਹੀ ਨਹੀਂ। ਔਰ ਉਸੇ ਕਹਿੰਦੇ ਕਿ ਅਸੀਂ ਅੰਸ਼ਿਕ ਹਾਂ। ਓਸ਼ੋ ਕਹਿੰਦਾ ਨਹੀਂ, ਆਂਸ਼ਿਕ ਨਹੀਂ, ਮੈਂ ਸੰਪੂਰਨ ਹਾਂ। ਈਸ਼ਾ ਉਪਨਿਸ਼ਦ ਕਹਿੰਦੇ ਆ ਓਮ ਪੂਰਨਮਥਾ ਪੂਰਨਮਧਮ ਪੂਰਨਪੂਰਨਮੁਦੱਛਤੇ ਪੂਰਨस्य ਪੂਰਨਮਾਦਾਏ ਪੂਰਨਮੇਵਾ ਵਸ਼ਿਸ਼ਯਤੇ, ਕਿ ਪੂਰਨ ਵਿੱਚੋਂ ਅਸੀਂ ਪੈਦਾ ਹੋਏ ਹਾਂ ਤਾਂ ਅਸੀਂ ਪੂਰਨ ਹਾਂ। ਓਕੇ। ਤੇ ਪੂਰਨ ਚੋਂ ਪੂਰਨ ਨੂੰ ਕੱਢ ਲਓ, ਪਿੱਛੇ ਪੂਰਨ ਹੀ ਰਹਿ ਜਾਂਦਾ। ਘੱਟ ਨਹੀਂ ਹੁੰਦਾ। ਜ਼ੀਰੋ ਚੋਂ ਜ਼ੀਰੋ ਕੱਢੋ ਤਾਂ ਜ਼ੀਰੋ ਰਹਿ ਜਾਂਦੇ। ਤੇ ਅਸੀਂ ਜਾਣਾ ਮੁੜ ਕੇ ਉੱਥੇ ਮਿਲਿਆ। ਤੇ ਇਸ ਕਰਕੇ ਜਿਹੜਾ ਪੂਰਨ ਹੈ ਨਾ, ਜਿਹੜਾ ਬ੍ਰਹਮ ਹੈ, ਜਿਹਨੂੰ ਅਸੀਂ ਐਨਰਜੀ ਕਹਿੰਦੇ, ਦੈਟ ਇਜ਼ ਸੁਪਰੀਮ, ਪੂਰਨ ਹੈ। ਹਾਂ, ਲਿਮਿਟਿਡ ਐਨਰਜੀ ਮਤਲਬ ਉਹਨੇ ਅਸੀਂ ਉਹਦੇ ਵਿੱਚੋਂ ਬਾਹਰ ਆਏ ਹਾਂ, ਅਸੀਂ ਮੁੜ ਕੇ ਉੱਥੇ ਹੀ ਜਾਣਾ। ਤੇ ਯੋਗ ਇਹੋ ਸੁਣਾਉਂਦਾ, ਯੂਨੀਅਨ ਟੂ ਹੂਮ ਗੋਡ, ਵੇਅਰ ਇਜ਼ ਗੋਡ, ਦੈਟ ਇਜ਼ ਇਨਸਾਈਡ। ਆਪਣੇ ਆਪ ਨੂੰ ਜਾਣਨਾ, ਵਟ ਆਈ ਐਮ, ਫॉर ਵਟ ਆਈ ਐਮ ਹੀਅਰ, ਵਟ ਇਜ਼ ਮਾਈ ਰੂਲ। ਜਦੋਂ ਮੈਂ ਉਹ ਯੋਗ ਹੈ। ਅਦਰਵਾਈਜ਼ ਤਾਂ ਐਕਸਰਸਾਈਜ਼ ਹੈ, ਜਿਹੜਾ ਜਿਮ 'ਚ ਲੋਕ ਜਾਂਦੇ ਐਕਸਰਸਾਈਜ਼ ਕਰੀ ਜਾ ਰਿਹਾ, ਉਹ ਕਿਸੇ ਨੂੰ ਐਕਸਰਸਾਈਜ਼ ਕਰਦੇ ਹਾਰਟ ਅਟੈਕ ਹੋ ਜਾਂਦਾ, ਬਿਕੋਜ਼ ਬੋਡੀ ਥਕਾਣੀ ਨਹੀਂ ਹੈ। ਅਸੀਂ ਬੋਡੀ ਨੂੰ ਰੀਜੂਵਨੇਟ ਕਰਨਾ, ਉਹਦੇ ਨਾਲ ਸਾਡਾ ਮਿਸ਼ਨ ਕੀ ਹੈ, ਕਰਨਾ, ਉਹਨੂੰ ਨਾਲ ਆਪਾਂ ਬੋਡੀ ਨੂੰ ਐਨਰਿਚ ਕਰਨਾ ਹੈ, ਰਾਈਟ। ਸੈਕੰਡ ਅਸੀਂ ਯੂਨੀਅਨ ਕਰਨੀ ਹੈ, ਆਪਣੇ ਆਪ ਨਾਲ ਜੁੜਨਾ, ਦੈਟ ਇਜ਼ ਆਵਰ ਮਿਸ਼ਨ। ਅਗਰ ਅਸੀਂ ਜੁੜਾਂਗੇ ਤਾਂ ਸਾਡਾ ਕੰਮ ਠੀਕ ਹੋ ਜਾਏਗਾ। ਤਾਂ ਯੋਗ ਹੈ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਯੰਗ ਜਨਰੇਸ਼ਨ ਹੈ ਚੀਜ਼ਾਂ ਨੂੰ ਸਮਝਦੀ ਹੈ ਤੇ ਨੈਚੁਰੋਪੈਥੀ ਵੱਲ ਅਟਰੈਕਟ ਹੋ ਰਹੀ ਹੈ? ਤੁਹਾਨੂੰ ਉੱਥੇ ਸਟੂਡੈਂਟਸ ਦਿਖਦੇ ਨੇ ਇਸ ਟਾਈਪ ਦੇ ਕਿ ਜਿਹੜਾ ਇਹਨੂੰ ਬਹੁਤ ਮਿਹਨਤ ਕਰਨੀ ਪੈਂਦੀ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਇੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਕਿਉਂਕਿ ਉਹਨਾਂ ਦਾ ਫੂਡ ਖਰਾਬ ਹੋ ਗਿਆ। ਪਿਜ਼ਾ, ਬਰਗਰ, ਜਿੰਨਾ ਤੁਹਾਡਾ ਬਾਹਰਲਾ ਫੂਡ ਹੈ ਸਾਰਾ ਹਥਿਆਰਾ, ਪੀਪਲ ਇਜ਼ ਟੈਂਪਟਡ ਟੂ ਦੈਟ। ਔਰ ਫਿਰ ਹੋਮ ਸਪਲਾਈ ਹੈ, ਜ਼ੋਮੈਟੋ ਫਲਾਣਾ ਜਿਹੜਾ ਤੁਸੀਂ ਕਰੋ ਤੁਹਾਡੇ ਘਰ ਆ ਜਾਂਦਾ। ਈਜ਼ੀ ਬਣੀ ਜਾ ਰਿਹਾ, ਦਿਨ ਬ ਦਿਨ ਈਜ਼ੀ ਬਣੀ ਜਾ ਰਿਹਾ ਕੰਜ਼ਿਊਮ ਕਰਨਾ। ਲੇਡੀਜ਼ ਕਹਿ ਰਹੇ ਚਲੋ ਫੋਨ ਕਰੋ ਤੁਹਾਡੇ ਘਰ ਆ ਜਾਣਾ, ਬਟ ਦੇ ਡੋਂਟ ਨੋ ਕਿ ਕਿੰਨਾ ਹਾਰਮਫੁਲ ਹੈ। ਜਦ ਤੱਕ ਅਸੀਂ ਇਨਪੁਟ ਠੀਕ ਨਹੀਂ ਕਰਾਂਗੇ ਆਪਣਾ, ਤਦ ਤੱਕ ਅਸੀਂ ਠੀਕ ਨਹੀਂ ਹੋ ਸਕਦੇ। ਔਰ ਇਨਪੁਟ ਯੂਥ ਨੇ ਉਹ ਐਜੂਕੇਟ ਕਰਨ ਪਏ, ਲੀਵ ਇਟ, ਔਰ ਬੜਾ ਮੁਸ਼ਕਿਲ ਹੈ। ਇਟਸ ਨਾਟ ਸੋ ਈਜ਼ੀ, ਇਟਸ ਨਾਟ ਸੋ ਈਜ਼ੀ, ਕਿਉਂਕਿ ਬੰਨ ਇੰਨੇ ਉਹ ਖੁੱਲ੍ਹ ਗਏ ਆ, ਬੱਚੇ ਜਾਂਦੇ ਉਹ ਜਾ ਕੇ ਉਹ ਖਾ ਕੇ ਆ ਜਾਂਦੇ, ਤੁਸੀਂ ਕੀ ਕਰੋਗੇ? ਆਪਣੇ ਵੱਲ ਲੈ ਵੀ ਆਉਂਦੇ, ਮਾਮਾ ਵੀ ਖੁਸ਼ ਹੈ ਤੇ ਬੱਚੇ ਵੀ ਖੁਸ਼ ਹੈ। ਔਖਾ ਕੰਮ ਹੈ, ਲੇਕਿਨ ਜੇ ਅਸੀਂ ਉਹਨੂੰ ਥੋੜ੍ਹਾ ਥੋੜ੍ਹਾ ਮੋਟੀਵੇਟ ਕਰਾਂਗੇ, ਘਰ 'ਚ ਪਹਿਲਾਂ ਲਾਉਣਾ ਪਏਗਾ। ਸੋਰੀ, ਜੇ ਅਸੀਂ ਘਰ ਆਪਣਾ ਸੁਧਾਰ ਲਾਂਗੇ, ਸਮਾਜ ਸੁਧਰ ਜਾਏਗਾ। ਹਰੇਕ ਕੋਈ ਆਪਣੇ ਲੈਵਲ ਤੇ ਟਰਾਈ ਕਰੇ ਤਾਂ ਹੌਲੀ ਹੌਲੀ ਆਪਣਾ ਘਰ ਸੁਧਾਰ ਲਓ। ਅਸੀਂ ਮੈਂ ਕਹਿੰਦਾ ਸਮਾਜ ਸੇਵਾ, ਕਹਿੰਦਾ ਸਮਾਜ ਸੇਵਾ ਨਾ ਕਰੋ, ਆਪਣੀ ਸੇਵਾ ਕਰ ਲਓ। ਮੇਰਾ ਘਰ ਠੀਕ ਹੈ, ਤੁਹਾਡਾ ਘਰ ਠੀਕ ਹੈ, ਸਮਾਜ ਸੇਵਾ ਹੋਗੀ। ਅਸੀਂ ਆਪਣਾ ਘਰ ਤਾਂ ਠੀਕ ਨੇ, ਦੂਜਿਆਂ ਦਾ ਘਰ ਠੀਕ ਕਰਨ ਚਲੇ ਜਾਂਦੇ, ਔਰ ਆਪਣੇ ਘਰ ਉਹ ਕੁਝ ਹੁੰਦਾ ਪਿਆ, ਤਾਂ ਦੈਟ ਇਜ਼ ਬੈਡ। ਤੇ ਤੁਹਾਡਾ ਕੋਈ ਇੱਦਾਂ ਦਾ ਸੁਪਨਾ ਵੀ ਹੈ ਕਿ ਤੁਸੀਂ ਇੱਕ ਇੰਸਟੀਟਿਊਟ ਖੋਲ੍ਹਣਾ ਚਾਹੁੰਦੇ ਹੋ ਜਿਹਦੇ 'ਚ ਕਿ ਤੁਸੀਂ ਪੜ੍ਹਾਉਣਾ ਚਾਹੁੰਦੇ ਹੋ, ਨੈਚੁਰੋਪੈਥੀ ਪੜ੍ਹਾਉਣਾ ਚਾਹੁੰਦੇ ਹੋ? ਮੈਂ ਪੜ੍ਹਾ ਵੀ ਰਿਹਾ, ਪਹਿਲਾਂ ਆਨਲਾਈਨ ਹੀ ਪੜ੍ਹਾਉਂਦੇ, ਹੁਣ ਮੈਂ ਆਪਣਾ ਇੰਸਟੀਟਿਊਟ ਵੀ ਖੋਲ੍ਹਿਆ 5 ਸਾਲ ਤੋਂ। ਮੋਹਨ ਜੀ ਦੇ ਕੋਲ ਇੱਕ ਜਗ੍ਹਾ ਲਈ ਹੈ, ਅਤੇ ਉੱਥੇ ਬਾਰਿਸ਼ ਹੋਈ, ਸਾਨੂੰ ਪਤਾ ਪਾਣੀ ਭਰ ਗਿਆ। ਮੈਨੂੰ ਕਹਿੰਦਾ ਤੁਹਾਨੂੰ ਪਤਾ ਨਹੀਂ ਨਾ, ਇਹਦਾ ਵੀ ਇੱਕ ਸਿਸਟਮ ਹੁੰਦਾ ਕਿ ਪਾਣੀ ਆਇਆ ਤਾਂ ਅੱਛੀ ਗੱਲ ਹੈ, ਇਟਸ ਅ ਲਾਈਫ ਫॉर ਦੀ ਸੋਇਲ, ਲੇਕਿਨ ਉਹਨੂੰ ਪ੍ਰੀਜ਼ਰਵ ਕਿਸ ਤਰ੍ਹਾਂ ਕਰਨਾ, ਉਹਨੂੰ ਡਰੇਨ ਕਿਸ ਤਰ੍ਹਾਂ ਕਰਨਾ, ਪਾਣੀ ਸਪਲਾਈ ਕਰਨਾ। ਮੈਂ ਕਿਹਾ ਉਹ ਟੈਕਨੀਕਲ ਤੈਨੂੰ ਪਤਾ, ਮੈਨੂੰ ਦੱਸ ਨਹੀਂ ਪਿਆ, ਮੈਨੂੰ ਕਰਦੀ ਠੀਕ। ਮੈਂ ਪਰਸੋਂ ਮੈਂ ਕਿਹਾ ਮੈਂ ਗਲਤੀ ਕਰ, ਮੈਂ ਕਿਹਾ ਜੀ ਮੈਂ ਤਾਂ ਗਲਤੀ ਕਰ ਲਿਆ ਨਾ, ਪੈਸਾ ਲਾ ਕੇ। ਅਸੀਂ ਕਹਿੰਦੇ ਖੋਲ੍ਹਿਆ ਅਤੇ ਪਾਣੀ ਉਹ ਕਹਿੰਦਾ ਪਾਣੀ ਦੀ ਕੋਈ ਗੱਲ, ਸਾਧਨ ਲੱਭ ਲਾਂਗੇ। ਅਤੇ ਮੇਰਾ ਉਹੀ ਸੁਪਨਾ ਕਿ ਉੱਥੇ ਸਾਡਾ ਇੱਕ ਏਕੜ ਜਗ੍ਹਾ ਹੈਗੀ ਹੈ, ਉੱਥੇ ਇੱਕ ਨੈਚੁਰੋਪੈਥੀ ਦਾ ਸੈਂਟਰ ਬਣੇ, ਲੋਕ ਆਉਣ ਬੈਠਣ, ਉਹ ਜਿਹੜੀਆਂ ਚਿੜੀਆਂ ਦੀਆਂ ਆਵਾਜ਼ਾਂ ਆਉਣ, ਉਹ ਫਲ ਲੱਗੇ ਹੋਣ, ਫਲ ਖਾਣ, ਉਹਦੇ ਬਾਅਦ ਆਪਣਾ ਥੋੜ੍ਹਾ ਇਲਾਜ ਵੀ ਕਰਨ। ਅਤੇ ਜੋ ਅਸੀਂ ਵਿਸ਼ਰਾਮ ਕਰਨਾ, ਜੋ ਆਰਾਮ ਕਰਨਾ ਨਾ, ਉਹੋ ਹੀ ਸਾਡਾ ਖਪ ਕੋਈ ਹੋ ਜਾਂਦਾ। ਅੱਛੇ ਅਸੀਂ ਕਿਉਂ ਜਾਂਦੇ ਹਾਂ? ਅਸੀਂ ਜਦੋਂ ਵੀ ਕਦੀ ਬਾਹਰ ਆਊਟਿੰਗ 'ਤੇ ਜਾਂਦੇ ਹਾਂ, ਅਸੀਂ ਕੀ ਫੜਨੇ ਹਾਂ? ਛੋਟਾ ਪੱਥਰ ਫੜ ਲੈਂਦੇ ਹਾਂ, ਉਹ ਜਿਹੜਾ ਘੋਂਗਾ ਡਿੱਗਿਆ ਉਹ ਫੜ ਲੈਂਦੇ ਹਾਂ। ਅਸੀਂ ਕੋਈ ਰਿਫਾਈਨਡ ਚੀਜ਼ ਨਹੀਂ ਫੜਦੇ, ਅਸੀਂ ਉਹੀ ਫੜਨੇ ਹਾਂ। ਕਿਉਂ? ਕਿ ਸਾਡਾ ਬੇਸ ਤਾਂ ਉਹੀ ਹੈ। ਆਦੀਵਾਸੀ ਵਾਲੇ ਉੱਥੇ ਹੀ ਡਿਵੈਲਪ ਕਰਦੇ ਗਿਆ ਹੈ ਨਾ,
ਸਾਨੂੰ ਫਿਰ ਉਹ ਅਟਰੈਕਟ ਕਰੀ ਚੀਜ਼, ਹਾਂ ਇਹ ਘਰ ਰੱਖ ਲਾਂਗੇ। ਦੈਟ ਇਜ਼ ਨੇਚਰ। ਚਲੋ ਨੇਚਰ ਨਾਲ ਵੀ ਫੀਲ ਹੋਣਾ ਹੀ ਨੈਚੁਰੋਪੈਥੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਸੀਂ ਜਾਣਦੇ ਹਾਂ ਤਾਂ ਉਹੀ ਕਨੈਕਟ ਹੋਏ ਨਾ ਉਸੇ ਵੇਲੇ, ਤਾਂ ਅਸੀਂ ਉੱਥੇ ਹੀ ਜਾਣਾ, ਉਸ ਚੀਜ਼ ਨੂੰ ਅਸੀਂ ਪ੍ਰਮੋਟ ਕਰਨੇ ਕਿ ਅਸੀਂ ਉੱਥੇ ਹੀ ਜਾਵਾਂਗੇ। ਬੜੇ ਬੜੇ ਪੇੜ ਹੋਣ, ਅੱਛਾ ਫਲ ਲੱਗੇ ਹੋਣ। ਤੁਸੀਂ ਦੇਖੋ ਪਹਿਲਾਂ ਪਿੰਡਾਂ ਵਿੱਚ ਪੰਜਾਬ 'ਚ ਕੀ ਸੀ, ਵੱਡੇ ਵੱਡੇ ਬੋਰਡ ਲੱਗੇ ਹੁੰਦੇ ਸੀ, ਲੋਕ ਬਹਿ ਜਾਂਦੇ ਸੀ, ਗੱਪਾਂ ਮਾਰਦੇ ਸੀ, ਉਹਨਾਂ ਨੂੰ ਟੈਨਸ਼ਨ ਹੁੰਦੀ ਕਦੀ ਨਾ, ਟੈਨਸ਼ਨ ਸੀ ਨਾ ਸਟ੍ਰੈਸ ਸੀ, ਕੁਛ ਵੀ ਨਹੀਂ ਸੀ, ਕਿਉਂਕਿ ਸਾਰੇ ਇਕੱਠੇ ਬੈਠ ਕੇ ਗੱਲਾਂ ਕਰਦੇ ਸੀ। ਜਿਹਨੂੰ ਚੁਪਾਲ ਕਹਿੰਦੇ ਅਸੀਂ ਹਰਿਆਣਾ 'ਚ ਚੁਪਾਲ ਕਹਿੰਦੇ, ਚੁਪਾਲ ਹੋਰ ਕੀ ਹੈ, ਮੋਰੀ ਬਾਰ ਕਹਿੰਦੇ ਹੁੰਦੇ ਸੀ। ਮੇਰੇ ਨਾਨਕੇ ਯਾਦ ਹੈ, ਸਾਡੇ ਉੱਥੇ ਘਰ ਪਿੱਛੇ ਮੋਰੀ ਬਾਰ ਹੁੰਦਾ ਸੀਗਾ, ਸਾਰੇ ਸਾਡੇ ਮਾਮੇ ਮੂਮੇ ਨੂੰ ਉੱਧਰ ਚਲੇ ਜਾਣਾ, ਮੋਰੀ ਬਾਰ ਬੈਠ ਕੇ ਸਭ ਨੇ ਗੱਪਾਂ ਮਾਰਨੀਆਂ ਇਕੱਠੇ ਹੋ ਕੇ ਨਾ, ਪਿੰਡ ਵਾਲਿਆਂ ਨੇ ਗੱਪਾਂ ਮਾਰਨੀਆਂ। ਔਰ ਉਹਦੇ 'ਚ ਕੀ ਹੁੰਦਾ ਕਿ ਤੁਹਾਡਾ ਅੰਦਰ ਖਾਲੀ ਹੁੰਦਾ, ਤੁਹਾਨੂੰ ਸਭ ਕੁਝ ਦੇ ਦਿੱਤਾ ਜਾਏ ਕਿ ਤੁਸੀਂ ਪਬਲਿਕ ਜੇ 4 ਦੀਵਾਰ ਤੋਂ ਬਾਹਰ ਨਹੀਂ ਜਾਣਾ, ਤੁਹਾਨੂੰ ਸਾਰੀ ਚੀਜ਼ਾਂ ਮਿਲੀਆਂ, ਖਾਣਾ ਪੀਣਾ ਇਹ ਇੰਟਰਨੈਟ, ਤੁਸੀਂ 4 ਦਿਨ 'ਚ ਪਾਗਲ ਹੋ ਜਾਓਗੇ। ਖਾਣਾ ਪੀਣਾ ਸਿਰਫ ਨਹੀਂ ਹੈ, ਹਾਂਜੀ ਇਨਵਾਇਰਮੈਂਟ, ਲੋਕਾਂ ਨੂੰ ਮਿਲਣਾ ਗਿਲਣਾ, ਸੋਸ਼ਲ ਐਨੀਮਲ ਹੈ, ਮੈਨ ਇਜ਼ ਸੋਸ਼ਲ ਐਨੀਮਲ। ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਨੇ ਨਾ, ਉਹ ਮੈਟਰ ਕਰਦੀਆਂ, ਸਾਨੂੰ ਉੱਧਰ ਜਾਣਾ। ਤੁਹਾਡਾ ਇੰਸਟੀਚਿਊਟ ਸਰ ਹੁਣ ਮਤਲਬ ਨੀਅਰ ਫਿਊਚਰ 'ਚ ਬਣਨ ਵਾਲਾ ਹੈ ਕਿ ਆਲਰੇਡੀ ਬਣ ਚੁੱਕਿਆ ਹੈ, ਕਿ ਤੁਸੀਂ ਕੀ ਮੇਰਾ ਬਣ ਚੁੱਕਾ ਜੀ ਆਰੋਗਿਆ ਵਿਦਿਆ ਨੈਚੁਰੋਪੈਥੀ ਇੰਸਟੀਚਿਊਟ, ਇਸ ਵਾਰ ਪਿਛਲੇ 5 ਸਾਲਾਂ ਤੋਂ ਚੱਲਦਾ ਪਿਆ, ਬਲਕਿ 10 ਸਾਲ ਹੀ ਹੋ ਗਿਆ। 5 ਆਰੋਗਿਆ ਵਿਦਿਆ ਕੀ ਉਹਨੂੰ ਐਨਰੋਲ ਕਰਨ ਦਾ ਕੀ ਕੋਰਸਿਸ ਕੀ ਨੇ ਉੱਥੇ ਤੁਹਾਡੇ ਇੰਸਟੀਚਿਊਟ ਦੇ ਵਿੱਚ? ਉੱਥੇ ਸਾਡੇ ਨੈਚੁਰੋਪੈਥੀ ਯੋਗਾ ਦੇ ਕੋਰਸਿਸ ਆ ਜੀ। ਮੇਰੇ 2 ਸਟੂਡੈਂਟ ਨੇ ਮਤਲਬ USA ਤੋਂ ਪੜ੍ਹਦੇ ਪਏ ਆ, ਆਨਲਾਈਨ ਹੀ ਪੜ੍ਹਦੇ ਪਏ ਆ, ਅਤੇ ਪੜ੍ਹਾਈ ਅੱਜ ਕੱਲ੍ਹ ਆਨਲਾਈਨ ਹੀ ਹੋ ਗਈ ਆ। ਅਤੇ ਸਾਡਾ ਜਿਹੜਾ ਇੰਸਟੀਚਿਊਟ ਆ ਉੱਥੇ ਮਤਲਬ ਦਾਖਲਾ ਭਰ ਲੈਣਗੇ, ਸੰਡੇ ਦੀ ਕਲਾਸਾਂ ਹੁੰਦੀਆਂ, ਅਤੇ ਅਸੀਂ ਉਹਨਾਂ ਨੂੰ ਟੀਚ ਕਰਨੇ ਆ ਕਿ ਇਹ ਸਿਸਟਮ ਹੈ, ਇਹ ਵੇ ਹੈ, ਜੁਆਇਨ ਅਸ, ਵਿਲ ਟੈਲ ਦੈਮ ਹਾਊ ਟੂ ਰਿਮੇਨ ਹੈਲਦੀ ਵਿਦਆਊਟ ਐਨੀ ਮੈਡੀਸਿਨ। ਨਹੀਂ USA ਤੋਂ ਕਿਵੇਂ ਪਾਰਟਿਸਿਪੇਟ, ਆਨਲਾਈਨ ਕੋਰਸਿਸ ਵਗੈਰਾ ਵੀ ਨੇ ਨਾਲ ਤੁਹਾਡੇ ਕੋਲੇ? ਆਨਲਾਈਨ ਅਸੀਂ ਜਿਹੜਾ ਕਲਾਸ ਹੈ ਨਾ, ਅਸੀਂ ਜਿਹੜਾ ਸ਼ਾਮ ਨੂੰ ਪੜ੍ਹਾਵਾਂਗੇ 7 ਵਜੇ ਦੇ ਕਰੀਬ, ਉਹਨਾਂ ਦਿਨ ਚੜ੍ਹਿਆ ਹੁੰਦਾ, ਅਤੇ ਆਨਲਾਈਨ ਕਲਾਸ ਉਹ ਮਤਲਬ WhatsApp 'ਤੇ ਜੁੜ ਜਾਂਦੇ ਨਾਲ ਅਤੇ ਪੜ੍ਹ ਲੈਂਦੇ ਆ। ਓਹ ਨਾਈਸ। ਅਤੇ ਇਹਦੇ 'ਚ ਸਰ ਤੁਸੀਂ ਫਿਰ ਇੱਥੇ ਪੜ੍ਹ ਕੇ ਉਹਨਾਂ ਨੂੰ ਕੋਈ ਡਿਪਲੋਮਾ ਵਗੈਰਾ ਮਿਲਦਾ ਹੈ ਕਿ? ਡਿਪਲੋਮਾ ਇੱਥੋਂ ਡਿਪਲੋਮਾ ਮਿਲਦਾ ਉਹਨਾਂ ਦਾ, ਹਾਂ ਡਿਪਲੋਮਾ ਮਿਲ ਜਾਂਦਾ ਇੱਥੋਂ। ਔਰ ਉਹ ਉੱਥੇ ਜਾ ਕੇ ਅਗਰ ਤੁਹਾਡੀ ਜੋ ਵੀ ਯੂਨੀਵਰਸਿਟੀ ਆ ਉੱਥੇ ਜਾ ਕੇ ਦਿਖਾਓਗੇ ਅਸੀਂ ਇੰਡੀਆ ਤੋਂ ਕੀਤਾ, ਆਨਲਾਈਨ ਕੀਤਾ ਡਿਪਲੋਮਾ, ਇਫ ਦੇ ਫਾਈਂਡ ਕੋ ਤੁਹਾਡੀ ਇੰਟਰਵਿਊ ਲੈਣ ਲੈਣਗੇ, ਉਹ ਤੁਹਾਨੂੰ ਇੱਕ ਬੇਸ ਮਿਲ ਜਾਏਗਾ। ਓਕੇ, ਬੇਸ ਮਿਲ ਜਾਏਗਾ, ਤੁਸੀਂ ਆ ਦਿਖਾਓ ਵੈਦਰ ਦੇ ਰਿਕੋਗਨਾਈਜ਼ ਇਟ ਔਰ ਨਾਟ, ਉਹ ਕਹਿੰਗੇ ਠੀਕ ਹੈ ਸਾਡਾ ਇੱਕ ਟੈਸਟ ਤੁਸੀਂ ਕਲੀਅਰ ਕਰ ਲਓ। ਕੱਲ੍ਹ ਹੀ ਮੇਰਾ ਇੱਕ ਸਟੂਡੈਂਟ ਉਹਦਾ ਦੀ ਪ੍ਰੈਕਟਿਸ ਨਾ ਵੀ ਕਰਨਾ ਹੋਵੇ ਬਾਹਰਲੀ ਦੁਨੀਆ ਵਾਸਤੇ, ਆਪਣੇ ਲਈ ਹੀ ਨੈਚੁਰੋਪੈਥੀ ਇੱਕ ਬਹੁਤ ਵਧੀਆ ਅੰਡਰਸਟੈਂਡਿੰਗ ਲੈ ਕੇ ਆਉਂਦੀ ਹੈ ਲਾਈਫ ਦੇ ਵਿੱਚ, ਆਈ ਥਿੰਕ ਸੋ। ਹਾਂਜੀ, ਇਹੋ ਹੀ ਕਹਿ ਰਹੇ ਹਾਂ ਕਿ ਅਗਰ ਬੰਦਾ ਆਪਣਾ ਘਰ ਹੀ ਸਮਝ ਲੈ ਕਿ ਮੈਨੂੰ ਖਾਣਾ ਕੀ ਚਾਹੀਦਾ, ਪੀਣਾ ਕੀ ਚਾਹੀਦਾ, ਰਹਿਣਾ ਕੀ ਚਾਹੀਦਾ, ਉਹ ਜੇ ਘਰ ਤੁਹਾਡਾ ਮੈਂ ਠੀਕ ਹੋ ਜਾਏ ਤਾਂ ਦੁਨੀਆ ਆਪੇ ਆਪ ਠੀਕ ਹੋ ਜਾਏਗੀ, ਕੋਈ ਦਿੱਕਤ ਹੀ ਨਹੀਂ ਹੈ। ਤੇ ਕਿੰਨਾ ਲੰਬਾ ਕੋਰਸ ਹੁੰਦਾ ਜੇ ਕਿਸੇ ਨੇ ਬੇਸਿਕ ਆਫ ਨੈਚੁਰੋਪੈਥੀ ਜਾਣਨੇ ਨੇ ਤਾਂ ਜਾਣਨਾ? ਇਹ ਬੇਸਿਕ ਤੇ ਅਸੀਂ 6 ਮਹੀਨੇ ਜਿਹੜੇ ਹੁਣ ਐਡਮਿਸ਼ਨ ਲੈ ਰਹੇ ਆ, ਦਸੰਬਰ 'ਚ ਉਹਨਾਂ ਦੀ ਮਤਲਬ ਪੇਪਰ ਹੋਏ ਨਾ, ਫਸਟ ਈਅਰ ਹੋਏ ਨਾ, ਨੈਕਸਟ ਦਸੰਬਰ ਦੇ ਵਿੱਚ ਉਹਨਾਂ ਦਾ ਸੈਕੰਡ ਈਅਰ ਹੋਏਗਾ, ਉਸ ਤੋਂ ਮਤਲਬ 2.5 ਸਾਲ ਲੱਗ ਜਾਂਦੇ ਆ। ਲੇਕਿਨ ਉਹਨੇ ਕਈ ਸਟੇਜਿਸ ਆ ਗਈਆਂ ਕਿ ਹੋਰ ਵੀ ਕਈਆਂ ਦੇ ਆ ਗਏ, ਉਹ ਸਾਲ ਦਾ ਹੀ ਕਰਦੇ ਹੋਏ ਸਾਲ ਦਾ ਸਰਟੀਫਿਕੇਟ ਦੇ ਦਿਓ, ਇਸ ਤਰ੍ਹਾਂ ਦਾ ਹੈ। ਇੱਕ ਹੋਰ ਇੰਸਟੀਟਿਊਸ਼ਨ ਖੁੱਲ੍ਹ ਗਿਆ, ਉਹ ਵੀ ਸ਼ੁਰੂ ਕਰਨੇ ਕਿ ਜੇ ਕੋਈ ਬੰਦਾ ਕਹਿੰਦਾ ਹਾਊਸ ਵਾਈਫਸ ਨੇ ਉਹਨੇ ਕਰਨਾ ਹੋਏ ਕੋਰਸ ਤਾਂ ਸੰਡੇ ਟੂ ਸੰਡੇ ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਇਹ? ਘੰਟਾ 1.5 ਘੰਟਾ ਕਲਾਸ ਹੁੰਦੀ ਹੈ, ਮਤਲਬ ਐਵਰੀ ਸੰਡੇ ਸਿਰਫ ਘੰਟਾ 1.5 ਘੰਟੇ ਦੀ ਕਲਾਸ, ਬਾਕੀ ਵੀਕਡੇਜ਼ ਦੇ ਵਿੱਚ ਨਹੀਂ। ਤੇ 2.5 ਸਾਲਾਂ ਦੇ ਵਿੱਚ ਅੱਛੀ ਖਾਸੀ ਨੌਲੇਜ ਪੂਰੀ ਨੈਚੁਰੋਪੈਥੀ ਦੀ ਆ ਜਾਂਦੀ ਹੈ, ਮਤਲਬ ਬਿਲਕੁਲ ਹੋ ਜਾਂਦਾ 2.5 ਸਾਲਾਂ ਬਿਲਕੁਲ ਨੌਲੇਜ ਹੋ ਜਾਂਦੀ ਜੀ। ਤੁਸੀਂ ਕਰਨਾ ਕੀ ਹੈ, ਘਰਾਂ 'ਚ ਕਿਸ ਤਰ੍ਹਾਂ ਬਾਤ, ਤੁਹਾਡੇ US ਵਗੈਰਾ ਜਾਂ ਲੰਡਨ ਵਾਲੇ ਤੇ ਬਾਥ ਟਬ ਬਣੇ ਹੁੰਦੇ ਆ, ਤੁਸੀਂ ਬਾਥ ਕਿਸ ਤਰ੍ਹਾਂ ਲੈਣਾ, ਕੀ ਕਰਨਾ, ਹਾਊ ਟੂ ਰਿਮੇਨ ਹੈਲਥ, ਉਹ 'ਚ ਬੜਾ ਕੁਛ ਹੋ ਜਾਂਦਾ, ਉਹ ਬਾਥ ਟਬ 'ਚ ਸਭ ਕੁਝ ਹੋ ਜਾਂਦਾ। ਲੂਈ ਕੂਨੇ ਨੇ ਕਿਹਾ ਕਿ ਹਿਪ ਬਾਥ ਲੈਣਾ ਇੱਕ ਕੋਈ ਵਧੀਆ ਬਾਤ ਹੈ, ਅਗਰ ਹਿਪ ਬਾਥ ਲੈ ਲਓਗੇ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਨਹੀਂ। ਮਤਲਬ ਸਾਡਾ ਸਾਰਾ ਜਿੰਨਾ ਸਿਸਟਮ ਹੈ ਨਾ, ਉਹ ਪੇਟ ਦੇ ਥੱਲੇ ਹੀ ਹੈ। ਉੱਪਰ ਸਾਡੇ ਇੱਕ ਹਾਰਟ ਹੈ, ਲੰਗਸ ਹੈ ਅਤੇ ਬ੍ਰੇਨ ਹੈ, 3 ਔਰਗਨਸ ਹੈ। ਬਾਕੀ ਸਾਰਾ ਜਿਹੜਾ ਸਾਡਾ ਜਿਹੜਾ ਮੇਨ ਫਰਨਸ ਹੈ ਉਹ ਪੇਟ 'ਚ ਹੀ ਹੈ। ਅਤੇ ਉਹ ਕਹਿੰਦੇ ਠੰਡਾ ਹੀ ਬਾਤ ਲਓ, ਪੇਟ ਨੂੰ ਠੰਡਾ ਕਰ ਲਓ, ਖਾਣਾ ਕਰ ਲਓ, ਰੈਗੂਲਾਈਜ਼ ਕਰ ਲਓ, ਤੁਹਾਨੂੰ ਕੋਈ ਬਿਮਾਰੀ ਆਏਗੀ ਨਹੀਂ। ਇਸ ਸੈਟ ਓਨਲੀ 1 ਬਾਤ, ਜ਼ਿਆਦਾ ਕਰਨ ਦੀ ਜ਼ਰੂਰਤ ਹੀ ਨਹੀਂ। ਨਹੀਂ, ਬੜੀ ਵਧੀਆ ਗੱਲ ਹੈ ਸਰ। ਇਹ ਮੈਂ ਤਾਂ ਸੁਜੈਸਟ ਕਰੂੰਗੀ ਕਿ ਮੈਂ ਆਪ ਵੀ ਟਰਾਈ ਕਰੂੰਗੀ ਕਿ ਜੇ ਮੈਂ ਵੀ ਇਹ ਕੋਰਸ ਨੂੰ ਅਟੈਂਡ ਕਰ ਸਕਾਂ, ਕਿਉਂਕਿ ਸੰਡੇ 'ਚ 1.5-2 ਘੰਟਾ ਇਨਵੈਸਟ ਕਰਨਾ, ਆਪਣੀ ਹੈਲਥ ਦੇ ਉੱਤੇ ਇਨਵੈਸਟ ਕਰਨਾ। ਆਪਾਂ ਇੰਨੇ ਟਾਈਮ ਡਾਕਟਰਾਂ ਕੋਲੇ ਧੱਕੇ ਖਾਂਦੇ ਹਾਂ ਜਾਂ ਇੰਨਾ ਆਪਾਂ ਲਾਈਫ 'ਚ ਬਾਕੀ ਟਾਈਮ ਇਨਵੈਸਟ ਕਰਦੇ ਹਾਂ ਆਪਣੀ ਹੈਲਥ ਦੇ ਉੱਤੇ, ਸੋ ਵਾਈ ਨਾਟ, ਆਪਾਂ ਨੂੰ ਨੈਚੁਰਲ ਤਰੀਕੇ ਪਤਾ ਹੋਣੇ ਚਾਹੀਦੇ ਨੇ, ਹੈ ਨਾ, ਅਤੇ ਇੱਕ ਵਧੀਆ ਆਲਟਰਨੇਟਿਵ ਹੈ ਇਹ। ਅਤੇ ਮੈਂ ਤੁਹਾਡੇ ਤੋਂ ਇੱਕ ਲਾਸਟ ਕੁਐਸਚਨ ਪੁੱਛਾਂਗੀ ਕਿ ਗੌਰਮੈਂਟ ਦੀ ਕਿੰਨੀ ਕੁ ਸਪੋਰਟ ਰਹਿੰਦੀ ਹੈ ਨੈਚੁਰੋਪੈਥੀ ਨੂੰ ਲੈ ਕੇ? ਤੁਹਾਨੂੰ ਐਕਸਪੀਰੀਅੰਸ ਇੰਨੇ ਸਾਲਾਂ ਦਾ ਹੁਣ। ਹਾਂਜੀ, ਹਾਂ, ਗੌਰਮੈਂਟ ਹੁਣ ਥੋੜ੍ਹਾ ਸਪੋਰਟ ਦੇਣ ਲੱਗ ਪਈ ਹੈ। ਪਹਿਲਾਂ ਨਹੀਂ ਸੀ ਮੰਨਦੀ, ਕਿਉਂਕਿ ਜਦੋਂ ਉਹਨਾਂ ਯੋਗਾ ਨੂੰ ਰਿਕੋਗਨਾਈਜ਼ ਕਰ ਲਿਆ ਅਤੇ ਨੈਚੁਰੋਪੈਥੀ ਰਿਕੋਗਨਾਈਜ਼ ਕਰ ਲਿਆ, ਦੋਨਾਂ ਰਿਕੋਗਨਾਈਜ਼ ਕਰ ਲਿਆ, ਨਾਓ ਦੇ ਆਰ ਗਿਵਿੰਗ ਸਪੋਰਟ।
ਲੇਕਿਨ ਆਪੋਜੀਸ਼ਨ ਬਹੁਤ ਹੈ, ਕਿਉਂਕਿ ਅਦਰ ਪੈਥੀ ਜਿਹੜੀਆਂ ਉਹ ਮੰਨਦੀਆਂ ਨਹੀਂ। 1903 ਦੇ ਵਿੱਚ ਐਡੀਸਨ ਨੇ ਕਿਹਾ ਸੀ, ਇਨ ਫਿਊਚਰ ਡਾਕਟਰ ਵਿਲ ਗਿਵ ਓਨਲੀ ਫੂਡ ਐਂਡ ਪ੍ਰੀਵੈਂਸ਼ਨ, ਨੋ ਮੈਡੀਸਨ। ਦੇਖੋ 1903 ਉਹਨਾਂ ਨੇ ਕਹਿਤਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਸਿਰਫ ਖਾਣਾ ਕੀ ਹੈ ਅਤੇ ਪਰਹੇਜ਼ ਕੀ ਕਰਨੇ, ਇਹੋ ਦੱਸਣਗੇ। ਕਹਿੰਦਾ ਲੇਕਿਨ ਐਡਵਰਟਾਈਜ਼ਮੈਂਟ ਇੰਨੀ ਆ ਰਹੀ ਹੈ ਦਵਾਈਆਂ ਦੀ, ਫੂਡ ਦੀ ਆ ਰਹੀ ਹੈ, ਉਹ ਨਾਲ ਲਿਖਿਆ ਹੁੰਦਾ ਇਨ ਕੇਸ ਆਫ ਐਨੀ ਪ੍ਰੋਬਲਮ ਸੀ ਯੋਰ ਡਾਕਟਰ। ਹੁਣ ਬੰਦਾ ਜਿਹਨਾਂ ਸਭ ਕੁਝ ਚਾਹੁੰਦਾ ਡਰਪੋਕ, ਉਹਨੂੰ ਡਰ ਕ੍ਰੀਏਟ ਕਰਕੇ ਕੋਈ ਪ੍ਰੋਬਲਮ ਨਾ, ਸੀ ਯੋਰ ਡਾਕਟਰ। ਡਾਕਟਰ ਕੋਲ ਜਾਂਦੇ ਆ, ਉਹ ਕਹਿੰਦੇ ਐ ਲਓ ਜੀ ਰਿਪੋਰਟ ਲਿਆ ਕੇ, ਰਿਪੋਰਟ ਆਉਂਦੀ ਐਡੀ ਐਡੀ ਵੱਡੀ, ਹੋ ਸਕਦਾ ਡਾਕਟਰ ਨੂੰ ਨਹੀਂ ਪੜ੍ਹਨੀ, ਲੇਕਿਨ ਪੈਰਾਮੀਟਰ ਨਾਲ ਰੱਖਿਆ, ਉਹ ਪੈਨ ਫੜਦਾ ਲਾਲ, ਐ ਗੋਲੇ ਲਾਈ ਜਾਂਦਾ, ਜਿੰਨੇ ਗੋਲੇ ਲੱਗ ਗਏ ਪੇਸ਼ੈਂਟ ਦਾ ਮਨੋਬਲ ਗਿਰ ਜਾਂਦਾ। ਫਿਰ ਉਹ ਲਿਖਦਾ ਇਹ ਦਵਾਈਆਂ ਲਓ, ਇਹ ਦਵਾਈਆਂ ਲਓ, ਠੀਕ ਨਹੀਂ ਹੁੰਦਾ, ਦੈਨ ਹੀ ਮੂਵਸ ਟੂ ਦੀ ਨੈਕਸਟ ਡਾਕਟਰ, ਦੈਨ ਹੀ ਮੂਵਸ ਟੂ ਦੀ ਨੈਕਸਟ ਡਾਕਟਰ। ਔਰ ਦਵਾਈਆਂ ਦੇ ਪਲੰਦੇ ਘਰਾਂ 'ਚ ਪਏ ਹੋਏ, ਠੀਕ ਨਹੀਂ ਹੋ ਰਹੇ, ਕਿਉਂਕਿ ਕਾਰਨ ਨਹੀਂ ਠੀਕ ਹੋ ਰਿਹਾ। ਸਿੰਪਟਮ ਨੂੰ ਤੇ ਟ੍ਰੀਟਮੈਂਟ ਕਰਨਾ ਨਹੀਂ ਹੋਏਗਾ। ਵੀ ਆਰ ਟੂ ਸੀ ਦੀ ਕਾਜ਼, ਜੜ ਤੱਕ ਜਾਣਾ ਚਾਹੀਦਾ, ਉਹਦੀ ਦੇਖਣਾ ਚਾਹੀਦਾ ਲਾਈਫ ਸਟਾਈਲ ਕੀ ਹੈ ਬੰਦੇ ਦਾ। ਨੈਚੁਰੋਪੈਥੀ ਇਹੋ ਹੀ ਹੈ, ਵੀ ਟ੍ਰੀਟ ਦੀ ਕਾਜ਼, ਨਾਟ ਦੀ ਸਿੰਪਟਮ। ਸਿੰਪਟਮ ਤਾਂ ਕੁਛ ਵੀ ਹੋ, ਔਰ ਸਾਡੀਆਂ 4-5 ਬਿਮਾਰੀਆਂ ਸ਼ਾਇਦ ਮੋਹਨ ਜੀ ਨੇ ਦੱਸਿਆ ਹੋਵੇਗਾ, ਜ਼ੁਕਾਮ ਹੋ ਜਾਏ, ਵੋਮਿਟਿੰਗ ਆਉਣ, ਬੁਖਾਰ ਹੋ ਜਾਏ, ਔਰ ਲੂਜ਼ ਮੋਸ਼ਨ ਹੋ ਜਾਏ, ਵੂਪਿੰਗ ਖਾਂਸੀ ਹੋ ਜਾਏ, ਇਹ 5 ਜਿਹੜੀ ਬਿਮਾਰੀਆਂ ਨੇ ਇਹ ਸੇਵੀਅਰ ਹੈ, ਇਹਦਾ ਇਲਾਜ ਨਹੀਂ ਕਰਨਾ। ਇਹ ਬੋਡੀ ਦਾ ਸੈਲਫ ਡਿਫੈਂਸ ਹੈ ਕਿ ਬੋਡੀ ਨੂੰ ਸਾਫ਼ ਕਰਦੀ ਪਈ ਹੈ। ਬੁਖਾਰ ਦਾ ਮਤਲਬ ਹੈ ਕਿਸੇ ਵਾਇਰਸ ਨੇ ਜਾਂ ਬੈਕਟੀਰੀਆ ਤੁਹਾਡੇ 'ਤੇ ਅਟੈਕ ਕਰਤਾ, ਬੋਡੀ ਰਿਕੋਗਨਾਈਜ਼ ਕਰਦੀ ਹੈ ਕੋਈ ਆਊਟਸਾਈਡਰ ਹੈਜ਼ ਕਮ ਇਨਸਾਈਡ, ਉਹ ਫਿਰ ਆਪਣੀ ਹੀਟ ਨੂੰ ਵਧਾਏਗੀ। ਤੁਹਾਨੂੰ ਅਨਕੰਫਰਟੇਬਲ ਲੱਗਿਆ, ਕਹਿੰਦਾ ਅਨਕੰਫਰਟੇਬਲ ਲੱਗਦਾ 102 ਤੇ ਜਾ ਕੇ ਠੀਕ ਹੈ, 103 ਤੱਕ ਲੱਗੇ ਤਾਂ ਮੱਥੇ 'ਤੇ ਠੰਡੀ ਪੱਟੀ ਰੱਖੋ ਅਤੇ ਨਾਭੀ ਤੋਂ ਥੱਲੇ ਠੰਡੀ ਪੱਟੀ ਰੱਖ ਲਓ, ਅਤੇ ਬੁਖਾਰ ਨੂੰ 102 ਤੋਂ ਘੱਟ ਨਹੀਂ ਕਰਨਾ, ਜਿੱਥੋਂ ਟੋਲਰੇਟ ਕਰ ਸਕੋ, ਕਿਉਂਕਿ ਹੀਟ ਚਾਹੀਦੀ ਹੈ। ਉਹ ਫਿਰ 1-2 ਦਿਨ ਦੇ ਵਿੱਚ ਉਹ ਜਿਹੜਾ ਬੈਕਟੀਰੀਆ ਹੋਏਗਾ ਉਹ ਮਰ ਜਾਏਗਾ ਤਾਂ ਤੁਸੀਂ ਤਰੋ ਤਾਜ਼ਾ ਹੋ ਜਾਓਗੇ। ਲੇਕਿਨ ਹੁੰਦਾ ਕਿ ਬੁਖਾਰ ਨੂੰ ਬਿਮਾਰੀ ਸਮਝ ਕੇ, ਮਤਲਬ ਆਪਣੇ ਆਪ ਨੂੰ ਰਿਪੇਅਰ ਕਰਨ ਦਾ ਇੱਕ ਤਰੀਕੇ ਹੁੰਦੇ ਨੇ, ਬੋਡੀ ਆਪਣੇ ਆਪ ਨੂੰ ਰਿਪੇਅਰ ਕਰਨਾ ਬੋਡੀ ਨੂੰ ਪਤਾ ਲੱਗ। ਹੁਣ ਦੇਖਣਾ ਐਡੀ ਵੱਡੀ ਆਈ ਜਦੋਂ ਕੋਵਿਡ ਆਇਆ, ਸਭ ਨੂੰ ਤਾਂ ਨਹੀਂ ਹੋਇਆ, ਮਾੜਾ ਮਾੜਾ ਸਭ ਨੂੰ ਹੋਇਆ, ਲੇਕਿਨ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਅੱਛੀ ਸੀ ਉਹਨਾਂ ਨੂੰ ਇਫੈਕਟ ਨਹੀਂ ਹੋਇਆ। ਜਿਹੜੇ ਬੰਦੇ ਬਹੁਤ ਜ਼ਿਆਦਾ ਦਵਾਈਆਂ ਡਿਪੈਂਡੈਂਟ ਸੀ ਜਾਂ ਹੋਰ ਸੀ, ਵੀਕ ਸੀ, ਉਹਨਾਂ 'ਤੇ ਇਫੈਕਟ ਹੋਇਆ ਔਰ ਉਹਨਾਂ ਦੀ ਡੈਥ ਵੀ ਹੋਈ। ਤਾਂ ਅਸੀਂ ਆਪਣੀ ਇਮਿਊਨਿਟੀ ਨੂੰ ਵਧਾ ਕੇ ਰੱਖਣਾ। ਜ਼ੁਕਾਮ ਕੀ ਹੈ? ਬਿਮਾਰੀ ਨਹੀਂ ਹੈ, ਸਾਡੇ ਬਹੁਤ ਜ਼ਿਆਦਾ ਗੰਦਗੀ ਇਕੱਠੀ ਹੋ ਗਈ ਹੈ, ਜ਼ੁਕਾਮ ਰਸਤੇ ਬਾਹਰ ਜਾਂਦੀ, ਅਨਕੰਫਰਟੇਬਲ ਹੋ, ਥੋੜਾ ਕੋਸਾ ਪਾਣੀ ਪੀ ਲਓ, 2 ਦਿਨ ਫਾਸਟ ਕਰ ਲਓ, ਰੋਟੀ ਨਾ ਖਾਓ, ਤੀਜੇ ਦਿਨ ਆਪਣੇ ਆਪ ਠੀਕ ਹੋ ਜਾਓ। ਲੇਕਿਨ ਵੀ ਸਟਾਰਟ ਟੇਕਿੰਗ ਮੈਡੀਸਨ, ਔਰ ਉਹ ਜਿਹੜਾ ਫਿਰ ਸਾਡੀ ਗੰਦਗੀ ਹੈ ਉਹ ਇੱਥੇ ਜੰਮ ਜਾਂਦੀ ਮੱਥੇ 'ਤੇ, ਫਿਰ ਕਹਿੰਦੇ ਸਾਈਨੋਸਾਈਟਿਸ ਹੋ ਗਿਆ, ਫਿਰ ਉਹੋ ਹੀ ਗੰਦਗੀ ਅੰਦਰ ਗਲੇ 'ਚ ਗਿਰੇਗੀ, ਲੰਗਸ 'ਚ ਫਸੇਗੀ, ਫਿਰ ਕਹਿੰਦੇ ਜੀ ਬ੍ਰੌਨਕਾਈਟਿਸ ਹੋ ਗਿਆ, ਅਸਥਮਾ ਹੋ ਗਿਆ। ਪ੍ਰੋਬਲਮ ਹੈ ਕਿ ਜਿਹੜੀ ਗੰਦਗੀ ਬਾਹਰ ਜਾਂਦੀ, ਬੋਡੀ ਸੁੱਟਦੀ ਪਈ ਬਾਹਰ, ਬੋਡੀ ਅੰਦਰ ਗੰਦਗੀ ਰੱਖਦੀ ਹੋਣੀ, ਜਿਲੇ ਸਾਡਾ ਮਤਲਬ ਅੰਦਰ ਸਟੂਲ ਵਗੈਰਾ ਪੈਦਾ ਹੋ ਜਾਂਦਾ ਤਾਂ ਬੋਡੀ ਉਹਨੂੰ ਕਰਦੀ ਹੈ, ਕਾਲ ਆਫ ਨੇਚਰ ਆਉਂਦੀ ਹੈ, ਇਟ ਇਜ਼ ਅਨਵਾਂਟਡ ਮਟੀਰੀਅਲ, ਥਰੋ ਇਟ ਅਵੇ। ਉਹ ਤਾਂ ਕੋਸ਼ਿਸ਼ ਕਰਦੀ ਹੈ, ਲੇਕਿਨ ਅਸੀਂ ਉਹਦੀ ਗੱਲ ਨਹੀਂ ਸੁਣਦੇ। ਅਤੇ ਇਸ ਕਰਕੇ ਜਦੋਂ ਬੋਡੀ ਦੀ ਅਸੀਂ ਲੈਂਗੁਏਜ ਸੁਣਨੀ ਸ਼ੁਰੂ ਕਰ ਦੇਂਗੇ, ਬੋਡੀ ਦੇ ਵਾਇਸ ਸੁਣੂ ਕਰਨ, ਤਾਂ ਵੀ ਰਿਮੇਨ ਹੈਲਦੀ ਫॉर ਅ ਲੌਂਗਰ ਟਾਈਮ। ਕੋਈ ਐਸੀ ਗੱਲ ਹੀ ਨਹੀਂ ਹੈ। ਵੈਰੀ ਨਾਈਸ ਸਰ। ਤੁਹਾਡਾ ਕਿੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਇਹਨੂੰ ਨੈਚੁਰੋਪੈਥੀ ਨੂੰ ਲੈ ਕੇ? ਮੈਂ 98 'ਚ ਕਰ ਲਿਆ ਸੀ, 2001 'ਚ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ। ਅੱਛਾ, ਆਲਮੋਸਟ 22-23 ਸਾਲ ਹੋ ਗਏ ਮਤਲਬ ਤੁਹਾਨੂੰ ਪੜ੍ਹਾਉਂਦੇ ਹੋਏ? 22-23 ਸਾਲ ਹੋ ਗਿਆ। ਹੁਣ ਤਾਂ ਮਜ਼ਾ ਹੀ ਬੜਾ ਆਉਂਦਾ ਨੈਚੁਰੋਪੈਥੀ ਦੀ ਗੱਲ ਕਰਕੇ। ਜੇ ਕੋਈ ਬੰਦਾ ਪੁੱਛੇ ਨਾ, ਸ਼ੁਕਰ ਹੈ ਕੋਈ ਨੈਚੁਰੋਪੈਥੀ ਸੁਣਨ ਵਾਲਾ ਤੇ ਆਇਆ। ਆਈ ਲਵ ਇਟ, ਆਈ ਇੰਜੋਏ ਮਾਈ ਲੈਸਨ। ਤੁਸੀਂ ਪ੍ਰੈਕਟਿਸ ਵੀ ਫਿਰ ਆਬਵੀਅਸਲੀ ਆਪਣੀ ਲਾਈਫ 'ਚ ਆਪਣੇ ਆਪ ਤੇ ਤਾਂ ਪ੍ਰੈਕਟਿਸ ਕਰਦੇ ਹੀ ਹੋਵੋਗੇ ਨੈਚੁਰੋਪੈਥੀ ਕਾਫੀ? ਹੈ ਆਪਣੇ ਤੇ ਕਰ ਲਈਦਾ, ਆਪਣੇ ਤੇ ਦੇਖੋ ਕੱਲ੍ਹ ਸੀ ਸਵੇਰੇ ਅਗਰ ਥੋੜ੍ਹਾ ਜਿਹਾ ਖਾ ਲਿਆ, ਨਾਸ਼ਤਾ ਕਰ ਲਿਆ, ਦਿਲ ਦਾ ਮੋਸਟਲੀ ਮੇਰਾ ਹੁੰਦਾ ਕਿ 12 ਵਜੇ ਤੱਕ ਮੈਂ ਫਰੂਟ ਹੀ ਲੈਣਾ। ਅੱਛਾ, ਸਵੇਰੇ ਇੱਕ ਆਦਤ ਹੈ ਪੁਰਾਣੀ, 1 ਕੱਪ ਚਾਹ ਲੈਣਾ, ਉਹ ਲੈਣਾ ਹੀ ਲੈਣਾ 8 ਵਜੇ ਦਾ। ਵਾਈਫ ਨੇ ਦੋਨੋਂ ਚਾਹ, ਅੱਜ ਚਾਹ ਮਿਸ ਹੋ ਗਈ ਹੈ, ਜਲਦੀ ਪੀ ਲਈ ਸੀ, ਲੇਕਿਨ ਮੈਂ ਉਹਦੇ 12 ਵਜੇ ਤੱਕ ਕੋਈ ਜਿਹੜਾ ਸੀਜ਼ਨ ਦਾ ਫਰੂਟ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਖਰਬੂਜ਼ਾ ਹੋਇਆ, ਲੀਚੀ ਹੋਈ ਜਾਂ ਕੁਛ ਉਹ ਲੈਣਾ। 12-12:30 ਵਜੇ ਫਿਰ ਉਸ ਲਈ ਅਗਰ ਭੁੱਖ ਹੋਏਗੀ ਤਾਂ ਥੋੜ੍ਹੀ ਚਪਾਤੀ ਵਗੈਰਾ ਖਾ ਲਾਂਗੇ, ਨਹੀਂ ਖਾਧੀ ਫਿਰ ਰਾਤੀ ਖਾ ਲਾਂਗੇ। ਭੁੱਖ ਦੀ ਵੇਟ ਜ਼ਰੂਰ ਕਰਨਾ ਮੈਂ। ਤੁਸੀਂ ਕੋਈ ਰეკਮੈਂਡ ਫਾਸਟਿੰਗ ਰੈਗੂਲਰ ਫਾਸਟਿੰਗ ਵਿਦਆਊਟ ਐਨੀ ਰੀਜ਼ਨ ਵੀ ਰეკਮੈਂਡ ਕਰਦੇ ਹੋ ਕਿ ਆਪਾਂ ਨੂੰ ਹਰੇਕ ਮਹੀਨੇ 'ਚ 2 ਦਿਨ ਜਾਂ 3 ਦਿਨ ਕਰਨਾ ਚਾਹੀਦਾ ਇੱਦਾਂ ਕੁਛ? ਐਸਾ ਹੈ ਕਿ ਇਸ ਤਰ੍ਹਾਂ 2015 'ਚ ਯੋਸ਼ਿਨੋਰੋ ਓਸ਼ੁਨੀ ਜਾਪਾਨੀ ਸਾਇੰਟਿਸਟ ਹੋਇਆ, ਉਹਨੂੰ ਪੁਰਸਕਾਰ ਮਿਲਿਆ, ਨੋਬਲ ਪੁਰਸਕਾਰ। ਉਹਨੇ ਕਿਹਾ ਕਿ ਅਗਰ ਅਸੀਂ ਮਹੀਨੇ 'ਚ 2 ਦਿਨ 10-10 ਘੰਟੇ ਫਾਸਟ ਕਰ ਲਈਏ, ਪਾਣੀ ਤੱਕ ਨਾ ਪੀਏ, ਤਾਂ 90% ਕੈਂਸਰ ਦੇ ਕੇਸ ਹੋਣਗੇ ਨਹੀਂ। ਅੱਛਾ,
ਮਹੀਨੇ 'ਚ 2 ਦਿਨ ਮਤਲਬ 10-10 ਘੰਟੇ 2 ਦਿਨ 10-10 ਘੰਟੇ ਹਾਂ ਵਰਤ ਕਰ ਲਓ। ਤੇ ਹਿੰਦੂ ਮਤਲਬ ਦੇਖੋ ਸਾਡਾ ਸਨਾਤਨ ਧਰਮ ਕੀ ਕਹਿੰਦਾ 2 ਇਕਾਦਸ਼ੀਆਂ ਆਉਂਦੀਆਂ ਲੋਕਾਂ ਨੂੰ ਪਤਾ ਹੀ ਨਹੀਂ, ਇਹ ਤਾਂ ਕਈ ਸਾਲਾਂ ਤੋਂ ਕਹਿੰਦਾ ਕਿ 2 ਇਕਾਦਸ਼ੀ ਦਾ ਵਰਤ ਰੱਖੋ। ਸਾਨੂੰ ਜਿਹੜਾ ਸਾਡਾ ਧਰਮ ਹੈ, ਜਿਹੜਾ ਸਾਡੇ ਧਰਮ ਨੇ 4000-5000 ਸਾਲ ਪਹਿਲਾਂ ਕਿਹਾ ਸੀ, ਸਾਨੂੰ ਪਤਾ ਨਹੀਂ ਹੈ, ਲੇਕਿਨ ਉਸ ਬੰਦੇ ਨੋਬਲ ਪੁਰਸਕਾਰ ਲੈ ਲਿਆ ਸੇਮ ਚੀਜ਼ ਕਹਿ ਕੇ। ਸਾਡਾ ਜਿਹੜਾ ਸਨਾਤਨ ਧਰਮ ਹੈ ਬਹੁਤ ਸਾਇੰਟੀਫਿਕ ਹੈ, ਇਹ ਮਤਲਬ ਨਹੀਂ ਹੈਗਾ ਸਾਇੰਟੀਫਿਕ, ਬਹੁਤ ਉਹਨੇ ਕਿਹਾ 2 ਦਿਨ, ਕਿਉਂਕਿ 2 ਪਕਸ਼ ਬਦਲਦੇ ਆ, ਕ੍ਰਿਸ਼ਨ ਪਕਸ਼ ਅਤੇ ਸ਼ੁਕਲ ਪਕਸ਼, ਦੋਨਾਂ ਚੇਂਜਿਸ ਉੱਤੇ ਉਹਨੇ ਕਿਹਾ ਫਾਸਟ ਕਰ ਲਓ ਸਵੇਰੇ ਲੈ ਕੇ ਸ਼ਾਮ ਤੱਕ। ਉਹ ਤੁਸੀਂ ਫਾਸਟ ਸ਼ੁਰੂ ਕਰ ਸਕਦੇ ਹੋ। ਟੇਕ 1 ਡੇ ਕਿ ਅੱਜ ਅਸੀਂ ਕੁਛ ਨਹੀਂ ਖਾਣਾ, ਸਾਡੀ ਅੱਜ ਕਿਚਨ ਬੰਦ ਹੈ, ਵੀ ਵਾਂਟ ਟੂ ਟੇਕ ਫਰੂਟ ਓਨਲੀ, ਬਸ ਇੱਕ ਦਿਨ ਫਰੂਟ ਹੋ ਗਿਆ, ਫਰੂਟ 'ਤੇ ਫਾਸਟ ਹੋ ਗਿਆ ਤੁਹਾਡਾ ਬਸ, ਕਿਉਂਕਿ ਫਰੂਟ ਜਿਹੜਾ ਅਲਕਲਾਈਨ ਹੁੰਦਾ ਅੰਦਰ ਤੁਹਾਡਾ ਸਾਫ਼ ਕਰੇਗਾ, ਜ਼ਿਆਦਾ ਤੁਹਾਨੂੰ ਫੂਡ ਚਾਹੀਦਾ ਨਹੀਂ, ਦੈਟਸ ਆਲ। ਓਕੇ, ਮਤਲਬ ਤੁਸੀਂ ਮਹੀਨੇ ਦੇ 3 ਕੁ ਵਰਤ ਕਹਿ ਰਹੇ ਹੋ ਕਿ ਮਹੀਨੇ ਦੇ 3 ਜਾਂ 4 ਵਰਤ, ਇੱਕ ਫਰੂਟ ਵਾਲਾ ਹੋ ਗਿਆ ਤੇ 2 ਬਿਨਾਂ ਪਾਣੀ ਵਾਲੇ ਹੋ ਗਏ। ਬਸ ਤੁਸੀਂ ਪਹਿਲਾਂ ਸਟਾਰਟ ਕਰੋ ਨਾ ਕਿ ਇੱਕ ਦਿਨ ਅੱਜ ਮੈਂ ਸਿਰਫ ਫਲ ਹੀ ਖਾਣੇ ਜਿਸਲੇ ਜ਼ਰੂਰਤ ਪੜੇ, ਔਰ ਰਸਦਾਰ ਫਲ ਹੋਣ, ਰਸਦਾਰ ਜਿਹੜੇ ਹੋਣੇ, ਜਿਹੜੇ ਸਾਡੇ ਸੈਂਟਰਿਕ ਫਰੂਟ ਹੈ ਰਸਦਾਰ ਹੁੰਦੇ ਆ, ਸੰਤਰਾ ਹੋ ਗਿਆ, ਮਾਲਟਾ ਹੋ ਗਿਆ, ਕੁਛ ਹੋ ਗਿਆ, ਨਹੀਂ ਹੋ ਤਾਂ ਪੱਕਾ ਟਮਾਟਰ ਖਾ ਲਓ, ਇਕੁਅਲੀ ਗੁੱਡ ਖਾ ਲਓ, ਤੁਹਾਨੂੰ ਲੱਗੇਗਾ ਬਹੁਤ ਹਲਕਾ ਹੈ, ਐਨਰਜੀ ਬਹੁਤ ਆਏਗੀ। ਜਦੋਂ ਫਲ ਖਾਓ ਬੜੀ ਐਨਰਜੀ ਹੈ ਔਰ ਹਲਕੇ ਫੁਲਕੇ ਰਹੋਗੇ। ਜਦੋਂ ਅਨਾਜ ਖਾਂਦੇ ਆ ਪੱਕਿਆ ਤਾਂ ਉਹ ਸਾਨੂੰ ਲੱਗਦਾ ਕਿ ਹੁਣ ਥੋੜ੍ਹਾ ਰੈਸਟ ਕਰੋ, ਖਾਣਾ ਖਾਣ ਦੇ ਬਾਅਦ ਲੱਗਦਾ ਕਿ ਹੁਣ ਸੌਂ ਜਾਈਏ ਥੋੜ੍ਹੀ ਦੇਰ। ਫਲ ਖਾਣ ਦੇ ਬਾਅਦ ਕੀ ਹੈਗਾ, ਉਹ ਨਹੀਂ ਲੱਗੇਗਾ ਤੁਹਾਨੂੰ, ਫਲ ਖਾਣ ਦੇ ਬਾਅਦ ਨਹੀਂ ਲੱਗੇਗਾ, ਤੁਸੀਂ ਐਨਰਜੈਟਿਕ ਰਹੋਗੇ। ਇਹ ਸਟਾਰਟ ਕਰਕੇ ਦੇਖੋ, ਇੱਕ ਦਿਨ ਆਪਣੇ ਦਾ ਐਕਸਪੈਰੀਮੈਂਟ ਕਰ, ਜੇ ਤੁਸੀਂ ਆਪਣੇ ਐਕਸਪੈਰੀਮੈਂਟ ਕਰੇਗਾ ਦੈਨ ਯੂ ਕੈਨ ਬੈਟਰ ਐਕਸਪਲੇਨ। ਤੁਸੀਂ ਆਪਣੇ ਐਕਸਪੀਰੀਅੰਸ 'ਤੇ ਗੱਲ ਕਰਦੇ ਪਏ ਤਾਂ ਯੂ ਕੈਨ ਸਟਾਰਟ ਇਟ। ਹਾਂ, ਇੱਕ ਦਿਨ ਕਰ ਲਓ ਫਾਸਟ, ਅੱਜ ਫਰੂਟ ਹੀ ਖਾਣੇ ਆ, ਤੁਹਾਡੇ ਤਾਂ ਫਰੂਟ ਦੇ ਵੈਸੇ ਅੰਬਾਰ ਹੀ ਬੜੇ ਲੱਗੇ ਹੁੰਦੇ, ਬਾਹਰ ਜਾਓ ਤਾਂ ਫਰੂਟ ਹੀ ਫਰੂਟ ਨਜ਼ਰ ਆਉਂਦਾ। ਨਹੀਂ ਸਰ, ਕੈਨੇਡਾ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਤਾਂ ਸਾਡੇ ਜਿਹੜੇ ਸਮਰ ਹੁੰਦੀਆਂ ਨੇ 4 ਕੁ ਮਹੀਨੇ ਹੀ ਹੁੰਦੇ ਨੇ, ਤੇ ਵਿੰਟਰਸ ਕਾਫੀ ਲੰਬੀ ਹੁੰਦੀਆਂ ਨੇ, ਤੇ ਵਿੰਟਰਸ ਦੇ ਵਿੱਚ ਇੱਥੇ ਬੇਰੀਜ਼ ਬਹੁਤ ਲੱਗਦੀਆਂ ਨੇ, ਜਿਵੇਂ ਸਟ੍ਰਾਬੇਰੀਜ਼, ਬੇਰੀਜ਼ ਹੈ ਨਾ, ਤੇ ਉਹ ਲੋਕਲ ਫਰੂਟ ਅਸੀਂ ਲੈ ਸਕਦੇ ਹਾਂ ਇੱਥੋਂ। ਤੇ ਅਦਰਵਾਈਜ਼ ਤਾਂ ਬਾਹਰੋਂ ਆਉਂਦਾ ਫਿਰ ਫਰੂਟ, ਜਿਹੜਾ ਦੂਜਾ ਫਰੂਟ ਹੁੰਦਾ, ਕੇਲੇ ਕੁੱਲੇ ਹੁੰਦੇ ਨੇ, ਉਹ ਤਾਂ ਫਿਰ ਘਰੋਂ ਬਾਹਰ ਐਕਸਪੋਰਟ ਹੋ ਕੇ ਆਉਂਦੇ ਨੇ। ਚਲੋ ਉਹ ਤਾਂ ਗੱਲ ਕੋਈ ਨਹੀਂ, ਮਤਲਬ ਅਸੀਂ ਬੇਰੀਜ਼ ਲੈ ਲਈਏ। ਬਾਕੀ ਜਿਸ ਤਰ੍ਹਾਂ ਸਰਦੀ ਹੋਏਗੀ ਸਾਨੂੰ ਫਿਰ ਥੋੜ੍ਹਾ ਫੂਡ ਚਾਹੀਦਾ ਵੀ ਹੁੰਦਾ, ਹੈਵੀ ਫੂਡ ਥੋੜ੍ਹਾ ਚਾਹੀਦਾ, ਕਿਉਂਕਿ ਸਰਦੀ ਨੂੰ ਮੇਨਟੇਨ ਬਾਡੀ ਨੂੰ ਕਰਨਾ, ਇੱਕ ਤਾਂ ਬਾਡੀ ਨੂੰ ਕਵਰ ਕਰਕੇ ਰੱਖਾਂਗੇ ਤਾਂ ਕਿ, ਲੇਕਿਨ ਉਸ 'ਤੇ ਸਾਨੂੰ ਫੂਡ, ਲੇਕਿਨ ਉਹਦੀ ਕੁਆਂਟਿਟੀ ਥੋੜ੍ਹੀ ਲੈਣੀ ਚਾਹੀਦੀ, ਸਮਾਲ ਕੁਆਂਟਿਟੀ, ਤਾਂ ਕਿ ਸਾਡਾ ਜਿਹਨਾਂ ਮੈਟਾਬੋਲਿਜ਼ਮ ਹੈ ਉਹ ਵੀ ਸਲੋ ਹੋ ਜਾਂਦਾ। ਸਮਾਲ ਕੁਆਂਟਿਟੀ ਨਾਲ ਭਾਵੇਂ 4 ਵਾਰ ਲੈ ਲਓ, ਉਹ ਕੋਈ ਫਰਕ ਨਹੀਂ ਪੈਂਦਾ। ਸਮਾਲ ਕੁਆਂਟਿਟੀ ਲੋਗੇ ਤਾਂ ਉਹ ਹਜ਼ਮ ਹੋ ਜਾਏ, ਬਸ ਪਹਿਲੀ ਕੰਡੀਸ਼ਨ ਹੈ whatsoever you eat that should be digested, this is first condition. Its juices should assimilate in our body and waste material should go from the body। ਇਹ ਬਾਹਰ ਚਲੇ ਜਾਏ, ਬਸ ਜੋ ਖਾਓ ਹਜ਼ਮ ਹੋ ਜਾਏ, ਉਹਦਾ ਰਸ ਸਾਡੀ ਬੋਡੀ 'ਚ ਹਜ਼ਮ ਸਾਥ ਹੋਏ ਔਰ ਜਿਹੜਾ ਵੇਸਟ ਮਟੀਰੀਅਲ ਸਾਡੀ ਬੋਡੀ 'ਚੋਂ ਬਾਹਰ ਨਿਕਲ ਜਾਏ। ਅਗਰ ਇਹ ਤਿੰਨੋਂ ਕਿਰਿਆਵਾਂ ਸੁਚਾਰੂ ਰੂਪ 'ਚ ਚੱਲਦੀਆਂ ਰਹਿਣ ਤਾਂ ਅਸੀਂ ਬਿਮਾਰ ਹੀ ਨਹੀਂ ਹੁੰਦੇ। ਵੱਡੀ ਬਿਮਾਰੀ ਹੋ ਹੀ ਨਹੀਂ ਸਕਦੀ, ਮਾੜਾ ਮੋਟਾ ਹੋਏਗਾ ਤਾਂ ਉਹ 1-2 ਦਿਨ ਠੀਕ ਕਰ ਲੈਂਦੀ ਬੋਡੀ ਆਪੇ ਹੀ। ਇਹ ਤਾਂ ਬੋਡੀ ਦਾ ਸਿਸਟਮ ਹੈ, ਬੋਡੀ ਬਿਮਾਰ ਨਹੀਂ ਰਹਿਣਾ ਚਾਹੁੰਦੀ, ਆਪਣੇ ਆਪ ਹੀ ਬੋਡੀ ਕੁਝ ਨਾ ਕੁਝ ਆਪਣਾ ਹੀਲਾ ਕੱਢਣਾ ਚਾਹੁੰਦੀ ਹੈ। ਬੋਡੀ ਬਿਲਕੁਲ ਠੀਕ ਕਰਨਾ ਚਾਹੀਦਾ, ਅਸੀਂ ਬੋਡੀ ਨੂੰ ਠੀਕ ਕਰਨ ਦਾ ਟਾਈਮ ਦਈਏ ਬਸ। ਉਹ 'ਚ ਸਭ ਤੋਂ ਵੱਡੀ ਗੱਲ ਹੈ ਕਿ ਮੂੰਹ 'ਤੇ ਥੋੜ੍ਹਾ ਕੰਟਰੋਲ, ਮੂੰਹ 'ਤੇ ਥੋੜ੍ਹਾ ਕੰਟਰੋਲ। ਤੇ ਮੇਰਾ ਬ੍ਰਦਰ ਜਿਹੜਾ ਮੋਹਨਜੀਤ ਹੈ, ਤਾਂ ਕਿੰਨੇ ਸਾਲ ਹੋ ਗਏ ਤਾਂ ਕੋਈ ਦਵਾਈ ਵੀ ਨਹੀਂ ਖਾਧੀ, ਇਹ ਤਾਂ ਰੈਸਟ ਕਰ ਲੈਂਦਾ ਹੁੰਦਾ, ਕਹਿੰਦਾ ਰੈਸਟ ਕਰ ਲਓ। ਪਹਿਲੇ ਸਭ ਤੋਂ ਬੈਸਟ ਮੈਂ ਤੁਹਾਨੂੰ ਉਹੀ ਕਿਹਾ ਕਿ ਰੈਸਟ ਇਜ਼ ਦੀ ਬੈਸਟ। ਤੁਸੀਂ ਦੇਖੋ ਜਿੰਨੇ ਜੀਵ ਜੰਤੂ ਹੈ ਜਦੋਂ ਬਿਮਾਰ ਹੁੰਦੇ ਸਭ ਤੋਂ ਪਹਿਲਾਂ ਰੈਸਟ ਹੀ ਕਰਦੇ, ਉਹ ਖਾਣਾ ਵੀ ਨਹੀਂ ਛੱਡਦੇ। ਤੁਸੀਂ ਘਰ ਜੇ ਅਗਰ ਕੁੱਤਾ ਵਾ ਰੱਖਿਆ, ਲੋਕਾਂ ਰੱਖਿਆ, ਜਦੋਂ ਬਿਮਾਰ ਹੁੰਦੇ ਨਾ ਉਹ 2-2, 3-3, 4-4 ਦਿਨ ਖਾਣਾ ਨਹੀਂ ਖਾਂਦੇ, ਮਾੜਾ ਮੋਟਾ ਘਾਹ ਖਾ ਕੇ ਉਲਟੀ ਕਰਦੇ ਬਸ। ਜਦੋਂ ਥੋੜ੍ਹੀ ਜਿਹੀ ਇਹੋ ਤਬੀਅਤ ਹੋਏ ਰੈਸਟ ਕਰ ਲਓ, ਰੈਸਟ ਇਜ਼ ਦੀ ਬੈਸਟ ਇਲਾਜ। ਉਹ 'ਚ ਫਿਜ਼ੋਲੋਜੀਕਲ ਰੈਸਟ ਐਂਡ ਮੈਂਟਲ ਰੈਸਟ, ਦੋਵੇਂ ਚੀਜ਼ਾਂ, ਦਿਮਾਗ ਵੀ ਨਹੀਂ ਚੱਲਦੇ ਰਹਿਣਾ ਚਾਹੀਦਾ। ਤੇ ਉਹਦੇ ਬਸ ਇੱਕੋ ਹੀ ਹੈ ਗੋਇੰਦੇ। ਮੋਹਨਜੀਤ ਰਹਿੰਦੇ ਉੱਥੇ ਵੀ ਆਪਣੇ, ਮੋਹਨਜੀਤ ਦਾ ਫਾਰਮ ਵੀ ਬੜਾ ਅਜੀਬ ਹੈ, ਅਸੀਂ ਇੰਸਪੀਰੇਸ਼ਨ ਲੈਂਦੇ ਹਾਂ ਉਹਨਾਂ ਕੋਲ। ਥੈਂਕ ਯੂ ਸੋ ਮਚ। ਤੁਸੀਂ ਆਪਣਾ ਮੈਨੂੰ ਨਾ ਜਿਵੇਂ ਤੁਸੀਂ ਜਿਵੇਂ ਬਜ਼ੁਰਗ ਹੋ ਹੈ ਨਾ, ਜਿਵੇਂ ਤੁਹਾਡਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਆਪਾਂ ਨੋਰਮਲੀ ਦੇਖਦੇ ਹਾਂ ਕਿ ਸੁਸਾਇਟੀ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਏਜ ਜ਼ਿਆਦਾ ਹੋ ਜਾਂਦੀ ਹੈ ਨਾ, ਉਹਨਾਂ ਨੂੰ ਸਾਈਡ 'ਤੇ ਰੱਖ ਦਿੰਦੇ ਨੇ ਲੋਕ, ਜਦਕਿ ਹੋਣਾ ਇਹ ਚਾਹੀਦਾ ਕਿ ਐਕਸਪੀਰੀਅੰਸ ਇੰਨਾ ਹੁੰਦਾ ਲਾਈਫ ਦਾ ਉਹਨਾਂ ਕੋਲੇ, ਦੈਟ ਇਜ਼ ਦੀ ਬੈਸਟ ਟਾਈਮ। ਉਹਨਾਂ ਕੋਲ ਇੰਨਾ ਖਜ਼ਾਨਾ ਭਰਿਆ ਹੁੰਦਾ, ਉਹਨਾਂ ਨੂੰ ਸੁਣਨਾ, ਉਹਨਾਂ ਨੂੰ ਜਾਣਨਾ, ਉਹਨਾਂ ਤੋਂ ਇਨਫੋਰਮੇਸ਼ਨ ਲੈਣਾ ਤਾਂ ਬਹੁਤ ਜ਼ਰੂਰੀ ਪਾਰਟ ਹੋਣਾ ਚਾਹੀਦਾ ਆਪਣੀ ਲਾਈਫ ਦਾ, ਹੈ ਨਾ। ਤੇ ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਯੂਰ ਨੌਲੇਜ ਸਰ। ਤੇ ਅਸੀਂ ਫੇਰ ਦੁਬਾਰਾ ਤੁਹਾਡੇ ਕੋਲ ਆਵਾਂਗੇ ਜਦ ਸਾਨੂੰ ਕਦੇ ਅੱਗੇ ਫਿਊਚਰ 'ਚ ਗਾਈਡੈਂਸ ਚਾਹੀਦੀ ਹੋਏਗੀ ਤਾਂ ਜ਼ਰੂਰ। ਤੇ ਆਲ ਦਾ ਬੈਸਟ ਫॉर ਯੂਰ ਪ੍ਰੈਕਟਿਸਿਸ। ਤੁਸੀਂ ਨੈਚੁਰੋਪੈਥੀ ਬੜੇ ਪੈਸ਼ਨ ਦੇ ਨਾਲ ਕਰਦੇ ਹੋ, ਤੇ ਵੀ ਵਿਸ਼ ਕਿ ਤੁਹਾਡਾ ਇੰਸਟੀਟਿਊਟ 'ਚ ਬਹੁਤ ਸਟੂਡੈਂਟ ਆਉਣ
ਤੇ ਨੈਚੁਰੋਪੈਥੀ ਸਿੱਖਣ ਇੱਥੋਂ ਤੇ ਫਿਰ ਫਲਰਿਸ਼ ਹੋਣ ਨੈਚੁਰੋਪੈਥੀ ਨੂੰ ਓਵਰਆਲ ਪੂਰੇ ਵਰਲਡ ਦੇ ਵਿੱਚ ਉਹਨੂੰ ਪ੍ਰੈਕਟਿਸ ਕਰਾਉਣ ਤੇ ਆਪ ਵੀ ਪ੍ਰੈਕਟਿਸ ਕਰਨ ਨਾਲ। ਹਾਂਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਐਂਡ ਫਿਰ ਆਪਾਂ ਦੁਬਾਰਾ ਮਿਲਦੇ ਹਾਂ ਜੀ ਕਿਸੇ ਦਿਨ ਤੁਹਾਡੇ ਨਾਲ। ਥੈਂਕ ਯੂ ਜੀ, ਨਮਸਕਾਰ ਨਮਸਕਾਰ ਨਮਸਕਾਰ।